ਨੇ ਕੀਤੇ ਹੋਏ। ਹਾਂ 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 ਅੱਜ ਆਪਾਂ ਇਹ ਅੰਗ 87 ਅੰਗ ਦੇ ਉੱਤੇ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਤੇ 12ਵੀਂ ਪੌੜੀ ਲੈ ਰਹੇ ਹਾਂ। ਚੌਥੀ ਪਾਤਸ਼ਾਹੀ ਦੀ ਜਿਹੜੀ ਹੈਗੀ ਸ੍ਰੀ ਰਾਗ ਦੇ ਵਿੱਚ ਵਾਰ ਹੈ ਜਿਹੜੀ, ਉਹਦੀ 12ਵੀਂ ਪੌੜੀ। ਉਸ ਤੋਂ ਪਹਿਲਾਂ ਸ਼ਲੋਕ ਆਤਮਾ, ਸ਼ਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਐ ਗੁਰ ਕੈ ਸਹਿਜ ਸੁਭਾਏ। ਦਿਓ ਵਰਡ ਹੁੰਦਾ ਜਿਹੜਾ, ਦਿਓ ਦਾ ਮਤਲਬ ਹੁੰਦਾ ਪ੍ਰਕਾਸ਼। ਉਹ ਮਾਲਕ ਪਰਮਾਤਮਾ, ਜਿਸ ਮਾਲਕ ਪਰਮਾਤਮਾ ਨੇ ਆਪਣੇ ਅੰਦਰ ਆਤਮ ਪ੍ਰਕਾਸ਼ ਕਰਨਾ ਆ, ਉਸ ਮਾਲਕ ਪਰਮਾਤਮਾ ਨੂੰ, ਕਿਉਂਕਿ ਆਪਣੇ ਅੰਦਰ ਆਤਮਾ ਹੈਗੀ, ਆਤਮਾ ਗੁਪਤ ਹੈਗੀ ਆ, ਉਹਦੀ ਪ੍ਰੈਜੈਂਸ ਜਿਹੜੀ ਹੈਗੀ ਆ ਮਹਿਸੂਸ ਹੁੰਦੀ ਆ। ਉਹ ਸੱਚ ਤੇ ਤੁਰਦੀ ਆਤਮਾ, ਸੱਚ ਤੇ ਸੱਚ ਆਤਮਾ ਸੱਚ ਹੈਗੀ, ਔਰ ਸੱਚ ਹਮੇਸ਼ਾ ਆਤਮਾ ਦੀ ਆਵਾਜ਼ ਸੱਚ ਹੋਏਗੀ। ਉਸ ਆਤਮਾ ਦੇ ਉਹ ਮਾਲਕ ਪਰਮਾਤਮਾ ਜਿਹਨੇ ਆਤਮ ਪ੍ਰਕਾਸ਼ ਕਰਨਾ ਹੈ ਆਪਣੇ ਅੰਦਰ, ਆਹੀ ਯਾਤਰਾ ਹੈਗੀ ਆਪਣੀ। ਆਤਮਾ ਦਿਓ ਉਹ ਮਾਲਕ ਪਰਮਾਤਮਾ ਜਿਹਨੇ ਆਪਣੇ ਅੰਦਰ ਜਿਹੜੀ ਹੈਗੀ ਆ ਇਹ ਪ੍ਰਕਿਰਤੀ ਦੀ ਜਿਹੜੀ ਹੈਗੀ ਮਾਇਆ ਜਿਹੜੀ ਹੈਗੀ ਆ, ਇਹਦੀ ਧੁੰਦ ਹਟਾ ਕੇ ਜਿਹੜਾ ਹੈਗਾ ਆਪਣੀ ਆਤਮਾ ਨੂੰ ਪ੍ਰਕਾਸ਼ਿਤ ਕਰ ਦੇਣਾ। ਉਸ ਮਾਲਕ ਪਰਮਾਤਮਾ ਨੂੰ ਪੂਜੀਏ, ਉਹਦੀ ਪੂਜਾ ਕਰਨੀ ਬਣਦੀ ਆ, ਉਹਦੀ ਭਗਤੀ ਕਰਨੀ ਬਣਦੀ ਆ। ਉਹਦੀ ਭਗਤੀ ਕਰੀਏ ਕਿਵੇਂ? ਗੁਰ ਕੈ ਸਹਿਜ ਸੁਭਾਏ। ਆਪਣੇ ਆਪ ਨਹੀਂ, ਕਿਸੇ ਹੋਰ ਦੀ ਮੱਤ ਲੈ ਕੇ ਨਹੀਂ, ਗੁਰੂ ਦੀ ਮੱਤ ਲੈ ਕੇ। ਜਿਵੇਂ ਗੁਰੂ ਕਹਿ ਰਹੇ, ਜਿਵੇਂ ਬ੍ਰਹਮ ਗਿਆਨ ਕਹਿ ਰਿਹਾ, ਜਿਵੇਂ ਬ੍ਰਹਮ ਗਿਆਨੀ ਕਹਿ ਰਹੇ, ਜਿਨ੍ਹਾਂ ਨੇ ਯਾਤਰਾ ਕੀਤੀ ਹੈ, ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਹੈ, ਜਿਨ੍ਹਾਂ ਦੇ ਅੰਦਰ ਆਤਮ ਪ੍ਰਕਾਸ਼ ਹੋ ਗਿਆ ਆ, ਉਹਨਾਂ ਦੀ ਮੱਤ ਲੈ ਕੇ ਔਰ ਸਹਿਜ ਸੁਭਾਏ। ਸਹਿਜ ਸੁਭਾਏ ਕੀ ਹੁੰਦਾ ਹੈ? ਸਹਿਜ ਸੁਭਾਏ ਹੁੰਦਾ ਹੈ ਭਾਈ ਪਿਆਰ ਦੇ ਨਾਲ ਭਗਤੀ ਕਰੀਏ ਔਰ ਸਹਿਜ ਅਵਸਥਾ ਆਟੋਮੈਟਿਕਲੀ ਆ ਜਾਏਗੀ। ਆਤਮ ਦੇਵ ਪੂਜੀਏ ਗੁਰ ਕੈ ਸਹਿਜ ਸੁਭਾਏ। ਆਤਮਾ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਇਸ ਤਰ੍ਹਾਂ ਜਿਹੜਾ ਹੈਗਾ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੀ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਉਸ ਮਾਲਕ ਪਰਮਾਤਮਾ ਦੀ, ਆਪਣੀ ਆਤਮਾ ਜੀਵ ਆਤਮਾ ਨੂੰ ਪਰਮਾਤਮਾ ਦੀ। ਕਿਉਂਕਿ ਗੁਰੂ ਨੇ ਕੀ ਕਰਨਾ ਹੈ? ਪ੍ਰਤੀਤ ਪੈਦਾ ਕਰਨੀ ਹੈ, ਵਿਸ਼ਵਾਸ ਪੈਦਾ ਕਰਨਾ ਹੈ, ਆਪਣੇ ਅੰਦਰ ਪਿਆਰ ਪੈਦਾ ਕਰਨਾ ਹੈ ਉਸ ਪਰਮਾਤਮਾ ਦੇ ਪ੍ਰਤੀ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਘਰ ਹੀ ਜਿਹੜਾ ਹੈਗਾ ਜੀਵ ਜਿਹੜਾ ਹੈਗਾ ਇਨਸਾਨ ਘਰ ਦੇ ਵਿੱਚ ਹੀ ਪਰਚ ਜਾਂਦਾ ਹੈ। ਉਹ ਬਾਹਰ ਮੁਖੀ ਜਿਹੜਾ ਕਰਮ ਕਾਂਡਾਂ ਦੇ ਵਿੱਚ ਇੱਧਰ ਉੱਧਰ ਨਹੀਂ ਡੋਲਦਾ ਭਾਈ, ਔਰ ਘਰ ਦੇ ਵਿੱਚ ਹੀ ਆਪਣੇ ਅੰਦਰ ਆਪਣੇ ਵਿਚਾਰਾਂ ਨੂੰ ਜਿਹੜਾ ਜਾਲ ਹੈਗਾ ਮਾਇਆ ਦਾ, ਉਹਨੂੰ ਜਿਹੜਾ ਹੈਗਾ ਭਗਤੀ ਕਰਕੇ ਜਿਹੜਾ ਹੈਗਾ ਉਹਨੂੰ ਵਿਚਾਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਝਾੜੂ ਲਾਉਂਦਾ ਹੈ। ਆਤਮਾ ਦੇਵ ਪੂਜੀਏ ਗੁਰ ਕੈ ਸਹਿਜ ਸੁਭਾਏ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲਈ ਗੁਰ ਕੈ ਪਾਏ ਸੁਭਾਏ। ਉਹ ਆਤਮਾ ਫਿਰ ਜਿਹੜੀ ਹੈ ਅਡੋਲ ਹੋ ਜਾਂਦੀ ਹੈ। ਨਹੀਂ ਤਾਂ ਮਨ ਜਿਹੜਾ ਹੈਗਾ ਆਤਮਾ ਨੂੰ ਜਿਹੜਾ ਹੈਗਾ ਆਤਮਾ ਦੀ ਆਵਾਜ਼, ਆਤਮਾ ਨੂੰ ਆਵਾਜ਼ ਨਹੀਂ ਕਰਨ ਦਿੰਦਾ ਮਨ। ਐਸਾ ਪਾਵਰਫੁਲ ਮਨ ਹੈਗਾ, ਉਹ ਡੁਲਾਈ ਫਿਰਦਾ ਹੈ ਮਨ ਜਿਹੜਾ ਹੈਗਾ ਸਵਾਦਾਂ ਦੇ ਵਿੱਚ, ਪਦਾਰਥਾਂ ਦੇ ਵਿੱਚ। ਇਹ ਦੁਨੀਆ ਦੇ ਵਿੱਚ ਜੋ ਵੀ ਚੋਗਾ ਖਿਲਾਰਿਆ ਪਿਆ ਮਾਲਕ ਨੇ, ਉਹਦੇ ਵਿੱਚ ਜਿਹੜਾ ਹੈਗਾ ਮਾਇਆ ਦੇ ਵਿੱਚ ਡੁਲਾਈ ਫਿਰਦਾ ਹੈ। ਜੇ ਆਪਾਂ ਉਸ ਆਤਮਾ ਦੇ ਪਰਮਾਤਮਾ ਦੀ ਪੂਜਾ ਕਰਾਂਗੇ ਘਰ ਦੇ ਅੰਦਰ ਹੀ ਗੁਰੂ ਦੀ ਮੱਤ ਲੈ ਕੇ, ਤਾਂ ਜਿਹੜਾ ਹੈਗਾ ਇਹ ਆਪਣਾ ਮਾਇਆ ਜਿਹੜੀ ਹੈਗੀ, ਮਾਇਆ ਦਾ ਪ੍ਰਭਾਵ ਜਿਹੜਾ ਹੈਗਾ ਆਪਾਂ ਘੱਟ ਸਕਦੇ ਹਾਂ। ਆਤਮਾ ਅਡੋਲ ਨਾ ਡੋਲੇ ਗੁਰ ਕੈ ਭਾਏ ਸੁਭਾਏ। ਗੁਰ ਵਿਣ ਸਹਿਜ ਨਾ ਆਵੇ, ਲੋਭ ਮੈਲ ਨਾ ਵਿੱਚੋਂ ਜਾਏ। ਕਹਿੰਦੇ ਫਿਰ ਬਗੈਰ ਗੁਰੂ ਤੋਂ, ਬਗੈਰ ਅੰਦਰ ਦੀ ਭਗਤੀ ਤੋਂ, ਬਗੈਰ ਵਿਚਾਰਾਂ ਨੂੰ ਜਿਹੜਾ ਹੈਗਾ
ਚੈੱਕ ਕੀਤੇ ਬਗੈਰ ਕਹਿੰਦੇ ਸਹਿਜ ਅਵਸਥਾ ਨਹੀਂ ਆਏਗੀ, ਵਿਚਾਰ ਬੰਦ ਨਹੀਂ ਹੋਣਗੇ, ਇਹ ਲਹਿਰਾਂ ਬੰਦ ਨਹੀਂ ਹੋਣਗੀਆਂ, ਔਰ ਜਿਹੜਾ ਹੈਗਾ ਮਨ ਜਿਹੜਾ ਹੈਗਾ ਹਾਵੀ ਰਹੇਗਾ, ਮਨ ਪਾਵਰਫੁਲ ਰਹੇਗਾ। ਔਰ ਲੋਭ ਲਾਲਚ ਜਿਹੜਾ ਹੈਗਾ ਉਹ ਲਾਲਚ ਦੇ ਵੱਲ ਨੂੰ ਇਨਸਾਨ ਨੂੰ, ਜੀਵ ਨੂੰ ਜਿਹੜਾ ਹੈਗਾ ਲਾਲਚ ਦੀ ਮੈਲ ਜਿਹੜੀ ਹੈਗੀ ਆ ਉਹਦੇ ਵੱਲ ਨੂੰ ਹੀ ਜਿਹੜਾ ਹੈਗਾ ਗਤੀ ਕਰਾਉਂਦਾ ਰਹੇਗਾ। ਇਹ ਲੋਭ ਦੀ ਲਾਲਚ ਦੀ ਮੈਲ ਜਿਹੜੀ ਹੈਗੀ ਆ ਇਹ ਨਹੀਂ ਜਾਏਗੀ ਭਾਈ। ਗੁਰਬਿੰਦ ਸਹਿਜ ਨਾ ਆਵਈ, ਲੋਭ ਮੈਲ ਨਾ ਵਿੱਚੋਂ ਜਾਏ। ਖਿਨ ਪਲ ਹਰ ਨਾਮ ਮਨ ਵਸੈ, ਸਭ ਅਰਸਰ ਤੀਰਥ ਨਾਏ। ਕਹਿੰਦੇ ਇੱਕ ਖਿਨ ਵਾਸਤੇ ਜਿਹੜਾ ਹੈਗਾ ਇਨਸਾਨ ਵਿਚਾਰ ਸ਼ੂન્ય ਹੋਏ ਤਾਂ ਸਹੀ ਨਾ, ਹੋਏ ਤਾਂ ਸਹੀ ਨਾ। ਇੱਕ ਖਿਨ ਵਾਸਤੇ ਜਿਹੜਾ ਹੈਗਾ ਨਾਮ ਮਨ ਦੇ ਵਿੱਚ ਵਸੇ ਤਾਂ ਸਹੀ। ਇੱਕ ਖਿਨ ਦਾ ਜਿਹੜਾ ਹੈਗਾ 68 ਤੀਰਥ ਜਿਹੜੇ ਹੈਗੇ ਕੁਛ ਨਹੀਂ ਹੈ ਉਹਦੇ ਸਾਹਮਣੇ ਪਾਏ। ਇੱਕ ਖਿਨ ਦਾ ਜਿਹੜਾ ਹੈਗਾ ਵਿਚਾਰ ਬੰਦ ਕਰਕੇ ਵਿਚਾਰ ਸ਼ੂન્ય ਹੋਣਾ। ਖਿਨ ਪਲ ਹਰ ਨਾਮ ਮਨ ਵਸੈ, ਸਭ 68 ਤੀਰਥ ਨਾਏ। 68 ਤੀਰਥ ਜਿਹੜੇ ਹੈਗੇ ਇਨਸਾਨ ਨਹਾ ਲੈਂਦਾ ਹੈ। ਇੱਕ ਖਿਨ ਵਾਸਤੇ ਜਿਹੜਾ ਹੈਗਾ ਉਹਦੇ ਅੰਦਰ ਸ਼ਰਧਾ ਆ ਜਾਏ ਭਾਈ, ਆਹ ਕੰਮ ਆ ਧਿਆਨ ਸਿਮਰਨ ਹੈਗਾ। ਆਪਣੇ ਅੰਦਰ ਝਾਤੀ ਮਾਰਨੀ ਕਰਕੇ ਤਾਂ ਦੇਖੀਏ ਆਪਾਂ। ਖਿਨ ਪਲ ਹਰ ਨਾਮ ਮਨ ਵਸੈ, ਸਭ 68 ਤੀਰਥ ਨਾਏ। ਸੱਚੇ ਮੈਲ ਨਾ ਲੱਗ ਗਈ, ਮਲ ਲਾਗੇ ਦੂਜੇ ਪਾਏ। ਸੱਚ ਨੂੰ ਕਹਿੰਦੇ ਆ ਮੈਲ ਨਹੀਂ ਲੱਗ ਸਕਦੀ ਭਾਈ। ਆਇਆ ਉਹ ਸੱਚ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਉਹਦੇ ਨਾਲ ਜੁੜਨਾ, ਇਹਨੂੰ ਕਹਿੰਦੇ ਮੈਲ ਨਹੀਂ ਲੱਗ ਸਕਦੀ। ਸੱਚ ਨੂੰ, ਸੱਚੇ ਨੂੰ ਮੈਲ ਨਹੀਂ ਲੱਗਦੀ। ਮਲ ਲਾਗੀ ਦੂਜੇ ਪਾਏ, ਮੈਲ ਲੱਗਦੀ ਆ ਉਹਨੂੰ ਜਿਹੜਾ ਕਿ ਮਾਇਆ ਦੇ ਵਿੱਚ ਔਰ ਜਿਹੜਾ ਕਿ ਕਰਮ ਕਾਂਡਾਂ ਦੇ ਵਿੱਚ ਭਗਤੀ ਵੀ ਕਰ ਰਿਹਾ, ਕਰਮ ਕਾਂਡਾਂ ਦੀ ਕਰ ਰਿਹਾ ਆ, ਅਤੇ ਮੈਲ ਲੱਗਣੀ ਲਾਜ਼ਮੀ ਹੈਗੀ। ਜਿਹੜਾ ਸੱਚ ਦੇ ਨਾਲ ਆਤਮ ਦੇਵ ਨਾਲ ਜੁੜਦਾ ਆ ਉਹਨੂੰ ਮੈਲ ਨਹੀਂ ਲੱਗਦੀ ਭਾਈ। ਮਲ ਲਾਗੈ ਦੂਜੇ ਪਾਏ, ਮੈਲ ਲੱਗਦੀ ਆ ਦੂਸਰੇ ਡੁਐਲਿਟੀ ਦੇ ਨਾਲ। ਦੂਸਰਾ ਜੋ ਪਰਮਾਤਮਾ ਨੂੰ ਛੱਡ ਕੇ ਜੋ ਹੋਰ ਕੋਈ ਕੁਛ ਵੀ ਕਰਦੇ ਆ ਉਹਦੇ ਨਾਲ ਮੈਲ ਲੱਗਦੀ ਆ ਭਾਈ। ਧੋਤੀ ਮੂਲ ਨਾ ਉਤਰੈ, ਜੇ 68 ਤੀਰਥ ਨਾਏ। ਇਹ ਮੈਲ ਹੋਰ ਕਿਸੇ ਤਰੀਕੇ ਦੇ ਨਾਲ, ਇਹ ਮਨ ਦੀ ਮੈਲ ਕਿਸੇ ਵੀ ਤਰੀਕੇ ਦੇ ਨਾਲ, ਇਹ ਮਨ ਦੀ ਮੈਲ ਹੈਗੀ। ਇਹ ਮੋਹ ਮਾਇਆ ਸਵਾਦ ਪਦਾਰਥ। ਧੋਤੀ ਮੂਲ ਨਾ ਉਤਰੈ, ਜੇ 68 ਤੀਰਥ ਨਾਏ। ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਹੈਗੀ ਧੋਣ ਦੇ ਨਾਲ ਭਾਈ ਬਿਲਕੁਲ ਨਹੀਂ ਉਤਰ ਸਕਦੀ ਹੋਰ ਕੋਈ ਤਰੀਕੇ ਦੇ ਨਾਲ। ਭਾਵੇਂ ਜਿੱਥੇ ਮਰਜੀ 68 ਤੀਰਥ ਮਹਾਰਾਜ ਚੈਲੰਜ ਕਰ ਰਹੇ, 68 ਤੀਰਥਾਂ 'ਤੇ ਜਾ ਕੇ ਨਹਾ ਕੇ ਦੇਖ ਲਓ, ਨਹੀਂ ਉਤਰੇਗੀ ਮੈਲ। ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਕਹਿੰਦੇ ਪਰ ਮਨਮੁਖ ਮਨ ਦੇ ਪਿੱਛੇ ਚੱਲਣ ਵਾਲੇ ਜਿਹੜੇ ਹੈਗੇ ਉਹ ਅਹੰਕਾਰ ਆ ਉਹਨਾਂ ਦਾ, ਨਹੀਂ ਉਹਨਾਂ ਨੇ ਮੰਨਣਾ ਇਸ ਗੱਲ ਨੂੰ। ਫਿਰ ਕਹਿੰਦੇ ਸਭ ਦੁੱਖੋ ਦੁੱਖ ਕਮਾਏ, ਦੁੱਖ ਹੀ ਦੁੱਖ ਕਮਾਈ ਜਾ ਰਿਹਾ, ਦੁੱਖ ਵੀ ਨਹੀਂ ਜਾਂਦੇ, ਹੋਰ ਕਮਾਈ ਕਰੀ ਜਾ ਰਹੇ, ਹੋਰ ਜਿਹੜੀ ਇਹ ਮੈਲ ਦੁੱਗਣੀ ਚੜੀ ਜਾ ਰਹੀ ਹੈ ਭਾਈ। ਲਾਉਣੀ ਤਾਂ ਕੀ ਹੈ ਤੀਰਥਾਂ 'ਤੇ ਜਾ ਕੇ, ਅਤੇ ਇੱਕ ਪਾ ਲੱਤੀ ਜੀ ਨਾਤਿਆਂ, ਦੋਏ ਪਾ ਚੜੀਏ ਸੋਰ। ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਨਾਨਕ ਮੈਲਾ ਉਜਲ ਤਾਂ ਥੀਏ, ਜਾਂ ਸਤਿਗੁਰ ਮਾਏ ਸਮਾਏ। ਕਹਿੰਦੇ ਮੈਲਾ ਤਾਂ ਉਜਲਾ ਤਾਂ ਹੀ ਹੋ ਸਕਦਾ ਪਿਆਰਿਓ ਜੇ ਕਿਤੇ ਬ੍ਰਹਮ ਗਿਆਨ ਮਿਲ ਜਾਏ। ਸਤਿਗੁਰ ਬ੍ਰਹਮ ਗਿਆਨ ਲੈ ਕੇ ਔਰ ਬ੍ਰਹਮ ਗਿਆਨ ਆਪਣੇ ਅੰਦਰ ਮਨ ਦੇ ਵਿੱਚ ਵਸ ਜਾਏ। ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਧਾਰਨੀ ਹੋ ਜਾਏ ਬ੍ਰਹਮ ਗਿਆਨ ਦਾ, ਉਹਦੇ ਅਨੁਸਾਰ ਜਿਹੜਾ ਹੈਗਾ ਉਹ ਕਿਰਿਆ ਕਰੇ, ਤਾਂ ਜਿਹੜਾ ਹੈਗਾ ਇਹ ਮੈਲੇ ਤੋਂ ਉਜਲਾ ਹੋ ਸਕਦਾ ਹੈ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਤੇ ਹਾਂ ਠੀਕ ਹੈ ਸਾਧ ਸੰਗਤ ਜੀ। ਦੇਖੋ ਅੱਜ ਜਿਹੜੀ ਆਪਾਂ ਕਥਾ ਸ਼ੁਰੂ ਕਰਨੀ ਆ, ਦੇਖੋ ਇੱਥੇ ਕੋਈ ਤੁਹਾਨੂੰ ਕੋਈ ਬਾਬਾ, ਕੋਈ ਸੰਤ, ਜੋ ਮਰਜ਼ੀ ਕਹਿ ਲਓ, ਕੋਈ ਤੀਰਥ ਅਸਥਾਨ, ਕੋਈ ਨਦੀ, ਕੋਈ ਸਮੁੰਦਰ, ਕੋਈ ਦਰਾਰਾ, ਕੋਈ ਸੂਰਜ, ਇਹ ਤੁਹਾਨੂੰ ਮੁਕਤ ਨਹੀਂ ਕਰ ਸਕਦਾ। ਇੱਕ ਪ੍ਰਕਿਰਤੀ ਨੇ ਇੱਕ ਐਸੀ ਇੱਕ ਪਹੇਲੀ ਪਾਈ ਆ। ਇਹ ਇੱਕ ਸਮਝ ਲਓ ਕਿ ਇਹ ਇੱਕ ਪਹਿਲੀ ਕੰਡੀਸ਼ਨ ਆ ਕਿ ਇਹ ਫੈਸਲਾ ਤੁਹਾਡਾ ਹੈ,
ਨਿਜੋ ਸਾਹਿਬ। ਬਿਲਕੁਲ ਫੈਸਲਾ ਆਪਣਾ ਹੈਗਾ, ਬਿਲਕੁਲ ਫੈਸਲਾ ਆਪਣਾ ਹੈ। ਜੇ ਫੈਸਲਾ ਪਰਮਾਤਮਾ ਦਾ ਹੋਏ ਤੇ ਫਿਰ ਤਾਂ ਲੇਖਾ ਪਰਮਾਤਮਾ ਦਾ ਹੈ। ਹਾਂ, ਏਦਾਂ ਨਹੀਂ ਪਲੀਜ਼। ਤੁਸੀਂ ਇਹ ਸੋਚੋ ਯਾਰ, ਉੱਥੇ ਸਕੂਲੇ ਬੱਚਾ ਜਾ ਕੇ ਨਹੀਂ ਪੜ੍ਹੇ ਤੇ ਪ੍ਰੋਫੈਸਰ ਭਾਵੇਂ 500 ਇਕੱਠਾ ਕਰ ਲਓ, ਉਹਨੇ ਕੁਛ ਨਹੀਂ ਜੋ ਪ੍ਰਾਪਤ ਕਰਨਾ ਹੈ। ਬਾਣੀ ਪਤਾ ਕੀ ਕਹਿ ਰਹੀ ਆ? ਬਾਣੀ ਇੱਕ ਕਹਿ ਰਹੀ ਆ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਨਾ ਪਹਿਲਾਂ ਸ਼ੇਸ਼ ਨੂੰ ਆਪਣੇ ਕੋਲ ਬਾਉਂਦੇ ਸੀ ਸੰਤ, ਗੁਰੂਕੁਲ ਹੁੰਦੇ ਸੀ ਉਦੋਂ। ਹੁਣ ਥੋੜਾ ਜਿਹਾ ਰਜੀਵੇ ਵੱਧ ਗਏ ਆ, ਸਾਡੀਆਂ ਜ਼ਰੂਰਤਾਂ ਵੱਧ ਗਈਆਂ, ਟਾਈਮ ਨਹੀਂ ਹੈਗਾ ਆਪਣੇ ਕੋਲ। ਪਰ ਹੁਣ ਏਦਾਂ ਹੋ ਗਿਆ ਕਿ ਥੋੜਾ ਜਿਹਾ ਆਨਲਾਈਨ ਸਿਸਟਮ ਆ ਗਿਆ, ਇਹਦੇ ਕਰਕੇ ਗੁਰੂਕੁਲ ਆਪਣੇ ਘਰ 'ਚ ਹੀ ਬਣ ਗਿਆ, ਤਰੱਕੀ ਹੋ ਗਈ ਆ। ਉਹ ਪਹਿਲੇ ਵਾਲੇ ਸਿਸਟਮ ਕੁਝ ਹੋਰ ਸਨ। ਹੁਣ ਜਿਵੇਂ ਜਿਵੇਂ ਆਪਾਂ ਅੱਗੇ ਵੱਧ ਰਹੇ ਹਾਂ, ਟੈਕਨੋਲੋਜੀ ਅੱਗੇ ਆ ਰਹੀ ਹੈ। ਉਹ ਸ਼ੇਸ਼ ਨੂੰ 10-12 ਸਾਲ ਆਪਣੇ ਕੋਲ ਰੱਖਦੇ ਸਨ, ਕਈ ਵਾਰੀ 20 ਸਾਲ ਵੀ ਨਿੱਜਰ ਸਾਹਿਬ ਰੱਖਦੇ ਸੀ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਆ। ਉਹ ਜਿਹੜੇ ਹੈਗੇ ਬਚਪਨ ਤੋਂ ਹੀ ਰੱਖਦੇ ਸੀ। ਹਾਂਜੀ, ਮੈਂ ਨਾ ਫਿਰ ਮੈਂ ਬੜੀ ਬਰੀਕੀ ਨਾਲ ਵਿਚਾਰ ਕੀਤਾ ਕਿ ਇੰਨਾ ਲੰਮਾ ਸਮਾਂ ਰੱਖਣ ਦਾ ਕੀ ਕਾਰਨ ਹੋ ਸਕਦਾ। ਆਪ ਜੀ ਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਮੇਰਾ ਇੱਕ ਚਿੰਤਨ ਆ, ਇੱਕ ਮੇਰਾ ਆਪਣਾ ਛੋਟਾ ਜਿਹਾ ਲੈਵਲ, ਉਹ ਜਿੰਨਾ ਕੁ ਮੈਂ ਸੋਚ ਸਕਦਾ। ਉਦਣ ਮੈਂ ਕਥਾ 'ਚ ਕਿਹਾ ਸੀ ਸਿਰ ਤੋਂ ਨੰਗੇ, ਉਹ ਨੈਟਵਰਕ ਦੀ ਪ੍ਰੋਬਲਮ ਕਰਕੇ ਉਹ ਨੰਗੇ ਸ਼ਬਦ ਆ ਗਿਆ, ਸਿਰ ਨਹੀਂ ਆ। ਚਲੋ ਕੋਈ ਗੱਲ ਨਹੀਂ, ਇਹ ਮੈਂ ਕਰੈਕਸ਼ਨ ਕਰਦਾ। ਮੈਂ ਸੋਚਦਾ ਹਾਂ ਕਿ ਇੰਨਾ ਸਮਾਂ, ਮਤਲਬ ਕਿਉਂ ਇੰਨਾ ਸਮਾਂ ਉੱਥੇ ਰੁਕਣਾ ਸੀ? ਕਿਉਂ ਮਤਲਬ ਇੰਨਾ ਦੂਰ ਰਹਿਣਾ? ਇੱਥੋਂ ਤੱਕ ਕਿ ਰਾਜੇ ਵੀ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਸੀ। ਫਿਰ ਅੱਜ ਮੈਨੂੰ ਉਹ ਸਵਾਲ ਦਾ ਜਵਾਬ ਮਿਲਿਆ। ਉਹ ਜਵਾਬ ਇਹ ਸੀ ਕਿ ਜਿੰਨਾ ਚਿਰ ਤੱਕ ਤੁਸੀਂ ਕਿਸੇ ਭੁੱਖੇ ਬੰਦੇ ਨੂੰ ਰੋਟੀ ਨਾ ਦਓਗੇ ਨਿੱਜਰ ਸਾਹਿਬ, ਉਹਨੂੰ ਕਦਰ ਨਹੀਂ ਜੇ। ਬਿਲਕੁਲ, ਨਾ ਉਹਨੇ ਖਾਣੀ ਆ। ਉਹ ਵਹਿੰਦੇ ਸੀ ਕਿ ਕਦੋਂ ਇਹਨੂੰ ਭੁੱਖ ਲੱਗੇ। ਔਰ ਜਦੋਂ ਕਿਸੇ ਨੂੰ ਭੁੱਖ ਲੱਗੀ ਹੋਵੇ, ਫਿਰ ਉਹ ਨਹੀਂ ਪੁੱਛਦਾ ਕਿ ਪੀਜ਼ਾ ਜਾਂ ਬਰਗਰ ਮੈਨੂੰ KFC 'ਚ ਲੈ ਕੇ ਜਾਓ, ਉਹ ਕਹਿੰਦਾ ਜੋ ਹੈਗਾ ਦੇ ਦਿਓ। ਬਸ ਇਹੋ ਚੀਜ਼ ਹੈ ਨਿੱਜਰ ਸਾਹਿਬ। ਬਿਲਕੁਲ, ਸਵਾਲ ਦਾ ਜਵਾਬ ਹੈ। ਬਿਲਕੁਲ। ਉਹ ਤਾਂ ਰੋਟੀ ਸੁੱਕੀ ਮਿਲ ਜਾਏ, ਗੰਡਾ ਲੈ ਲਓ, ਲੂਣ ਵੀ ਨਾ ਮਿਲੇ, ਲੂਣ ਲਾ ਲਓ, ਬਸ ਅਚਾਰ ਮਿਲ ਜਾਏ, ਉਹਨੇ ਦਬਾ ਦਬ ਖਾ ਲੈਣੀ ਆ ਔਰ ਪਾਣੀ ਪੀ ਕੇ ਤ੍ਰਿਪਤ ਹੋ ਜਾਣਾ। ਤੇ ਜਿਹੜਾ ਵਿਚਾਰਾ ਪੁੱਛਦਾ ਫਿਰਦਾ ਮੈਨੂੰ 'ਚ ਕੀ ਆ, ਇਹਦਾ ਮਤਲਬ ਕਿ ਸੱਜਣਾ ਤੈਨੂੰ ਭੁੱਖ ਨਹੀਂ ਲੱਗੀ, ਸਵਾਦ ਚਾਹੀਦੇ ਆ। ਹਾਂ, ਤੂੰ ਅਜੇ ਨਾ ਸਵਾਦ ਲੈ ਰਿਹਾ, ਪੁੱਛ ਰਿਹਾ, ਪਰ ਅੰਦਰੋਂ ਤੇਰੇ ਅੰਦਰੋਂ ਅਜੇ ਆਵਾਜ਼ ਨਹੀਂ ਆਈ। ਹਾਂਜੀ ਨਜਰ ਸਾਹਿਬ, ਪਹਿਲੇ ਤੁਕ ਬੋਲੋ। ਆਤਮਾ ਦਿਓ ਪੂਜੀਏ, ਗੁਰ ਕੈ ਸਹਿਜ ਸੁਭਾਏ। ਕਹਿੰਦੇ ਆਤਮਾ ਦਿਓ, ਜਿਹੜਾ ਆਤਮ ਪ੍ਰਕਾਸ਼ ਕਰਨ ਵਾਲਾ ਆ। ਦਿਓ ਦਾ ਮਤਲਬ ਹੁੰਦਾ ਪ੍ਰਕਾਸ਼। ਕਹਿੰਦੇ ਆਤਮਾ ਦਿਓ, ਜਿਹੜਾ ਮਾਲਕ ਪਰਮਾਤਮਾ, ਜਿਹਨੇ ਆਪਣੇ ਅੰਦਰ ਸੁੱਤੀ ਪਈ ਆਤਮਾ ਜਿਹੜੀ ਹੈਗੀ, ਨਹੀਂ ਦਿਸਦੀ, ਗੁਪਤ ਆਤਮਾ ਹੈਗੀ, ਉਹਨੂੰ ਪ੍ਰਕਾਸ਼ਿਤ ਕਰ ਦੇਣਾ ਹੈ। ਉਹਦੀ ਪੂਜਾ, ਉਹਦੀ ਭਗਤੀ ਕਰੋ ਭਾਈ, ਔਰ ਕਰੋ ਗੁਰ ਕੈ ਸਹਿਜ ਸੁਭਾਏ। ਗੁਰੂ ਤੋਂ ਮੱਤ ਲੈ ਕੇ ਔਰ ਸਹਿਜ ਸੁਭਾਏ, ਪਿਆਰ ਦੇ ਨਾਲ ਭਗਤੀ ਕਰੋ ਭਾਈ। ਸਹਿਜ ਅਵਸਥਾ ਦੇ ਵਿੱਚ, ਸਹਿਜ ਅਵਸਥਾ ਆ ਜਾਏਗੀ ਜਦ ਆਪਾਂ ਇਹ ਭਗਤੀ ਕਰਾਂਗੇ। ਹਾਂਜੀ ਵੀਰ ਜੀ। ਹੁਣ ਇੱਥੇ ਤੁਹਾਨੂੰ ਸ਼ਾਇਦ ਪਤਾ ਹੋਣਾ ਵਾ ਕਿ ਇੱਥੇ ਮੈਂ ਪਤਾ ਨਹੀਂ YouTube ਤੇ ਪਤਾ ਨਹੀਂ ਕਿਤੇ ਵੇਖਿਆ, ਇੱਕ ਬਾਬਾ ਜੀ ਨਾਮ ਸਿਮਰਨ ਕਰਾਉਂਦੇ ਨੇ, ਪਤਾ ਨਹੀਂ ਕਿਹੜੇ ਹੈਗੇ ਆ। ਉਹ ਇੰਨੀ ਉੱਚੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਤੇ ਮੈਨੂੰ ਤਾਂ ਲੱਗਦਾ ਜੇ ਕੋਈ ਬੰਦੇ ਹਾਰਟ ਪੇਸ਼ੈਂਟ ਹੋਵੇ ਤਾਂ BP ਵੱਧ ਜਾਣਾ। ਵੀਰ ਜੀ ਇਹੀ ਕੁਐਸਚਨ ਜਿਹੜਾ ਹੈਗਾ, ਮੈਂ ਵੀ ਗਿਆ ਸੀ ਇੱਕ ਵਾਰੀ, ਮੈਂ ਇਹੀ ਕੁਐਸਚਨ ਕੀਤਾ ਸੀਗਾ। ਮੈਂ ਕਿਹਾ ਬਈ ਇੰਨੀ ਉੱਚੀ ਕਰਨ ਦੀ ਲੋੜ ਹੈ? ਪਰਮਾਤਮਾ ਤਾਂ ਮੈਂ ਕਿਹਾ ਵੀ ਪ੍ਰੇਮ ਦਾ ਭੁੱਖਾ ਹੈਗਾ, ਤੇ ਆਪਾਂ ਪ੍ਰੇਮ ਨਾਲ ਨਹੀਂ ਬੋਲ ਸਕਦੇ। ਕਹਿੰਦੇ ਨਹੀਂ ਜੀ, ਇਹ ਨਵੇਂ ਆਏ ਜਿਹੜੇ, ਇਹਨਾਂ ਨੂੰ ਦ੍ਰਿੜ ਕਰਾਉਣਾ ਪੈਂਦਾ। ਮੈਂ ਕਿਹਾ ਠੀਕ ਹੈ ਭਾਈ, ਆਪਾਂ ਤੋਂ ਦ੍ਰਿੜ ਤੇ ਫਿਰ ਕੀ ਕਰਨਾ ਵਾ? ਉਹ ਛੋਟੇ ਬੱਚੇ ਨੂੰ ਪਿਓ ਕਹਿੰਦਾ ਓਏ ਥੱਲੇ ਬਹਿ ਜਾ, ਉਹ ਬਹਿ ਤੇ ਜਾਂਦਾ, ਪਰ ਅੰਦਰੋਂ ਕਹਿੰਦਾ ਮੈਂ ਅੰਦਰੋਂ ਓਦਾਂ ਹੀ ਖਲੋਤਾ ਹੀ। ਜਰ ਸਾਹਿਬ, ਹਾਂਜੀ ਬਿਲਕੁਲ, ਕਹਿੰਦਾ ਸਰੀਰਕ ਪੱਖੋਂ ਮੈਂ ਬਹਿ ਗਿਆ ਵਾ, ਪਰ ਅੰਦਰੋਂ ਮੈਂ ਓਦਾਂ ਹੀ ਖਲੋਤਾ ਹੀ। ਉਹਦੀਆਂ ਅੱਖਾਂ ਵੇਖ ਲਿਓ, ਏਦਾਂ ਹੀ ਕਹਿ ਰਿਹਾ ਜੋ ਅਗਲਾ। ਠੀਕ ਹੈ ਜੀ, ਜ਼ਬਰਦਸਤੀ ਵਾਲਾ ਕੋਈ ਸੌਦਾ ਨਹੀਂ ਹੈ। ਜਦੋਂ ਭੁੱਖ ਲੱਗੀ ਆ ਤੇ ਆਪਣੇ ਆਪ ਹੀ ਕੰਮ ਰੋਕ ਆਣਾ। ਫਿਰ ਉਹ ਕਹਿੰਦੇ ਕਿ ਆਤਮਾ ਦੀ ਜਿਹੜੀ ਹੈ ਨਾ ਗੱਲ ਆ, ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮਾ ਆਪਣੀ ਆਤਮਾ ਹੈ। ਜੇ ਆਪਣੇ ਅੰਦਰ ਜੀਵ ਆਤਮਾ ਨੂੰ ਪਰਮਾਤਮਾ ਦੀ ਪ੍ਰਤੀਤ ਹੋਏਗੀ ਤੇ ਘਰ ਦੇ ਵਿੱਚ ਹੀ ਪਰਚਾ ਪੈ ਜਾਏਗਾ। ਪ੍ਰਤੀਤ ਪਾਉਣੀ ਹੈ ਗੁਰੂ ਨੇ, ਗੁਰ ਕੈ ਸਹਿਜ ਸੁਭਾਏ। ਗੁਰੂ ਜਿਹੜਾ ਬ੍ਰਹਮ ਗਿਆਨ ਜੋ ਹੈ, ਗੁਰੂ ਦੀ ਮਾਤਿਆ ਨੇ ਪ੍ਰਤੀਤ ਪਾ ਦੇਣੀ। ਹਾਂਜੀ ਗੋਰਕੀ ਸਾਹਿਬ। ਹਾਂ ਠੀਕ ਹੈ ਜੀ, ਠੀਕ ਹੈ ਜੀ। ਹੁਣ ਕਈ ਵਾਰੀ ਬਾਣੀ ਚ ਇੱਕ ਤੁਕ ਆਉਂਦੀ ਆ, ਮਾਨਸ ਜਨਮ ਦੁਰਲੱਭ ਹੈਗਾ। ਹੁਣ ਲੋਕ ਸੋਚਦੇ ਆ ਕਿ ਮਾਨਸ ਜਨਮ ਚ ਕੀ ਦੁਰਲੱਭ ਹੈ।
ਮਾਨਸ ਹੁਣ ਜਨਮ, ਹਾਂਜੀ ਹਾਂਜੀ, ਹਾਂ, ਮਾਨਸ ਜਨਮ ਜਿਹੜਾ ਨਾ ਉਹ ਦੇਖੋ ਦੁਰਲੱਭ ਕਿਉਂ ਆ, ਉਹਦੀ ਵੈਲਿਊ ਦੇਖੋ ਤੁਸੀਂ। ਆਪਣੇ ਕੋਲ ਬੁੱਧੀ ਹੈਗੀ ਹੈ, ਹਾਂ ਇੱਥੋਂ ਤੱਕ ਅਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ, ਹੁਣ ਤੁਸੀਂ ਵੇਖੋ ਛੋਟਾ ਬੱਚਾ ਹੈ ਨਿੱਜਰ ਸਾਹਿਬ, ਹੁਣ ਜਿਹੜਾ ਖੋਤਾ ਹੈ, ਘੋੜਾ ਹੈ, ਮੱਝ ਦਾ ਬੱਚਾ ਹੈ, ਜਾਂ ਕੋਈ ਪਰਿੰਦੇ ਦਾ ਬੱਚਾ ਹੈ, ਉਹ ਤੇ ਨਿੱਜਰ ਸਾਹਿਬ ਉਹ ਤੇ ਕੰਪਲੀਟ ਹੁੰਦੇ ਨੇ, ਉਹਨਾਂ ਕੋਲ ਆਲਰੇਡੀ ਸੈਂਸ ਹੁੰਦੀ ਹੈ। ਛੋਟੇ ਛੋਟੇ ਬੱਚੇ ਉਹ ਪੂਰੇ ਅਪ ਟੂ ਡੇਟ ਹੁੰਦੇ ਆ, ਕਾਫੀ ਹੱਦ ਤੱਕ ਗਿਆਨ ਉਹਨਾਂ ਕੋਲ ਆਪਣਾ ਹੁੰਦਾ ਹੈ। ਬਿਲਕੁਲ ਸਹੀ ਗੱਲ ਆ। ਪਰ ਉਹਨਾਂ ਕੋਲ ਜਿਹੜਾ ਗੋਰਖੀ ਸਾਹਿਬ ਜਿਹੜਾ ਹੈਗਾ ਨਾ, ਆਤਮਿਕ ਗਿਆਨ ਜਿਹੜਾ ਹੈਗਾ, ਸਪਿਰਿਚੁਅਲ ਗਿਆਨ ਨਹੀਂ ਹੁੰਦਾ। ਬਸ ਇੱਕੋ ਹੀ ਆਹੀ ਪ੍ਰੋਬਲਮ ਹੈ, ਆਪਣੇ ਕੋਲ ਇਹ ਸਪਿਰਿਚੁਅਲ ਗਿਆਨ ਵੀ ਹੈਗਾ, ਬਸ ਇੰਨੀ ਕੀ ਗੱਲ ਆ। ਹਾਂ ਨਿੱਜਰ ਸਾਹਿਬ, ਸਾਡੇ ਕੋਲ, ਮੈਂ ਹੈਰਾਨ ਹੋ ਰਿਹਾ ਵਾ, ਸਾਡੇ ਕੋਲ ਸੋਰਸ ਬੜੇ ਆ। ਹੁਣ ਜਿੱਦਾਂ ਵੇਖੋ ਤੁਹਾਡੇ ਕੋਲ ਬਾਣੀ ਆਉਂਦੀ ਹੈ, ਹੁਣ ਮੈਨੂੰ ਪੜ੍ਹਨੀ ਵੀ ਨਹੀਂ ਆਉਂਦੀ, ਹੁਣ ਪਰ ਮੈਂ ਤੁਹਾਡੇ ਕੋਲ ਸੁਣ ਕੇ ਉਹ ਚੀਜ਼ ਨੂੰ ਸਮਝ ਸਕਦਾ। ਬਿਲਕੁਲ ਠੀਕ ਹੈ ਜੀ, ਦੇਖੋ ਕਿੱਡੀ ਵੱਡੀ ਗੱਲ ਹੈ ਇਹ। ਇਹਦਾ ਮਤਲਬ ਕਿ ਜਨਰੇਸ਼ਨ ਟੂ ਜਨਰੇਸ਼ਨ ਆਪਾਂ ਗਿਆਨ ਜਿਹੜਾ ਵਾ ਅੱਗੇ ਟਰਾਂਸਫਰ ਕਰ ਸਕਦੇ ਹਾਂ। ਜਿਹੜੇ ਸਕੂਲ ਪਹਿਲਾਂ ਵਿਦਿਆਲੇ ਹੁੰਦੇ ਸੀ, ਵਿਦਿਆਲਿਆਂ ਨੇ ਉਹ ਤਰੱਕੀ ਕੀਤੀ, ਸਕੂਲ 'ਚ ਕਨਵਰਟ ਹੋ ਗਏ। ਵੈਸੇ ਉਹ ਵੱਖਰੀ ਗੱਲ ਆ, ਇੰਡੀਆ ਵਾਲਿਆਂ ਦੀ ਥੋੜੀ ਸੋਚ ਏਦਾਂ ਦੀ ਹੈ ਕਿ ਆਪਣੀ ਆਦਤ ਹੈਗੀ ਕਿ ਬਾਹਰਲਾ ਬੰਦਾ ਕੁਝ ਵੀ ਕਹਿ ਦਿੰਦਾ ਤੇ ਅਸੀਂ ਸੋਚਦੇ ਹਾਂ ਕਿ ਬੜੀਆਂ ਵੱਡੀਆਂ ਗੱਲਾਂ। ਪਰ 5000 ਸਾਲ ਪਹਿਲਾਂ ਜੇ ਸਾਨੂੰ ਲਿਖਣਾ ਆਉਂਦਾ ਸੀ ਨਾ, ਇਹਦਾ ਮਤਲਬ ਕਿ ਬੜੀ ਹਾਈ ਲੈਵਲ ਦੀ ਡਿਸਕਵਰੀ ਸਾਡੀ ਧਰਤੀ ਤੋਂ ਹੋ ਚੁੱਕੀ ਹੈ। ਬਿਲਕੁਲ। ਉਹ ਕੈਰੀ ਔਨ ਨਹੀਂ ਕੀਤੀ ਉਹਨਾਂ ਨੇ, ਫਿਰ ਗੋਰਿਆਂ ਨੇ ਏਦਾਂ ਕੀਤਾ, ਮੈਨੂਪਲੇਟ ਕਰਕੇ ਉਹ ਸਾਡੇ ਗ੍ਰੰਥ ਸਾਈਡ ਤੇ ਕਰਤੇ, ਉਹਨਾਂ ਨੇ ਆਪਣੇ ਗ੍ਰੰਥ ਕੱਢ ਕੇ ਸਾਡੇ ਦਿਮਾਗ 'ਚ ਪਾਤੇ, ਔਰ ਫਿਰ ਉਹ ਇੱਕ ਉੱਥੋਂ ਸ਼ੁਰੂ ਹੋ ਜਾਂਦੀ ਹੈ। ਅਸਲ ਦੇ ਵਿੱਚ ਪਤਾ ਕੀ ਆ, ਮੈਂ ਕਹਿਣਾ ਚਾਹੁੰਦਾ, ਇੱਥੇ ਮੈਂ ਗੋਰਿਆਂ ਨੂੰ ਮਾੜਾ ਨਹੀਂ ਕਹਿਣ ਦਿਆ, ਜੋ ਵੀ ਹੋ ਰਿਹਾ ਚਲੋ ਠੀਕ ਹੀ ਹੈ। ਇੱਥੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਦੇਖੋ ਛੋਟਾ ਬੱਚਾ ਹੈ, ਛੋਟੇ ਬੱਚੇ ਕੋਲ ਗਿਆਨ ਨਹੀਂ ਹੈਗਾ, ਪਰ ਕੋਈ ਇੰਨਾ ਗਿਆਨ ਆ, ਪਿਸ਼ਾਬ ਕਰਨਾ, ਪੋਟੀ ਕਰਨੀ ਆ, ਉਸ ਤੋਂ ਬਾਅਦ ਭੁੱਖ ਲੱਗੀ ਤੇ ਰੌਲਾ ਪਾਉਣਾ, ਰਾਸ਼ਨ ਮਿਲ ਗਿਆ ਤੇ ਚੁੱਪ ਹੋ ਜਾਣਾ। ਹੁਣ ਕਿੰਨੇ ਸਾਲ ਜਿਹੜਾ ਬੱਚਾ ਹੈ ਨਾ, ਦੇਖੋ ਬੱਚੇ ਨੂੰ ਹਰ ਚੀਜ਼ ਸਿੱਖਣੀ ਪੈ ਰਹੀ ਹੈ। ਹੁਣ ਇੱਥੇ ਮੈਂ ਘਰੇ ਰਹਿ ਰਿਹਾ ਤੇ ਮੈਨੂੰ ਆਪਣੇ ਬੱਚਿਆਂ 'ਚ ਬੜੀਆਂ ਕਮੀਆਂ ਤੇ ਪੇਸ਼ੀਆਂ ਨਜ਼ਰ ਆ ਰਹੀਆਂ, ਔਰ ਆਈ ਐਮ ਟਰਾਈਂਗ ਟੂ ਹੈਲਪ ਦੈਮ ਕਿ ਉਹ ਜਿਹੜਾ ਕਿਉਂਕਿ ਮੇਰਾ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਮੇਰਾ ਮਤਲਬ ਸ਼ਿਪ ਤੇ ਨਿਕਲ ਗਿਆ, ਮੈਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਾ, ਘਰਾਂ ਦੀਆਂ ਮਜਬੂਰੀਆਂ ਹੁੰਦੀਆਂ। ਚਲੋ ਐਨੀ ਹਾਊ ਮੈਨੂੰ ਬਹੁਤ ਵਧੀਆ ਚਾਂਸ ਲੱਗਾ, ਹਜੇ ਵੀ ਮੇਰੇ ਬੱਚੇ ਥੋੜਾ ਬਹੁਤ ਅੰਡਰਸਟੈਂਡ ਕਰ ਰਹੇ ਆ, ਚਲੋ ਜਿੰਨਾ ਵੀ ਹੈ ਮੈਂ ਆਈ ਐਮ ਟਰਾਈਂਗ। ਹੁਣ ਛੋਟਾ ਬੱਚੇ ਨੂੰ ਜਿੰਨਾ ਚਿਰ ਨਿੱਜਰ ਸਾਹਿਬ, ਪਹਿਲੀ ਗੱਲ ਤੁਹਾਨੂੰ ਤੁਰਨਾ ਵੀ ਸਿੱਖਣਾ ਪੈਂਦਾ ਹੈ। ਦੂਜੇ ਜਾਨਵਰ ਵੇਖੋਗੇ ਨਿੱਜਰ ਸਾਹਿਬ, ਉਹਨਾਂ ਨੂੰ ਇਹ ਕਹਾਣੀ ਨਹੀਂ ਪੈਣ ਦੀ ਲੋੜ ਨਾ, ਉਹ ਕਾਫੀ ਹੱਦ ਤੱਕ ਉਹਨਾਂ ਨੂੰ ਪਤਾ ਹੈ ਉਹ ਕੀ ਕਰਨਾ ਉਹਨਾਂ ਨੇ। ਬਿਲਕੁਲ। ਹੁਣ ਮੈਂ ਹੈਰਾਨ ਹੁੰਦਾ ਹੈ ਕਿ ਜੇ 2 ਸਾਲ ਬੱਚੇ ਨੂੰ ਤੁਰਨ ਵਾਸਤੇ ਲੱਗਣੇ ਨੇ, ਇਹਦਾ ਮਤਲਬ ਤੁਸੀਂ ਬੱਚੇ ਨੂੰ ਜੇਕਰ ਚੰਗਾ ਗਿਆਨ ਦਿੰਦੇ ਜੋ, ਔਰ ਚੰਗਾ ਗਿਆਨ ਕੇਵਲ ਮੂੰਹ ਦੇ ਨਾਲ ਨਹੀਂ, ਤੁਸੀਂ ਕਰਕੇ ਦਿਖਾਓਗੇ ਤੇ ਉਹ, ਹੁਣ ਮੰਨ ਲਓ ਮਤਲਬ ਇੱਕ ਪਤੀ ਪਤਨੀ ਆ, ਹੁਣ ਆਪਸ 'ਚ ਉਹਨਾਂ ਦਾ ਆਰਗੂਮੈਂਟ ਹੋ ਗਿਆ, ਮੇਰੇ 'ਚ ਬੜਾ ਵੀਕ ਪੁਆਇੰਟ ਸੀ, ਮੈਨੂੰ ਪਤਾ ਹੀ ਨਹੀਂ ਸੀ ਇਸ ਮਸਲੇ ਨੂੰ ਕਿੱਦਾਂ ਹੱਲ ਕਰਨਾ। I was not a very good husband, ਮੈਂ ਸੱਚ ਕਹਿਣਾ। ਇਹ ਚੀਜ਼ ਨੂੰ ਅਸੈਪਟ ਕਰਨ 'ਚ ਮੈਨੂੰ ਕੋਈ ਸ਼ਰਮ ਨਹੀਂ, ਕਿਉਂਕਿ ਮੈਂ ਤੁਹਾਡੇ ਕੋਲ ਝੂਠ ਮਾਰ ਸਕਦਾ, ਮੈਂ ਪ੍ਰਮਾਤਮਾ ਕੋਲ ਝੂਠ ਨਹੀਂ ਮਾਰ ਸਕਦਾ। ਮੈਂ ਫਿਰ ਉਹ ਚੀਜ਼ ਨੂੰ ਦੇਖਿਆ, ਔਰ ਸਮਾਂ ਬੀਤਦਾ ਗਿਆ, ਫਿਰ ਮੇਰੇ ਅੰਦਰ ਇੱਕ ਬੁੱਧੀ ਮੈਨੂੰ ਮਿਲੀ ਕਿ ਯਾਰ ਚਰਨਜੀਤ, ਬਾਰ-ਬਾਰ ਉਹੀ ਸਿਚੁਏਸ਼ਨ ਆਉਂਦੀ ਆ, ਔਰ ਚਰਨਜੀਤ ਤੇਰੇ ਕੋਲ ਵੋਕੈਬਲਰੀ ਨਹੀਂ ਹੈਗੀ, ਤੇਰੇ ਕੋਲ ਅੱਖਰਾਂ ਦੀ ਕਮੀ ਆ, ਔਰ ਜਿਹਦੇ ਕਰਕੇ ਤੂੰ ਉਹ ਚੀਜ਼ ਨੂੰ ਹੈਂਡਲ ਹੀ ਨਹੀਂ ਕਰ ਪਾ ਰਿਹਾ। ਫਿਰ ਮੈਂ ਵੇਖਿਆ ਕਿ ਛੋਟਾ ਬੱਚਾ ਹਰ ਚੀਜ਼ ਸਿੱਖ ਰਿਹਾ, ਔਰ ਇਹ ਚੀਜ਼ ਮੈਨੂੰ ਸਿੱਖ ਲੈਣੀ ਚਾਹੀਦੀ ਸੀ। ਹੋ ਸਕਦਾ ਸੀ ਮੈਨੂੰ ਮਾਂ-ਬਾਪ ਤੋਂ ਮਿਲ ਜਾਂਦੀ, ਔਰ ਮੇਰੇ ਮਾਂ-ਬਾਪ ਦੇ ਵਿੱਚ ਉਹ ਹੋ ਸਕਦਾ ਸੀ ਉਹ ਟੈਲੈਂਟ ਹੁੰਦਾ, ਔਰ ਉਹ ਜਦੋਂ ਮੇਰੇ ਸਾਹਮਣੇ ਏਦਾਂ ਦੀ ਸਿਚੁਏਸ਼ਨ ਨੂੰ ਹੈਂਡਲ ਕਰਦੇ ਤੇ ਨਿੱਜਰ ਸਾਹਿਬ ਨੈਚੁਰਲੀ ਮੇਰੇ 'ਚ ਆ ਜਾਣੀ ਸੀ ਚੀਜ਼। ਉਹ ਇਹ ਆਪ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਆਪ ਦੇਖੋ ਮਾਂ-ਬਾਪ ਕਿਸੇ ਚੀਜ਼ ਨੂੰ ਪ੍ਰੋਪਰਲੀ ਹੈਂਡਲ ਨਹੀਂ ਕਰ ਪਾ ਰਹੇ ਤੇ ਬੱਚਾ ਵੀ ਉਸੇ ਚੀਜ਼ ਨੂੰ ਕਾਪੀ ਕਰੂਗਾ ਜੋ ਤੁਸੀਂ ਕਰ ਰਹੇ ਜੋ। ਨਿੱਜਰ ਸਾਹਿਬ ਇਹ ਬਿਲਕੁਲ ਫੈਕਟ ਜੇ। ਬਿਲਕੁਲ ਠੀਕ ਹੈ ਜੀ। ਇਹ ਚੀਜ਼ ਨੂੰ ਆਪਾਂ ਨੇ ਚੀਜ਼ ਨੂੰ ਮੈਂ ਧਰਮ ਦੇ ਨਾਲ ਕਿਉਂ ਜੋੜਨਾ ਚਾਹੁੰਦਾ। ਧਰਮ ਕੇਵਲ ਚੰਗਾ ਜੀਵਨ ਹੀ ਸਿਖਾ ਰਿਹਾ ਵਾ, ਇਸ ਤੋਂ ਵੱਧ ਕੁਛ ਨਹੀਂ ਸਿਖਾ ਰਿਹਾ। ਧਰਮ ਕੀ ਕਰ ਰਿਹਾ? ਧਰਮ ਸਾਨੂੰ ਬੁਰੇ ਕੰਮ ਕਰਨ ਤੋਂ ਰੋਕ ਰਿਹਾ। ਬਿਲਕੁਲ। ਆ ਗ੍ਰੰਥਾਂ 'ਚ ਕੀ ਲਿਖਿਆ ਹੈ ਕਿ ਸਾਨੂੰ ਉਹ ਸਮਝਾ ਰਹੇ ਨੇ ਐਜ਼ ਏ ਗਾਈਡ ਕਿ ਕੁਝ ਕਰਨਾ ਹੈ ਤੇ ਕੁਝ ਨਹੀਂ ਕਰਨਾ, ਤੇ ਜੇ ਨਹੀਂ ਕਰਨਾ ਵਾ ਤੇ ਉਹਦੇ ਪਿੱਛੇ ਲੌਜਿਕ ਹੋਣਾ ਚਾਹੀਦਾ ਹੈ। ਜੇ ਤੂੰ ਕਰਨ ਵੀ ਚੱਲਿਆ ਤੇ ਉਹ ਵੀ ਚੀਜ਼ ਵੇਖ ਕਿ ਜੋ ਤੇਰਾ ਮਨ ਕਹਿ ਰਿਹਾ ਉਹ ਸਹੀ ਆ, ਉਹ ਕਰਨਾ ਜ਼ਰੂਰੀ ਆ। ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ। ਪਲੀਜ਼ ਸਾਧ ਸੰਗਤ ਜੀ, ਮੇਰੀ ਕਥਾ ਜਿਹੜੀ ਨਾ ਤੁਸੀਂ ਪਲੀਜ਼ ਨੋਟਿਸ ਕਰਿਓ, ਇਹਨੂੰ ਥੋੜਾ ਜਿਹਾ ਡੀਪ ਲੈ ਕੇ ਜਾਣਾ। ਹੁਣ ਬੰਦੇ ਕੋਲ ਦੋ ਹੁੰਦਾ, ਇੱਕ ਹੁੰਦਾ ਸੁਭਾਅ ਤੇ ਇੱਕ ਹੁੰਦੀ ਆਦਤ। ਹੁਣ ਛੋਟੇ ਬੱਚੇ ਜਦੋਂ ਆਦਤਾਂ ਪੈ ਜਾਂਦੀਆਂ ਨਾ,
ਉਹ ਮੁੜ ਕੇ ਫਿਰ ਉਹ ਆਦਤਾਂ ਉਹਦਾ ਇੱਕ ਨੇਚਰ ਬਣ ਜਾਂਦਾ ਔਰ ਉਹ ਵਿਚਾਰਾ ਉਹ ਚੀਜ਼ ਨੂੰ ਦੇਖ ਹੀ ਨਹੀਂ ਪਾਉਂਦਾ ਉਸ ਤਰੀਕੇ ਨਾਲ। ਉਹਦੀ ਜਿਹੜੀ ਵਿਜ਼ਨ ਬੜੀ ਛੋਟੇ ਜਿਹੇ ਲੈਵਲ ਦੀ ਹੁੰਦੀ ਆ ਔਰ ਸਾਰੀ ਜ਼ਿੰਦਗੀ ਉਸ ਦੇ ਨਾਲ ਉਹ ਗੁੱਥੋ ਹੋਈ ਰਹਿੰਦਾ, ਕੁਸ਼ਤੀ ਕਰਦਾ ਰਹਿੰਦਾ ਔਰ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਕਿ ਇਸ ਸਿਚੁਏਸ਼ਨ ਚੋਂ ਕਿੱਦਾਂ ਬਾਹਰ ਆਉਣਾ। ਹੁਣ ਜਦੋਂ ਛੋਟੇ ਬੱਚੇ ਨੂੰ ਆਪਾਂ ਸਿਖਾਉਂਦੇ ਤਾਂ ਭਾਵ ਜਦੋਂ ਮੈਂ ਆਪਣੀ ਪਤਨੀ ਦੇ ਨਾਲ ਕਿਸੇ ਹੌਟ ਮੈਟਰ ਤੇ ਗੱਲ ਕਰਾਂ, ਜਦੋਂ ਮੈਂ ਹੱਥ ਨੂੰ ਨਾ ਚੁੱਕਾਂ, ਇਹ ਬੰਦਿਆਂ ਨੂੰ ਬਹਿ ਕੇ ਪ੍ਰੋਪਰ ਡਿਸਕਸ ਕਰਕੇ ਉਸ ਮੈਟਰ ਨੂੰ ਸੁਲਝਾਵਾਂ, ਉਹ ਬੱਚੇ ਵੇਖ ਰਹੇ ਨੇ ਵੈਰੀ ਡੀਪਲੀ, ਦੇ ਆਰ ਲੁਕਿੰਗ ਕਿ ਪਾਪਾ ਇਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰ ਰਿਹਾ ਹੈ। ਮੰਮੀ ਨੇ ਇੱਕ ਕੁਝ ਗੱਲ ਕਹੀ ਹੈ, ਉਹ ਗੱਲ ਐਡੀ ਵਧੀਆ ਨਹੀਂ ਆ, ਜਾਂ ਪਾਪਾ ਨੇ ਇੱਕ ਗੱਲ ਕਹੀ ਹੈ, ਮੰਮੀ ਨੂੰ ਚੁਭੀ ਹੈ ਗੱਲ, ਮੰਮੀ ਦੇ ਪੇਰੈਂਟਸ ਦੇ ਬਾਰੇ ਕੋਈ ਗੱਲ ਕੀਤੀ ਹੈ ਤੇ ਮੰਮੀ ਨੇ ਉਸ ਸਿਚੁਏਸ਼ਨ ਨੂੰ ਹੈਂਡਲ ਕਿੱਦਾਂ ਕੀਤਾ। और उसको इन्फॉर्मेशन आ देखो गुरु सानू की समझा रहे ने, दे आर प्रिपेयरिंग अस, क्योंकि असी वो खाड़े दे विच लड़ रहे हैं, तुसी अपनी कुश्ती कर रहे हो, मैं अपनी कुश्ती कर रहा, वो सानू इन्फॉर्मेशन के रूप च सानू वो दे रहे ने, कुछ टेक्निक्स दे रहे ने, कुछ टूल दे रहे ने कि तुसी इस चीज नू किद्दां हैंडल करना है। ਇਹੋ कहना चाहती ना बाणी निजा साहब कि होर कुछ कह रही है ना? बिल्कुल, बाणी सिर्फ चंगा इंसान बनाउंदी है भाई। हाँ, और ये देखो ये रिश्ते जेडे नाते हुंदे आ, मोस्टली बंदा एक घरे बहुत बंदा वड्डे लैवल ते फेलियर है, ये चीज नूं प्लीज नोटिस करियो। बहुत लोग तुहानूं इदां दे मिलणगे, लोकां च बड़ी जिੱਤ होगी, लोग बड़े सलूट मार देणगे, वो बंदा घरे एडा वधिया पिओ नहीं हुंदा जी। ये भी सच जे, एक मां वा रिश्तेदारां च फ्रेंड सर्कल चो कहणगे बड़ी वधिया बीबी आ, पर घरे वो एडी वधिया मां नहीं हुंदी जी। एक पत्नी, ये चीजां प्लीज दे आर सो मच, इन्ना काम होने वाला है ना, लोग रहते रहे ने एक छत के थले, हुण कंप्रोमाइज वाली लाइफ है मोस्टली। और बाणी इस चीज नूं सानू बड़ी चंगी तरह समझाउंदी है कि एक मुकम्मल जीवन नूं तुसीं बतीत किद्दां करना है। देखो कोई भी काम तुसीं जे मजबूरी पक्क करके पै जाओ, कोई मजबूरी ना कर रहे जो, उत्थे रिदम नहीं जे, उत्थे संगीत नहीं हैगा, उत्थे केवल खाना पूर्ति है। चाहे तुसी दिहाड़ी कर रहे जो, चाहे तुसी नौकरी कर रहे जो, चाहे तुसी घर दीयां रोटियां पका रहे जो, चाहे तुसी घर नूं सांभ रहे जो, चाहे बच्चियां नूं सांभ रहे, जे तुसी सोच रहे हो ना कि आई एम जस्ट डूइंग फॉर्मेलिटी, वो काम होऊगा पर ਉਹਦੇ ਵਿੱਚ संगीत नहीं है। संगीत ਜਿਹੜਾ है ना ਉਹ ਤੁਹਾਨੂੰ खुद पैदा करना पऊगा और ਉਸੇ ਲਈ भगती करनी है, ਹੋਰ कोई काम नहीं ਹੈਗਾ। ਜੇ ਆਪਣੇ 'ਚ नहीं संगीत हैगा, ਅਸੀਂ ਮਜਬੂਰੀ 'ਚ ਬਹਿ ਕੇ ਕੰਮ ਕਰ ਰਹੇ ਹਾਂ, ਫਿਰ ਬਾਣੀ ਕਹਿੰਦੀ ਆ ਕਿ ਤੈਨੂੰ ਆਪਣੀ ਮੱਤ ਦਾ ਤਿਆਗ ਕਰਨਾ ਪਊਗਾ, ਕਿਉਂਕਿ ਤੇਰੀ ਮੱਤ ਦੇ ਵਿੱਚ ਕੁਝ ਗੜਬੜ ਆ, ਇਸੇ ਕਰਕੇ ਗੁਰੂਆਂ ਦੀ ਮੱਤ ਲੈਣੀ। ਅੱਜ ਦੀ ਵਿਚਾਰ ਫੇਰ ਆਪਾਂ ਸ਼ੁਰੂ ਕਰਦੇ ਹਾਂ। ਨਿਜਾ ਸਾਹਿਬ ਆਪ ਬੋਲੋ ਦੁਬਾਰਾ ਪਲੀਜ਼। ਆਤਮਾ ਦਿਓ ਪੂਜੀਏ ਗੁਰ ਕੈ ਸਹਿਜ ਸੁਭਾਏ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹਨੇ ਤੇਰੇ ਅੰਦਰ, ਆਪਣੇ ਅੰਦਰ ਆਤਮਾ ਜਿਹੜੀ ਗੁਪਤ ਹੈਗੀ ਆ, ਉਹਨੂੰ ਪ੍ਰਕਾਸ਼ਿਤ ਕਰ ਦੇਣਾ ਹੈ ਉਸ ਮਾਲਕ ਪਰਮਾਤਮਾ ਨੇ। ਤੇ ਆਤਮਾ ਨੂੰ ਪ੍ਰਕਾਸ਼ਿਤ ਕਰਨਾ ਕੀ ਹੈਗਾ ਵੀ ਸੱਚ ਦੀ ਆਵਾਜ਼ ਜਿਹੜੀ ਹੈਗੀ, ਸੱਚ ਦੀ ਆਵਾਜ਼ ਉੱਪਰ ਆ ਜਾਏ ਤੇ ਕੱਚ ਜਿਹੜਾ ਝੂਠ ਦੀ ਆਵਾਜ਼ ਜਿਹੜੀ ਥੱਲੇ ਹੋ ਜਾਏ, ਆਪਣੇ ਅੰਦਰ ਜਿਹੜਾ ਹੈਗਾ ਚੇਂਜ ਆ ਜਾਏ, ਆਪਾਂ ਇਨਸਾਨ ਬਣ ਜਾਈਏ। ਆਤਮਾ ਦਿਓ ਪੂਜੀਏ ਗੁਰ ਕੈ ਸਹਿਜ ਸੁਭਾਏ। ਕਹਿੰਦੇ ਗੁਰੂ ਦੀ ਮੱਤ ਲੈ ਲਾ ਭਾਈ, ਸਹਿਜ ਸੁਭਾਏ, ਪਿਆਰ ਦੇ ਨਾਲ ਜਿਹੜਾ ਹੈਗਾ ਭਗਤੀ ਕਰ ਲਾ, ਤੇ ਇਸ ਤਰੀਕੇ ਦੇ ਨਾਲ ਪੂਜਾ ਹੋ ਸਕਦੀ ਆ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਜੇ ਤੈਨੂੰ ਜਿਹੜਾ ਹੈਗਾ ਤੇਰੀ ਆਤਮਾ ਨੂੰ, ਜੀਵ ਆਤਮਾ ਨੂੰ ਜਿਹੜਾ ਹੈ, ਜੀਵ ਨੂੰ, ਇਨਸਾਨ ਨੂੰ ਪਰਮਾਤਮਾ ਦੀ ਪ੍ਰਤੀਤ ਆ ਜਾਏ ਤੇ ਤੈਨੂੰ ਪਰਮਾਤਮਾ ਤੇ ਵਿਸ਼ਵਾਸ ਆ ਜਾਏ ਕਿ ਮਾਲਕ ਪਰਮਾਤਮਾ ਜਿਹੜਾ ਹੈਗਾ ਸਰਵ ਵਿਆਪੀ ਮਾਲਕ ਪਰਮਾਤਮਾ ਹੈਗਾ, ਉਸ ਆਤਮਾ ਦੀ ਪ੍ਰਤੀਤ ਤੇਰੇ ਅੰਦਰ ਆ ਜਾਏ। ਜੇ ਤੂੰ ਉਹਦੀ ਭਗਤੀ ਕਰਨ ਲੱਗ ਜਾਏ, ਜੇ ਉਹਦੀ ਪੂਜਾ ਕਰਨ ਲੱਗ ਜਾਏ, ਤਾਂ ਘਰ ਦੇ ਵਿੱਚ ਹੀ ਪਰਚਾ ਪੈ ਜਾਏਗਾ ਭਾਈ। ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਨਹਾਉਣ ਦੀ ਲੋੜ ਨਹੀਂ, ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਆ, ਕੁਛ ਵੀ ਜਿਹੜਾ ਹੈਗਾ ਬਾਹਰ ਦਾ ਕਰਨ ਦੀ ਲੋੜ ਨਹੀਂ, ਆਪਣੇ ਅੰਦਰ ਹੀ ਭਗਤੀ ਅੱਜ ਤੇਰੀ ਸ਼ੁਰੂ ਹੋ ਜਾਏਗੀ ਭਾਈ। ਹਾਂਜੀ ਵੀਰ ਜੀ। ਹਾਂਜੀ, ਇੱਥੇ ਦੋ ਸ਼ਬਦ ਵਰਤੇ ਨੇ, ਦੇਖੋ ਆਪਨੇ, ਉਹਨਾਂ ਨੇ ਕਿਹਾ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਈ। ਹਾਂ, ਠੀਕ ਹੈ, ਬਿਲਕੁਲ। ਹਾਂ, ਦੇਖੋ ਆਤਮਾ ਨੇ ਆਤਮਾ ਨੂੰ ਜਾਣਨਾ ਹੈ। ਤੁਸੀਂ, ਮੈਂ, ਆਪਾਂ ਸਭ ਆਤਮਾ, ਤੇ ਪਰਮਾਤਮਾ ਕੀ ਆ? ਉਹ ਪਰਮ ਆਤਮਾ ਹੈ। ਜਦੋਂ ਤੁਸੀਂ ਆਪਣੇ ਛੋਟੇ ਲੈਵਲ ਤੇ ਜਾਓਗੇ ਨਾ, ਜਦੋਂ ਤੁਸੀਂ ਭਗਤੀ ਕੀਤੀ ਤਾਂ ਆਲਮੋਸਟ ਕੀਤੀ ਕਿ ਤੁਸੀਂ ਆਲਰੇਡੀ ਕਰ ਰਹੇ ਜੋ। ਕੋਈ ਉਹ ਕਿਸੇ ਦੀ ਮਰਜ਼ੀ ਹੈ, ਉਹ ਚਲੇ ਜਾਵੇ ਤੇ ਜਿੱਥੇ ਮਰਜ਼ੀ ਜਾਵੇ, ਕਿ ਸੰਤ ਕੋ ਜਾਓ, ਬਾਬੇ ਕੋ ਜਾਓ, ਜਿੱਥੇ ਮਰਜ਼ੀ ਜਾਓ, ਉਹ ਤੁਹਾਡੀ ਮਰਜ਼ੀ ਹੈ। ਆਪਾਂ ਜ਼ਬਰਦਸਤੀ ਨਹੀਂ ਕਰ ਸਕਦੇ, ਇਹ ਤੇ ਦਿਲ ਮਿਲਿਆ ਨਹੀਂ ਗੱਲਾਂ। ਜਿੱਥੇ ਮਰਜ਼ੀ ਇਨਸਾਨ ਜਾ ਸਕਦਾ, ਉਹਨੂੰ ਪੂਰੀ ਆਜ਼ਾਦੀ ਹੈ।
ਪਰ ਜਦੋਂ ਤੁਸੀਂ ਆਪਣੇ ਮਨ ਤੋਂ ਅੱਗੇ ਲੰਘ ਗਏ, ਤੁਹਾਡੀ ਸੁਰਤੀ ਸਵੈ ਅਸਤ ਹੋ ਗਈ ਤੇ ਤੁਸੀਂ ਆਪਣਾ ਰੂਪ ਦੇਖੋਗੇ। ਉਸ ਰੂਪ ਨੂੰ ਦੇਖੋਗੇ ਤੁਸੀਂ ਇੱਕ ਛੋਟੀ ਜਿਹੀ ਚੇਤਨਾ, ਬਹੁਤ ਛੋਟੀ ਜਿਹੀ ਮਾਮੂਲੀ ਜਿਹੀ ਚੇਤਨਾ, ਬਹੁਤੇ ਵੱਡਾ ਤੁਹਾਡਾ ਰੂਪ ਨਹੀਂ ਆ। ਪਹਿਲੀ ਗੱਲ, ਉੱਥੇ ਪਹੁੰਚਣ ਦੇ ਲਈ ਤੁਹਾਨੂੰ ਕਾਫੀ ਟਾਈਮ ਲੱਗਣਾ ਹੈ, ਕਿਉਂਕਿ ਉੱਥੇ ਮਨ ਵੀ ਹੈਗਾ, ਬੁੱਧੀ ਵੀ ਹੈਗੀ ਹੈ, ਚਿੱਤ ਵੀ ਹੈਗਾ, ਹਉਮੈ ਹੈਗੀ ਆ, ਕਾਮ ਕ੍ਰੋਧ ਲੋਭ ਮੋਹ ਦੇ ਵਿਚਾਰ ਹੈਗੇ ਨੇ, ਰਾਗ ਹੈਗਾ, ਦੁਆਇਸ਼ ਹੈਗਾ, ਇਹ 5 ਤੱਤ ਹੈਗੇ ਆ। ਇਹਨਾਂ ਤੋਂ ਸੁਰਤੀ ਨੂੰ ਖਿੱਚ ਕੇ ਜਦੋਂ ਆਪਾਂ ਅੰਦਰ ਲੈ ਕੇ ਜਾਣਾ ਹੈ ਤੇ ਪਹਿਲੀ ਗੱਲ ਤੇ ਇਹਨਾਂ ਨੇ ਤੁਹਾਡੀ ਸੁਰਤੀ ਨੂੰ ਬਲੌਕ ਕਰ ਦੇਣਾ, ਅੰਦਰ ਨਹੀਂ ਜਾਣ ਦਿੰਦੇ। ਠੀਕ ਹੈ, ਬਾਣੀ ਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਖਾਲਸਾ ਜੋ ਨਿਤ ਕਰੇ ਜੰਗ। ਬਿਲਕੁਲ, ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਚ ਕਿਹਾ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਨਿਜਰ ਸਾਹਿਬ। ਹਾਂਜੀ, ਖਾਲਸਾ ਜੋ ਸੋ ਜੋ ਨਿਤ ਜੋ ਕਰੇ ਨਿਤ ਜੰਗ। ਹਾਂਜੀ ਵੀਰ ਜੀ। ਹਾਂ, ਤੇ ਇੱਥੇ ਪਤਾ ਨੀ ਲੋਕਾਂ ਨੇ ਕਿਹਾ ਧੜਾ ਕਿ ਸ਼ਾਇਦ ਰੋਜ਼ ਜੰਗ ਕਰੀਏ, ਲੋਕਾਂ ਨਾਲ ਲੜਨ ਜਾਈਏ। ਏਦਾਂ ਦਾ ਕੰਮ ਨਹੀਂ ਸੀ। ਉਹ ਆਪਣੇ ਮਨ ਦੀ ਗੱਲ ਕਰ ਰਹੇ ਸੀ ਕਿ ਮਨ ਦੇ ਨਾਲ ਨਿਤ ਜੰਗ ਕਰਨੀ ਹੈ। ਖਾਲਸਾ ਮਤਲਬ ਜੋ ਉਹੀ ਬੰਦਾ ਕਾਮਯਾਬ। ਦੇਖੋ, ਜਿਸ ਇਨਸਾਨ ਨੇ ਆਤਮਾ ਨੂੰ ਨਹੀਂ ਚੀਨਿਆ, ਆਤਮਾ ਦੀ ਖੋਜ ਨਹੀਂ ਕੀਤੀ, ਸਮਝ ਲਓ ਕਿ ਉਹਨੇ ਦੁਨੀਆ ਦੇ ਵਿੱਚ ਆਪਣਾ ਜੀਵਨ ਤੇ ਬਤੀਤ ਕੀਤਾ, ਉਹਨੇ ਕੇਵਲ 0.5% ਜਿਹੜਾ ਹੈ ਉਹਨੇ ਜੀਵਨ ਨੂੰ ਸਮਝਿਆ ਹੈ। ਬਾਕੀ ਸਾਰਾ ਜਿਹੜਾ ਉਹਨੂੰ ਪਤਾ ਵੀ ਨਹੀਂ ਲੱਗਿਆ ਉਹ ਕੀ ਕਰਕੇ ਗਿਆ, ਕਿੱਦਾਂ ਉਹਨੇ ਜੀਵਨ ਬਤੀਤ ਕੀਤਾ, ਕਿਹਦੇ ਲਈ ਕੀਤਾ, ਉਹਨੂੰ ਪਤਾ ਨਹੀਂ। ਇੱਕ ਬਹੁਤ ਡੀਪ ਸਲੀਪ ਵਿੱਚ ਉਹਨੇ ਆਪਣਾ ਜੀਵਨ ਸਪੈਂਡ ਕਰਦਾ। ਜਦੋਂ ਤੁਸੀਂ ਮਨ ਦੇ ਨਾਲ ਜੰਗ ਕੀਤੀ, ਜੰਗ ਦਾ ਮਤਲਬ ਤੁਸੀਂ ਆਪਣੀ ਸੁਰਤੀ ਨੂੰ ਜਦੋਂ ਆਪਣੇ ਚ ਲੀਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਟਾਈਮ ਤੇ ਵਿਚਾਰਾਂ ਦੇ ਨਾਲ ਤੁਹਾਡਾ ਨਾ ਯੁੱਧ ਹੋਣਾ ਹੈ। ਉਹ ਖਾਸ ਕਰਕੇ ਵਿਚਾਰ ਤੁਹਾਨੂੰ ਮਿਲਣਗੇ ਜਿਹੜਾ ਤੁਹਾਡਾ ਜੀਵਨ ਕੰਟਰੋਲ ਕਰ ਰਹੇ ਨੇ। ਆਪਾਂ ਨੂੰ ਪਤਾ ਵੀ ਨਹੀਂ, ਵੈਸੇ ਬਹੁਤ ਹੱਦ ਤੱਕ ਲੋਕਾਂ ਨੂੰ, ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਅੰਦਰ ਇੱਕ ਚਿੰਤਨ ਸ਼ਕਤੀ ਆ, ਇਹ ਵਿਚਾਰ ਮੰਡਲ ਆ, ਜਿੱਥੇ ਸੂਖਮ ਜਿਹੜਾ ਸਰੀਰ ਕੰਮ ਕਰਦਾ ਹੈ, ਔਰ ਉਹ ਸਾਡਾ ਆ ਜਿਹੜਾ ਸਰੀਰ ਹੈ ਉਹਨਾਂ ਵਿਚਾਰਾਂ ਦਾ ਗੁਲਾਮ ਹੈ। ਇਨਸਾਨ ਨੂੰ ਨਹੀਂ ਪਤਾ ਵਿਚਾਰੇ ਨੂੰ। ਜਦੋਂ ਆਪਾਂ ਕਿਸੇ ਸੁੱਤੇ ਬੰਦੇ ਨੂੰ ਕਹਿੰਦੇ ਨਾ ਉੱਠ ਓਏ ਉੱਠ, ਉਹ ਉੱਠ ਜਾਂਦਾ ਹੈ। ਫਿਰ ਉਹਦੇ ਲਈ ਜਿਹੜਾ ਸੁਪਨਾ ਝੂਠਾ ਹੋ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਲੱਗਦਾ ਯਾਰ ਮੈਂ ਦੇਖ ਰਿਹਾ ਸੀ ਉਹ ਚ ਸੁਪਨਾ ਹੈ। ਔਰ ਉਸ ਤੋਂ ਬਾਅਦ ਉਹਨੂੰ ਆਪਣੇ ਮਨ ਨੂੰ ਕਨਵਿੰਸ ਕਰਨ ਦੀ ਲੋੜ ਨਹੀਂ, ਕਿਉਂਕਿ ਸੁਪਨਾ ਕਹਿਣਾ ਇਨਫ। ਨਿੱਜਰ ਸਾਹਿਬ, ਮਨ ਮੰਨ ਜਾਂਦਾ ਨਾ ਇਸ ਗੱਲ ਤੇ। ਬਿਲਕੁਲ ਮੰਨ ਜਾਂਦਾ, ਬਿਲਕੁਲ ਸਹੀ ਹੈ। ਉਸ ਤੋਂ ਬਾਅਦ ਉਹ ਡਿਸਕਸ ਨਹੀਂ ਕਰਦਾ, ਉਹ ਕਹਿੰਦਾ ਇਹ ਸੁਪਨਾ ਹੈ। ਹੁਣ ਉਸ ਚੀਜ਼ ਦੇ ਬਾਰੇ ਡਿਸਕਸ ਕਰਨ ਦਾ ਕੋਈ ਮਤਲਬ ਨਹੀਂ। ਇਸੇ ਹੀ ਤਰ੍ਹਾਂ ਬਾਣੀ ਕਹਿੰਦੀ ਆ ਕਿ ਜਦੋਂ ਵੀ ਤੂੰ ਹੋਸ਼ ਆ ਗਿਆ, ਅੱਗੇ ਤੁਕ ਆਉਂਦੀ ਆ ਕਿ ਤੇਰਾ ਮਨ ਇੱਕ ਛਣ ਦੇ ਲਈ ਰੁਕ ਗਿਆ ਤੇ ਸੁਪਨਾ ਟੁੱਟ ਗਿਆ। ਜਿੱਦਾਂ ਸੁਪਨੇ ਚ ਤੁਸੀਂ ਮੈਨੂੰ ਕਹੋ ਨਹੀਂ ਚਰਨਜੀਤ ਮੈਨੂੰ ਸੁਪਨਾ ਆਇਆ ਸੀ, ਮੈਨੂੰ ਕੋਈ ਵਿਸ਼ਵਾਸ ਦਿਵਾਓ ਕਿ ਇਹ ਸੁਪਨਾ ਹੀ ਸੀ, ਤੁਹਾਡਾ ਜਾਗ ਜਾਣਾ ਹੀ ਇਹਦਾ ਵਿਸ਼ਵਾਸ ਹੈ। ਇਸ ਤੋਂ ਵੱਧ ਤੁਹਾਨੂੰ ਹੋਰ ਕਿਸੇ ਪ੍ਰੂਫ ਦੀ ਲੋੜ ਨਹੀਂ। ਤੁਸੀਂ ਜਾਗ ਗਏ ਤੇ ਉਸ ਚੀਜ਼ ਦਾ ਅੰਤ ਹੋ ਗਿਆ, ਪਤਾ ਲੱਗ ਗਿਆ ਝੂਠ ਹੈ। ਇਸੇ ਹੀ ਤਰ੍ਹਾਂ ਜਦੋਂ ਤੁਸੀਂ ਆਪਣੀ ਆਤਮਾ ਨੂੰ ਦੇਖੋਗੇ, ਪਹਿਲੀ ਗੱਲ ਤਾਂ ਤੁਸੀਂ ਆਪਣਾ ਰੂਪ ਦੇਖੋਗੇ। ਤੁਸੀਂ ਦੇਖੋਗੇ ਮੈਂ ਕੋਈ ਬੰਦਾ ਬੁੱਢੀ ਨਹੀਂ ਆ, ਨਾ ਹੀ ਮੈਂ 5 ਤੱਤ ਆ। ਕਿਉਂ? ਕਿਉਂਕਿ ਮੈਂ ਇੱਕ ਚੇਤਨਾ ਹੈ, ਮੈਂ ਬ੍ਰਹਮ ਦਾ ਇੱਕ ਛੋਟਾ ਜਿਹਾ ਬਿੰਦ ਆ, ਉਸ ਪਰਮਾਤਮਾ ਦਾ। ਜਿੱਦਾਂ ਸਮੁੰਦਰ ਦੀ ਇੱਕ ਬੂੰਦ ਹੈ, ਉਸੇ ਹੀ ਤਰ੍ਹਾਂ ਇਹ ਪਰਮਾਤਮਾ ਦੀ ਆਪਾਂ ਸਾਰੇ ਉਹਦੀ ਬੂੰਦ ਆ। ਪਰ ਅਸੀਂ ਹਉਮੈ ਦੇ ਕਰਕੇ ਕੀ ਕਰਦੇ ਹਾਂ, ਇੱਕ ਆਪਣੀ ਹੋਂਦ ਬਣਾ ਲੈਂਦੇ ਹਾਂ, ਆਪਣੀ ਵੱਖਰੀ ਸਾਰੀ ਪਹਿਚਾਣ ਬਣਾ ਲੈਂਦੇ ਹਾਂ। ਇਸ ਕਰਕੇ ਬ੍ਰਹਮ ਨੂੰ ਆਪਾਂ ਸਾਈਡ ਕਰ ਦਿੰਦੇ ਹਾਂ, ਆਪਾਂ ਹਉਮੈ ਚ ਆ ਕੇ ਮੈਂ ਦੇ ਕਰਕੇ ਭਟਕ ਰਹੇ ਹਾਂ। ਇਹ ਗੱਲ ਜਿਹੜੀ ਹੈ ਸਾਨੂੰ ਬਾਣੀ ਸਿਖਾਏਗੀ, ਔਰ ਇਹ ਚੀਜ਼ ਸੱਚ ਹੈ, ਬਿਲਕੁਲ ਸੱਚ ਹੈ। ਜਦੋਂ ਤੁਸੀਂ ਆਤਮਾ ਨੂੰ ਦੇਖ ਲਿਆ ਤੇ ਘਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਜਿਹੜਾ ਪਰਮਾਤਮਾ ਕਿੱਧਰੇ ਨਹੀਂ ਹੈਗਾ, ਬਾਹਰ ਲੱਭਣ ਦੇ ਨਾਲ ਪ੍ਰਾਪਤ ਨਹੀਂ ਹੋਏਗਾ, ਉਹ ਕੇਵਲ ਮੇਰੇ ਅੰਦਰ ਆ। ਔਰ ਉਸਨੂੰ ਕੇਵਲ ਮੈਂ ਹੀ ਦੇਖ ਸਕਦਾ ਵਾਂ। ਉਹ ਵੀ ਮੈਂ ਉਦੋਂ ਦੇਖ ਸਕਦਾ ਵਾਂ ਜਦੋਂ ਮੈਂ ਹਰ ਇੱਕ ਚੀਜ਼ ਨੂੰ ਕਲੀਅਰ ਕਰ ਦਿੰਦਾ, ਵੱਖ ਕਰ ਦਿੰਦਾ ਆਪਣੇ ਆਪ ਤੋਂ, ਔਰ ਮੈਂ ਆਪਣੇ ਰੂਪ ਚ ਸਥਿਰ ਹੋ ਜਾਂਦਾ, ਉਦੋਂ ਮੈਨੂੰ ਦਿਖਦਾ। ਹਾਂਜੀ ਨਿਜਰ ਸਾਹਿਬ, ਬਿਲਕੁਲ ਸਹੀ ਗੱਲ ਆ। ਔਰ ਉਹਦੇ ਵਾਸਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਬਈ ਜੇ ਭਗਤੀ, ਹੁਣ ਜੇ ਆਪਾਂ ਬਈ ਆਪਾਂ ਆਪਣੀ ਯਸ ਚਾਹੀਦੀ ਆ ਬਈ ਭਗਤੀ ਕਰਨਾ, ਇਸ ਤਰੀਕੇ ਦੇ ਨਾਲ ਭਗਤੀ ਕਰਨਾ ਚਾਹੁੰਦੇ ਆ ਆਪਾਂ ਆਪਣੇ ਅੰਦਰ ਵੜ ਕੇ ਗੁਰੂ ਦੀ ਮੱਤ ਲੈ ਕੇ, ਕਿ ਨਹੀਂ ਚਾਹੁੰਦੇ ਆ, ਇਹ ਆਪਣੇ ਅੰਦਰ ਹੈ ਭਾਈ। ਪ੍ਰਤੀਤ ਹੋਣੀ ਚਾਹੀਦੀ ਹੈ, ਵਿਸ਼ਵਾਸ ਹੋਣਾ ਚਾਹੀਦਾ, ਤਾਂ ਘਰ ਹੀ ਪਰਚਾ ਪਾਏ, ਤਾਂ ਘਰ ਦੇ ਅੰਦਰ ਹੀ ਜਿਹੜਾ ਪਰਮਾਤਮਾ ਪ੍ਰਗਟ ਹੋ ਜਾਏਗਾ ਭਾਈ, ਆਤਮਾ ਪ੍ਰਗਟ ਹੋ ਜਾਏਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਜਿਹੜਾ ਵਿਸ਼ਵਾਸ ਹੈ, ਇਹ ਤੇ ਵਿਸ਼ਵਾਸ ਤੇ ਹੁਣ ਨਿਜਰ ਸਾਹਿਬ ਇਹ ਤੇ
ਤੁਹਾਡੀ ਮਰਜ਼ੀ ਹੈ ਨਾ, ਹਾਂ। ਕੋਈ ਜ਼ਬਰਦਸਤੀ ਥੋੜੀ ਕੀਤੀ ਜਾ ਸਕਦੀ। ਬਿਲਕੁਲ ਵਿਸ਼ਵਾਸ ਆਪਣੀ ਮਰਜ਼ੀ ਹੈ ਇਹ ਤੇ ਉਹ ਕਹਿੰਦਾ ਮਾਨੋ ਤੇ ਗੰਗਾ ਮਾਤਾ, ਮਾਨੋ ਤੇ ਬਹਿਤਾ ਪਾਣੀ। ਤੁਸੀਂ ਮੰਨੋਗੇ ਤੇ ਤੁਹਾਡੇ ਲਈ ਤੇ ਉੱਥੇ ਆਬੇ ਹਯਾ ਵੀ ਪਾਣੀ ਆ। ਤੁਸੀਂ ਉਹ ਤੁਹਾਡੇ ਮੰਨਣ ਤੇ ਡਿਪੈਂਡ ਆ। ਬਿਲਕੁਲ ਬਿਲਕੁਲ। ਪਰ ਕੁਛ ਵੀ ਚੀਜ਼ ਜੇ ਹੋ ਰਹੀ ਹੈ ਤੇ ਉਹਦੇ ਪਿੱਛੇ ਰੀਜ਼ਨ ਹੈ। ਔਰ ਇਹ ਕਨਵਿੰਸ ਕਰਨ ਦੇ ਲਈ ਉਹ ਤੁਹਾਨੂੰ ਆਪਣੇ ਅੰਦਰ ਉਸ ਵਿਵੇਕ ਨੂੰ ਜਗਾਉਣਾ ਪਊਗਾ। ਇਹੋ ਹੀ ਸੱਚ ਹੈ। ਕਿਉਂਕਿ ਦੇਖੋ ਤੁਹਾਡਾ ਮਨ ਜੋ ਤੁਹਾਨੂੰ ਕਰਨ ਵਾਸਤੇ ਕਹਿ ਰਿਹਾ ਹੈ, ਆਪਾਂ ਕਿਤੇ ਡਾਊਟ ਨਹੀਂ ਕਰਦੇ ਤੇ ਵਿਚਾਰੇ ਤੇ। ਆਪਾਂ ਕਿਤੇ ਵੀ ਨਹੀਂ, ਬਾਣੀ ਕਹਿੰਦੀ ਨਹੀਂ ਇਹ ਬੱਚਾ ਹੈਗਾ, ਇੱਥੇ ਸ਼ੱਕ ਕਰ। ਬਿਲਕੁਲ ਇਹ ਤੈਨੂੰ ਗਲਤ ਰਸਤੇ ਤੇ ਨਹੀਂ ਲੈ ਚੱਲਿਆ। ਨਿੱਜਰ ਸਾਹਿਬ ਪੂਰੀ ਵਾਚ ਕਰ ਇਹਦੇ ਉੱਤੇ ਕੀ ਕਰਦਾ ਹੈ। ਪਰ ਆਪਾਂ ਨਹੀਂ ਕਰਦੇ। ਆਪਾਂ ਕਿੱਥੇ ਕਰਦੇ ਹਾਂ? ਕੋਈ ਦੱਸੋ ਤੁਸੀਂ ਕਰਦੇ ਜੋ ਕਿਤੇ ਆਪਣੇ ਮਨ ਨੂੰ ਕਹਿੰਦੇ ਜੀ ਬਈ ਤੂੰ ਗਲਤ ਕੰਮ ਕਰ ਰਿਹਾ? ਆਪਾਂ ਕਹਿੰਦੇ ਨਹੀਂ ਬਈ ਜੋ ਕਹਿ ਰਿਹਾ ਉਹ ਕਹਿੰਦਾ ਫਲਾਨੀ ਜਗ੍ਹਾ ਤੇ ਜਾ, ਉੱਡੇ ਜਾਂਦੇ ਆ। ਉਹ ਕਹਿੰਦਾ ਝਿਮਕੀ ਜਾਂ ਤੇ ਜਾ, ਕਹਿੰਦਾ ਉੱਡੇ ਜਾਂਦੇ ਆ। ਆਪਾਂ ਕਿਤੇ ਨਹੀਂ ਸੋਚ। ਅੱਜ ਇੱਕ ਮੈਨੂੰ ਸਾਧਕ ਦਾ ਫੋਨ ਆਇਆ ਤੇ ਮੈਂ ਹੈਰਾਨ ਹੋ ਗਿਆ। ਉਹ ਚੰਗਾ ਭਲਾ ਸਾਧਕ ਸੀ, ਪਤਾ ਨਹੀਂ ਕਿੱਥੇ ਕਿ ਬਾਬੇ ਕੋਲ ਚਲ ਗਿਆ। ਬੜਾ ਮੈਨੂੰ ਦੁੱਖ ਲੱਗਾ ਯਾਰ, ਇੰਨਾ ਉੱਚਾ ਗਿਆਨ ਮਿਲ ਕੇ ਵੀ ਬੰਦਾ ਇੰਨੀ ਉਚਾਈ ਤੋਂ ਥੱਲੇ ਡਿੱਗ ਗਿਆ। ਕਿੱਡੀ ਵੱਡੀ ਗੱਲ। ਉਹਨੇ ਮਾੜਾ ਮੋਟਾ ਪ੍ਰਚਾਰ ਦੇ ਦਿੱਤਾ, ਨਾ ਪਤਾ ਨਹੀਂ ਕੀ ਉਹਨੂੰ ਝੂਠ ਝਾੜ ਬੋਲਤਾ। ਪਰ ਲੋਕ ਏਦਾਂ ਕਰਦੇ ਨੇ ਵਿਚਾਰੇ। ਇੰਨਾ ਕੱਚਾ 2-2.5 ਸਾਲ ਤੋਂ ਆਪਣੇ ਨਾਲ ਰਹਿੰਦਿਆ, ਹਰ ਦਿਨ ਕਥਾ ਸੁਣਦਾ ਪਿਆ, ਇੱਕ ਬਾਣੀ ਦੀ ਤੁਕ। ਔਰ ਉਸ ਸਾਧਕ ਨੇ ਚੰਗੇ ਭਲੇ ਅਨੁਭਵ ਕੀਤੇ ਆ, ਕਿੰਨੀ ਉਚਾਈ ਤੋਂ ਆ ਕੇ ਡਿੱਗਿਆ। ਅਬ ਜਸਟ ਸੋਚੋ ਸਾਧ ਸੰਗਤ ਜੀ, ਇਹ ਸੱਚ ਆ। ਜਿਹੜਾ ਮਸੰਦਰ ਸੀ ਨਾ, ਜਿਹੜਾ ਜੋਗੀ ਮਸੰਦਰ ਸੀ, ਬੜਾ ਵੱਡਾ ਸੰਤ ਸੀ, ਆਖਰ ਤੇ ਉਹ ਵੀ ਡਿੱਗ ਗਿਆ। ਇਹ ਸੱਚ ਆ। ਬੰਦਾ ਬੜੀ ਉਚਾਈ ਤੱਕ ਡਿੱਗ ਜਾਂਦਾ। ਬਾਣੀ ਚ ਖਾਸ ਕਰਕੇ ਕਿਹਾ, ਜਿੰਨਾ ਤੁਸੀਂ ਅੱਗੇ ਜਾਣਾ ਨਾ, ਰਸਤਾ ਬਹੁਤ ਬਰੀਕ ਹੋ ਜਾਣਾ। ਬਿਲਕੁਲ ਡਿੱਗਣ ਦਾ ਚਾਂਸ ਵੀ ਵੱਧਦਾ ਜਾਣਾ ਜੀ। ਅਜੇ ਸੁਨਾਓ ਸਮੁੰਦ ਮੈਂ ਕਿਆ ਜਾਣਾ ਕਿਆ ਹੋਏ। ਹਾਂ ਇਹ ਪਲੀਜ਼ ਮੈਂ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ, ਮੈਂ ਤੁਹਾਨੂੰ ਪਰਪੱਕ ਕਰਨਾ ਚਾਹੁੰਦਾ, ਜੜਾਉਣਾ ਚਾਹੁੰਦਾ। ਬਾਣੀ ਚ ਲਿਖਿਆ ਜੜਾਓ ਪੱਕਾ ਸੋਲਿਡ, ਕਿਉਂਕਿ ਇਹਦੇ ਮਨ ਚ ਕਨਫਿਊਜ਼ਨ ਨਾ ਰਹਿ ਜੇ। ਆਉਣ ਵਾਲੇ ਸਮੇਂ ਚ ਏਦਾਂ ਦੀ ਸਿਚੁਏਸ਼ਨ ਆਉਣੀ ਹੈ, ਤੁਸੀਂ ਡਿੱਗਿਓ ਨਾ ਪਲੀਜ਼। ਆਪਣੇ ਆਪ ਨੂੰ ਕੈਰੀ ਕਾਊਂਟ ਕਰਿਓ। ਜੋ ਬਾਣੀ ਕਹਿ ਰਹੀ ਆ ਉਸ ਤੇ ਹੀ ਚੱਲਿਓ, ਕਿਤੇ ਉਧਰ ਨਾ ਭਟਕ ਜਾਇਓ। ਭਟਕ ਗਏ ਨਾ ਤੁਸੀਂ, ਆਖਰੀ ਡੰਡੇ ਤੋਂ ਡਿੱਗ ਗਏ ਤੇ ਗਲਤ ਬੱਸ ਚ ਬਹਿ ਗਏ। ਉਹ ਬੱਸ ਉੱਥੇ ਨਹੀਂ ਪਹੁੰਚੂਗੀ ਜਿੱਥੇ ਤੁਸੀਂ ਜਾਣਾ ਹੈ। ਔਰ ਬੱਸ ਕੇਵਲ ਇੱਕ ਹੀ ਜਾ ਸਕਦੀ ਹੈ, ਉਹ ਤੁਸੀਂ ਕਿਸੇ ਦੀ ਬੱਸ ਚ ਨਾ ਬਹਿ ਜਾਓ। ਕੇਵਲ ਆਪਣੀ ਬੱਸ ਤੇ ਵਿਸ਼ਵਾਸ ਕਰਿਓ, ਆਪਣੀ ਬੱਸ ਹੀ ਉੱਥੇ ਲੈ ਕੇ ਜਾਇਓ। ਕੋਈ ਤੁਹਾਨੂੰ ਕੁਛ ਨਹੀਂ ਕਰ ਸਕਦਾ। ਇਸ ਕੇਵਲ ਗੱਲਾਂ ਨੇ, ਠੀਕ ਹੈ ਨਾ ਜੈਸਾ। ਫਿਰ ਉਹ ਕਹਿੰਦੇ ਨੇ ਅੱਗੇ ਚਲੋ, ਕੀ ਕਹਿੰਦੇ, ਆਤਮਾ ਡੋਲ ਨਾ ਡੋਲੇ, ਡੋਲੇ ਹੀ ਗੁਰ ਕੈ ਪਾਏ ਸੁਭਾਏ। ਕਹਿੰਦੇ ਨਹੀਂ ਡੋਲੇਗੀ ਤੇਰੀ ਆਤਮਾ ਪਾਏ। ਮਾਇਆ ਜਿਹੜੀ ਹੈਗੀ ਤੇਰੇ ਉੱਤੇ ਪ੍ਰਭਾਵ ਪਾਉਣਾ ਜਿਹੜਾ ਉਹ ਘਟ ਜਾਏਗਾ। ਮਾਇਆ ਉਸੇ ਵੇਲੇ ਜਿਹੜਾ ਮਾਇਆ ਦਾ ਪ੍ਰਭਾਵ ਜਿਹੜਾ ਹੈਗਾ ਉਹ ਘਟਣਾ ਸ਼ੁਰੂ ਹੋ ਜਾਏਗਾ ਪਾਏ। ਤੇਰੀ ਆਤਮਾ, ਤੇਰਾ ਮਨ ਜਿਹੜਾ ਡੁਲਾਈ ਫਿਰਦਾ ਇੱਧਰ ਉੱਧਰ, ਮਨ ਜਿਹੜਾ ਹੈਗਾ ਟਿਕਣ ਲੱਗ ਜਾਏਗਾ। ਆਤਮਾ ਅਡੋਲ ਨਾ ਡੋਲੇ ਗੁਰ ਕੈ ਪਾਏ ਸੁਭਾਏ। ਪਰ ਕੰਡੀਸ਼ਨ ਹੈਗੀ ਪਾਏ, ਜਿਵੇਂ ਬ੍ਰਹਮ ਗਿਆਨ ਕਹਿ ਰਿਹਾ ਹੈ ਉਸ ਤਰੀਕੇ ਦੇ ਨਾਲ, ਪਿਆਰ ਦੇ ਨਾਲ, ਸੁਭਾਏ ਬਿਲਕੁਲ ਪਿਆਰ ਦੇ ਨਾਲ ਭਗਤੀ ਕਰਨੀ ਪਊਗੀ। ਤੇ ਗੁਣ ਪ੍ਰਗਟ ਕਰਨੇ ਪੈਣੇ ਆ। ਗੁਣ ਵਿਣ ਸਹਿਜ ਨਾ ਆਵੇ। ਜਦ ਤੱਕ ਗੁਣ ਨਹੀਂ ਪੈਦਾ ਹੁੰਦੇ, ਮੇਜਰ ਗੁਣ ਜਿਹੜੇ ਹੈਗੇ ਆ 5 ਗੁਣ ਆ, 5 ਅਵਗੁਣ ਹੈਗੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਆ 5 ਗੁਣ ਹੈਗੇ ਪਾਏ। ਔਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਅਵਗੁਣ ਹੈਗੇ। ਇਹਨਾਂ ਦੇ ਨਾਲ ਹਉਮੈ ਪੈਦਾ ਹੁੰਦੀ ਅਵਗੁਣਾਂ ਦੇ ਨਾਲ। ਆਤਮਾ ਅਡੋਲ ਨਾ ਡੋਲੇ ਗੁਰ ਕੈ ਪਾਏ ਸੁਭਾਏ। ਗੁਣ ਵਿਣ ਸਹਿਜ ਨਾ ਆਵੇ, ਲੋਭ ਮੈਲ ਨਾ ਵਿੱਚੋਂ ਜਾਏ। ਕਹਿੰਦੇ ਗੁਣਾਂ ਤੋਂ ਬਗੈਰ ਸਹਿਜ ਅਵਸਥਾ ਨਹੀਂ ਆਏਗੀ ਭਾਈ। ਜਦ ਤੱਕ ਅਵਗੁਣ ਹੈਗੇ ਆ, ਅਵਗੁਣ ਤਾਂ ਛੱਡਣੇ ਪੈਣੇ ਆ ਭਾਈ। ਆਪਣੇ ਆਪ ਛੁੱਟ ਜਾਣਗੇ ਜੇ ਗੁਣ ਆ ਜਾਣਗੇ ਤੇ ਜੇ ਅਵਗੁਣ ਨਹੀਂ ਛੁੱਟੇ ਤੇ ਫਿਰ ਉਹਨਾਂ ਦਾ ਅਟਰੈਕਸ਼ਨ ਹੈਗਾ, ਉਹਨਾਂ ਦੇ ਵਿੱਚ ਸਵਾਦ ਪਏ ਹੋਏ ਆ, ਲੋਭ ਆ, ਲਾਲਚ ਹੈਗਾ। ਇਹ ਮੈਲ ਮਨ ਤੋਂ ਉਤਰਨੀ ਨਹੀਂ ਹੈ। ਲੋਭ ਮੈਲ ਨਾ ਵਿੱਚੋਂ ਜਾਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਦ ਤੱਕ ਚੰਗੇ ਗੁਣ ਨਹੀਂ ਪੈਦਾ ਹੁੰਦੇ, ਉਹਨਾਂ ਚਿਰ ਤੱਕ ਜਿਹੜਾ ਭਰਮ ਆ, ਅਗਿਆਨ, ਉਹ ਦੂਰ ਨਹੀਂ ਹੋਵੇਗਾ। ਕਹਿਣ ਤੋਂ ਭਾਵ ਜਦੋਂ ਫੁੱਲ ਲੱਗਣਗੇ ਫਿਰ ਫਲ ਵੀ ਲੱਗਣਗੇ। ਤੇ ਚੰਗਿਆਈ ਤੇਰੇ ਅੰਦਰੋਂ ਜਦੋਂ ਆਈ ਤੇ ਬੁਰਾਈ ਨੇ ਹੀ ਚੰਗਿਆਈ ਦਾ ਰੂਪ ਅਖਤਿਆਰ ਲੈਣਾ ਹੈ। ਦੇਖੋ ਇੱਕ ਨੈਗੇਟਿਵ ਪੋਜ਼ਿਟਿਵ ਦੋਨੋਂ ਇਕੱਠੇ ਨੇ, ਠੀਕ ਹੈ ਨਾ ਜੈ ਸਾਹਿਬ। ਅੱਗੇ ਚੱਲੀਏ। ਖਿਨ ਪਲ ਹਰ ਨਾਮ ਮਨ ਵਸੈ, ਸਭ 68 ਤੀਰਥ ਨਾਏ। ਕਹਿੰਦੇ ਇੱਕ ਖਿਨ ਵਾਸਤੇ ਜਿਹੜਾ ਹੈਗਾ ਮਨ ਤੇਰਾ ਅਡੋਲ ਹੋ ਜਾਏ ਨਾ, ਨਾਮ ਮਨ ਦੇ ਵਿੱਚ ਵਸ ਗਿਆ ਨਾ, ਤੇ 68 ਤੀਰਥਾਂ ਦਾ ਨਹਾਉਣਾ ਇੰਨਾ ਜਿਹੜਾ ਤੇਰੇ 68 ਤੀਰਥ ਨਾਲੇ ਤੂੰ
ਸੱਚੇ ਮੈਲ ਨਾ ਲੱਗੇ ਮਨ ਲਾਗੇ ਦੂਜੇ ਪਾਏ। ਕਹਿੰਦੇ ਸੱਚ ਦੇ ਨਾਲ ਜੁੜ ਗਿਆ ਤੇ ਮੈਲ ਹੋਰ ਲੱਗਣੀ ਬੰਦ ਹੋ ਜਾਏਗੀ ਪਿਆਰਿਆ। ਮੈਲ ਲੱਗਦੀ ਤਾਂ ਆ ਜੇ ਆਪਾਂ ਕੱਚ ਦੇ ਨਾਲ, ਡੁਅਲਿਟੀ ਦੇ ਨਾਲ, ਜੇ ਆਪਾਂ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਆਪਣੇ ਅੰਦਰ ਜਿਹੜੇ ਹੈਗੇ ਪਰਚਾ ਨਹੀਂ ਪਾਉਂਦੇ, ਤੇ ਮੈਲ ਲੱਗਦੀ ਹੈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਉਹ ਕਹਿੰਦੇ ਨੇ ਜਦੋਂ ਤੁਸੀਂ ਸੱਚਾ ਜੀਵਨ ਬਤੀਤ ਕਰੋਗੇ ਤੇ ਤੁਹਾਡੇ ਜੀਵਨ 'ਚ ਮੈਲ ਨਹੀਂ ਆਵੇਗੀ। ਕਿੱਥੋਂ ਆਜੂਗੀ? ਜੇ ਤੁਸੀਂ ਸੱਚ ਦੇ ਨਾਲ ਚੱਲੋਗੇ। ਮੈਲ ਤੇ ਝੂਠ ਨਾਲ ਹੀ ਲੱਗਣੀ ਹੈ ਨਾ। ਬਿਲਕੁਲ। ਚਿੱਕੜ 'ਚ ਹੱਥ ਪਾਓਗੇ ਤੇ ਤੁਹਾਡੇ ਹੱਥ ਗੰਦੇ ਹੋ ਜਾਣੇ ਆ। ਤੇ ਜਦੋਂ ਸੱਚ ਤੇ ਚਿੱਕੜ ਨਹੀਂ ਹੋ ਤੇ ਸੱਚ ਹੈ। ਦੇਖੋ ਸੱਚ ਤੁਸੀਂ ਬੋਲ ਦੋ, ਗੱਲ ਖਤਮ ਹੋ ਗਈ। ਝੂਠ ਬੋਲ ਕੇ ਦੇਖ ਲਓ, ਮੁਸੀਬਤ ਪੈ ਜਾਣੀ ਆ। ਝੂਠ ਤੇ ਝੂਠ ਹੀ ਰਹਿਣਾ ਵੀਰ ਜੀ, ਸੱਚ ਨਹੀਂ ਹੋ ਜਾਣਾ। ਗੋਰਕੀ ਸਾਹਿਬ, ਜਿਹੜਾ ਝੂਠ ਹੈਗਾ ਨਾ, ਇਹੀ ਤਾਂ ਮੈਲ ਹੈਗੀ ਗੋਰਕੀ ਸਾਹਿਬ। ਸੱਚ ਮੈਲ ਹੀ ਝੂਠ ਦੀ ਹੈ, ਹੋਰ ਮੈਲ ਕਾਹਦੀ ਆ? ਹਾਂਜੀ, ਮੈਲ ਤੇ ਝੂਠ ਦੀ ਹੈ ਨਾ। ਨਾਲੇ ਨਜਰ ਸਾਹਿਬ ਝੂਠ ਨੇ ਅੱਜ ਨਹੀਂ ਤੇ ਕੱਲ ਨੂੰ ਪ੍ਰਗਟ ਹੋ ਜਾਣਾ ਜੇ। ਇਹ ਵੀ ਪੰਗਾ। ਹਾਂ, ਤੁਸੀਂ ਨਕਲੀ ਸਾਈਨ ਕਰ ਲਓ ਜਦ ਤੱਕ ਸੰਸਾਰ ਤੇ ਤੁਸੀਂ ਹੈਗੇ ਜੋ, ਤੁਹਾਡੇ ਦਿਲ 'ਚ ਤਾਂ ਹੈਗਾ ਨਾ। ਬਿਲਕੁਲ। ਇੱਥੇ ਨਕਲੀ ਸਾਈਨ ਕੀਤੇ ਆ, ਮਨ ਤੇ ਬੋਝ ਤੇ ਹੈਗਾ ਨਾ। ਚੋਰੀ ਦੀ ਗੱਡੀ ਲਿਆਓ 50-60 ਲੱਖ ਦੀ, ਤੁਹਾਨੂੰ 5-6 ਲੱਖ ਦੀ ਮਿਲ ਜਾਣੀ ਆ। ਪਰ ਸੱਜਣਾ ਤੇਰੇ ਅੰਦਰ ਆਵਾਜ਼ ਤੇ ਆਉਂਦੀ ਰਹਿਣੀ ਨਾ, ਗੱਡੀ ਚੋਰੀ ਦੀ ਆ। ਤੇਰੀ ਆਤਮਾ ਤੇ ਬੋਝ ਤੇ ਹੈਗਾ ਨਾ। ਬਿਲਕੁਲ। ਹਾਂ, ਉਹ ਮੈਲ ਲੱਗ ਰਹੀ। ਹੋਰ ਕੀ ਲੱਗ ਰਹੀ? ਮੈਲ ਕਾਹਦੀ ਹੈ? ਇਹੋ ਹੀ ਆ। ਬਾਰ-ਬਾਰ ਉਹਨਾਂ ਬੁਰੇ ਕਰਮਾਂ ਨੂੰ ਯਾਦ ਕਰ ਕਰਕੇ ਫਿਰ ਮਨ ਤੇ ਬਹੁਤ ਦਬਾਅ ਪੈਂਦਾ। ਤੁਸੀਂ ਵੇਖਿਆ ਨੀ, ਉਹ ਕਿਤੇ ਇੱਕ ਤੁਹਾਡੀ ਗੱਡੀ ਦੀ ਕਪੈਸਿਟੀ ਹੈ, ਮੰਨ ਲਓ ਕੁਇੰਟਲ 2 ਕੁਇੰਟਲ ਵਜਨ ਚੁੱਕਣਾ, ਪਰ ਲੋਡ ਤੋਂ ਜ਼ਿਆਦਾ ਵਜਨ ਪਾਓਗੇ, ਗੱਡੀ ਫਿਰ ਕਿੱਦਾਂ ਚੱਲੂਗੀ? ਬੜੀ ਮੁਸ਼ਕਿਲ ਹੋਈ ਨਹੀਂ ਹੈ। ਇਸੇ ਹੀ ਤਰ੍ਹਾਂ ਮਨ ਬੰਦੇ ਦਾ ਬਹੁਤ ਥੱਲੇ ਨੱਪਿਆ ਜਾਂਦਾ, ਫਿਰ ਬੰਦੇ ਦਾ ਜੀਵਨ ਨਿੱਜੇ ਸਭ ਬਹੁਤ ਘਟੀਆ ਹੋ ਜਾਂਦਾ ਵਾ। ਬਿਲਕੁਲ। ਉਹਨੇ ਗੰਦ ਮੱਦ ਬੜਾ ਚੁੱਕ ਲਿਆ ਉੱਤੇ। ਹੁਣ ਮੇਰੇ ਤੇ, ਮੈਨੂੰ ਆਪਣਾ ਵਜਨ ਚੁੱਕਣਾ ਤੇ ਮੈਨੂੰ ਬਹੁਤ ਆਸਾਨ ਹੈ। ਸੱਚ ਤੇ ਮਤਲਬ ਮੇਰਾ ਆਪਣਾ ਵਜਨ। ਤੇ ਜਦੋਂ ਮੈਂ ਝੂਠ ਦਾ ਵਜਨ ਚੁੱਕੀ ਜਾਵਾਂ ਤੇ ਨਿੱਜੇ ਸਾਹਿਬ ਗੋਡਿਆਂ ਨੇ ਜਵਾਬ ਤੇ ਦੇ ਹੀ ਜਾਣਾ ਇੱਕ ਦਿਨ। ਹਾਂਜੀ, ਔਰ ਫਾਈਨਲੀ ਜਿਹੜਾ ਹੈਗਾ ਉਮਰ ਖਤਮ ਹੋ ਜਾਣੀ ਹੈ, ਔਰ ਜਿਹੜਾ ਹੈਗਾ ਆਪਾਂ ਡੁੱਬ ਜਾਣੀ ਹੈ ਆਪਣੀ ਕਿਸ਼ਤੀ ਇੱਥੇ ਸੰਸਾਰ ਸਮੁੰਦਰ ਦੇ ਵਿੱਚ, ਜੂਨਾਂ ਦੇ ਵਿੱਚ। ਹਾਂ, ਪਰ ਲੋਕ ਕਹਿੰਦੇ ਨਹੀਂ ਇਹੋ ਜਿਹਾ ਵਜਨ ਸਾਨੂੰ ਦੇ ਦਿਓ, ਬਹੁਤ ਵਧੀਆ। ਬਾਣੀ ਕਹਿੰਦੀ ਨਹੀਂ, ਇਹ ਕੋਈ ਚੰਗੀ ਚੀਜ਼ ਨਹੀਂ ਹੈ। ਉਹ ਗਲਤ ਚੀਜ਼ ਨੂੰ ਹੱਥ ਪਾ ਰਿਹਾ। ਕਹਿਣ ਤੋਂ ਭਾਵ ਆ ਕਿ ਇੱਕ ਬੰਦੇ ਦੀ ਤੰਦਰੁਸਤੀ, ਉਹਦੀ ਸਿਹਤ ਹੋਵੇ ਤੇ ਉਹ ਗੰਦਮੰਦ ਖਾਈ ਜਾਵੇ, ਔਰ ਅੱਜ ਨਹੀਂ ਤੇ ਕੱਲ ਨੂੰ ਉਹਦੇ ਲੀਵਰ ਨੇ ਬਹਿ ਜਾਣਾ। ਹੁਣ ਸ਼ਰਾਬੀ ਬੰਦਾ ਵੇਖੋ, ਸ਼ਰਾਬ ਪੀ ਲਗਾ, ਇੰਜੋਏ ਤੇ ਬਹੁਤ ਕਰਦਾ, ਪਰ ਇੱਕ ਸਮਾਂ ਆਊਗਾ ਉਹ ਜਿਹੜੀ ਗਲਤ ਸਰੀਰ ਦੀ ਦੁਰਵਰਤੋਂ ਕੀਤੀ ਹੈ, ਉਹਦੇ ਸਰੀਰ ਨੇ ਭਰਵਾਈ ਕਰਨੀ ਹੈ ਉਹਦੀ। ਔਰ ਇਹ ਚੀਜ਼ਾਂ ਮੈਂ ਦੇਖੀਆਂ। ਚਲੋ ਠੀਕ ਹੈ, ਤੁਸੀਂ ਆਪਣੀ ਲਿਮਟ ਨਾਲ ਕਿਸੇ ਚੀਜ਼ ਨੂੰ ਕਰ ਸਕਦੇ, ਪਰ ਕਈ ਬੰਦੇ ਜਿਹੜੇ ਹਟਦੇ ਹੀ ਨਹੀਂ, ਫਿਰ ਉਹ ਮਸ਼ੀਨ ਸਾਰੀ ਖਰਾਬ ਕਰ ਲੈਂਦੇ। ਤੁਸੀਂ ਆਪਣੀ ਗੱਡੀ 'ਚ ਵੇਖੋ, ਪੈਟਰੋਲ ਦੀ ਜਗ੍ਹਾ ਡੀਜ਼ਲ ਪਾਉਂਦੇ ਜੋ? ਨਾ, ਨਹੀਂ। ਪਵਾ ਲੈਂਦੇ ਜੋ? ਨਹੀਂ। ਇਸੇ ਹੀ ਤਰ੍ਹਾਂ ਇਹ ਸਰੀਰ ਦੇ ਵਿੱਚ ਤੁਸੀਂ ਕੋਲਡ ਡਰਿੰਕ ਨਹੀਂ ਵਾੜ ਸਕਦੇ। ਇੰਨਾ ਨਾਜ਼ੁਕ ਮਸ਼ੀਨ ਹੈ, ਇੰਨੀ ਡੈਲੀਕੇਟਡ ਮਸ਼ੀਨ ਹੈ, ਔਰ ਆਪਾਂ ਉਹ ਦੂਜੀਆਂ ਚੀਜ਼ਾਂ ਵਿੱਚ ਪਦਾਰਥ ਵਾੜਦੇ ਹਾਂ ਤੇ ਕੀ ਹੋਊਗਾ? ਲੋਕੀ ਧੂੰਆਂ ਵਾੜੀ ਜਾਂਦੇ ਆ। ਫਿਰ ਅੱਜ ਮੈਂ ਉੱਥੇ ਇੱਕ ਮੁੰਡਾ ਸਾਡਾ ਨਸ਼ਾ ਕਰਦਾ ਸੀ ਤੇ ਉਹਨੂੰ ਮਿਲਣ ਗਿਆ, ਤੇ ਉੱਥੇ ਬੜੀਆਂ ਕੈਂਸਰ ਦੀਆਂ ਫੋਟੋਆਂ ਲੱਗੀਆਂ ਤੇ ਟੇਢੇ ਮੇਢੇ ਬੁੱਲ ਬੱਲ ਬਣੇ। ਤੇ ਮੈਂ ਇਹ ਤੇ ਸਿਗਰਟ ਦੇ ਉੱਤੇ ਵੀ ਲਿਖੇ ਹੁੰਦੇ ਆ, ਫਿਰ ਵੀ ਇਨਸਾਨ ਕਿਹੜਾ ਕਹਿੰਦਾ ਨਹੀਂ ਪੀਣੀ? ਪੀ ਲੈਂਦਾ। ਬਿਲਕੁਲ। ਇਨਸਾਨ ਏਦਾਂ ਵਾ। ਬਾਣੀ ਕਹਿੰਦੀ ਜੰਨਤ ਵੀ ਔਗਣ ਕਰੇ, ਹਾਥ ਦੀਪਕ ਖੂਹੇ ਪੈਰ ਤੇਰੇ। ਕਿੱਦਾਂ ਦਾ ਇਨਸਾਨ ਆ? ਵੇਖ ਲਓ, ਉਹਨਾਂ ਨੂੰ ਕਹੋ ਕਿ ਆ ਦੇਖੋ ਇੱਥੇ ਤੇ ਕੈਂਸਰ ਲਿਖੀ ਆ। ਉਹ ਕਹਿੰਦਾ ਛੱਡੋ ਖੜਾ ਜੀ, ਤੇ ਐਵੇਂ ਲਾ ਕੇ ਸਰਕਾਰ ਨੇ ਫੋਟੋ, ਹੁੰਦਾ ਕੁਛ ਨੀ ਹੈ। ਜਦੋਂ ਕਹੀਏ ਕਿ ਭਾਈ ਤੂੰ ਏਦਾਂ ਕਰ, ਤੈਨੂੰ ਪਿਆਰ ਨਾਲ ਸਮਝਾਉਣਾ, ਐ ਸਾਡੇ ਅੰਮ੍ਰਿਤਸਰ ਇੱਥੇ ਹਸਪੀਟਲ ਹੈਗਾ, 2 ਮਿੰਟ ਗੇੜਾ ਮਾਰ ਕੇ ਆ ਜਾ। ਆਹੋ, ਤੈਨੂੰ ਪਤਾ ਲੱਗ ਜਾਊ ਕਿ ਜਿਹੜੇ ਕੈਂਸਰ ਪੇਸ਼ੈਂਟ ਆ, ਕਿੰਨੇ % ਜਿਹੜੇ ਆ ਤੰਬਾਕੂ ਕਰਕੇ ਸਫਰਿੰਗ ਹੋ ਰਹੇ। ਤੈਨੂੰ ਪਤਾ ਲੱਗ ਜਾਊਗਾ। ਪਰ ਨਹੀਂ, ਏਦਾਂ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਉਹਦੇ ਮਨ 'ਚ ਪਾਇਆ ਵਾ ਕਿ ਗੌਰਮੈਂਟ ਚਾਹੁੰਦੀ ਕਿ ਨਾ ਸਿਗਰਟ ਪੀਓ, ਇਸ ਕਰਕੇ ਲਿਖਿਆ, ਫੋਟੋਆਂ ਲਾਈਆਂ, ਪਰ ਰਿਐਲਿਟੀ 'ਚ ਏਦਾਂ ਦਾ ਕੁਛ ਨੀ ਗਾ। ਪਤਾ ਨੂੰ ਹੈਗਾ ਰਿਐਲਿਟੀ ਆ, ਪਰ ਉਹ ਬਿਲੀਵ ਨਹੀਂ ਕਰਨਾ ਚਾਹੁੰਦਾ। ਹਾਂਜੀ ਨਜਰ ਸਾਹਿਬ। ਔਰ ਇਹ ਮੈਲ ਜਿਹੜੀ ਵਿਚਾਰਾਂ ਦੀ ਮੈਲ ਹੈਗੀ ਆ, ਮਨ ਦੇ ਉੱਤੇ ਲੱਗੀ ਹੋਈ ਆ। ਧੋਤੀ ਮੂਲ ਨਾ ਉਤਰੈ, ਜੇ 68 ਤੀਰਥ ਨਾ ਆਏ। ਕਹਿੰਦੇ ਭਾਈ, ਇਹ ਬਾਹਰ ਧਿਆਨ ਸਿਮਰਨ ਤੋਂ ਇਲਾਵਾ ਅੰਦਰ ਬੜੇ ਬਗੈਰ, ਜਿਹੜਾ ਹੈਗਾ ਘਰ ਦੇ ਵਿੱਚ ਪਰਚਾ ਪਾਏ ਬਗੈਰ, ਇਹ ਮੈਲ ਨਹੀਂ ਉਤਰ ਸਕਦੀ। ਭਾਵੇਂ ਤੂੰ ਜਿੱਥੇ ਮਰਜੀ ਚਲੇ ਜਾ, ਜਿਹੇ ਮਰਜੀ ਧਰਮ ਦੇ ਉੱਤੇ ਕਰਮ ਕਾਂਡ ਕਰ ਲਾ, ਜਿਹੇ ਮਰਜੀ, ਜੋ ਮਰਜੀ ਨਾ ਲਾ, ਜਿੱਥੇ ਮਰਜੀ ਜੋ ਮਰਜੀ ਕਰਮ ਕਾਂਡ ਕਰ ਲਾ, ਇਹ ਮਨ ਦੀ ਮੈਲ ਨਹੀਂ ਉਤਰੇਗੀ, ਸਗੋਂ ਚੜ੍ਹ ਜਾਏਗੀ।
ਮਨਮੁਖ ਕਰਮ ਕਰੇ ਅਹੰਕਾਰੀ। ਫਿਰ ਦੇਖ ਲਓ ਬਈ ਰੱਬ ਦੇ ਰਸਤੇ ਧਰਮ ਦੇ ਰਸਤੇ 'ਤੇ ਵੀ ਹੈਗੇ ਆ ਅਤੇ ਆਪਾਂ ਮਨ ਦੇ ਨਾਲ ਚੱਲਦੇ ਹਾਂ। ਭਾਈ ਇੰਨਾ ਕਰ ਲਓ, ਸਵੇਰੇ ਉੱਠ ਕੇ ਨਾਲੇ ਤੋਲੇ ਸਾਰਾ ਕਰਕੇ ਪੂਜਾ ਪਾਠ ਕਰ ਲਿਆ ਜੀ, ਹੋ ਗਈ ਭਗਤੀ ਬਸ। ਅਤੇ ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੂੰ ਮਨ ਦੇ ਨਾਲ ਚੱਲ ਰਿਹਾ ਹੈ ਪਿਆਰਿਆ। ਉਹ ਜਿਹੜੇ ਤੂੰ ਪੂਜਾ ਪਾਠ ਕਰ ਰਿਹਾ, ਜਿਹੜੀ ਤੂੰ ਬਾਣੀ, ਜਿਹੜੀ ਬ੍ਰਹਮ ਬਾਣੀ ਉਹਨੂੰ ਵਾਚ ਰਿਹਾ ਆ, ਉਹਦਾ ਪਾਠ ਕਰ ਰਿਹਾ ਆ, ਕਦੀ ਉਹਨੂੰ ਵੀ ਦੇਖ ਲਾ ਵੀ ਉਹ ਕੀ ਕਹਿ ਰਹੀ ਆ। ਉਹ ਤਾਂ ਕਹਿ ਰਹੀ ਹੈ ਮਨਮੁਖ ਕਰੇ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਉਹ ਤਾਂ ਕਹਿ ਰਹੀ ਹੈ ਧੋਤੀ ਮੂਲ ਨਾ ਉਤਰੇ, ਜੇ 68 ਤੀਰਥ ਨਾ ਆਏ। ਨਾਨਕ ਮੈਲਾ ਉਜਲ ਤਾਂ ਥੀਏ, ਜਾਂ ਸਤਿਗੁਰ ਮਾਹੇ ਸਮਾਏ। ਸਤਿਗੁਰੂ ਕੀ ਹੈ? ਜੇ ਆਪਾਂ ਕਹੀਏ ਹੁਣ ਜੇ ਇਹ ਬਾਣੀ ਨੂੰ ਆਪਾਂ ਸਤਿਗੁਰੂ ਮੰਨੀਏ ਅਤੇ ਭਾਈ ਫਿਰ ਇਹਦੇ ਵਿੱਚ ਸਮਾਉਣਾ ਕੀ ਹੋਇਆ? ਇਹਦੇ ਵਿੱਚ ਸਮਾਉਣਾ ਹੈਗਾ ਭਾਈ ਇਹ ਕੀ ਕਹਿ ਰਿਹਾ, ਪੂਰੀ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਲੱਗ ਜਾਏ, ਇਹਨੂੰ ਚੰਗੀ ਤਰ੍ਹਾਂ ਵਿਚਾਰ ਲਈਏ, ਇਹ ਮੱਤ ਆਪਣੇ ਕੋਲ ਆ ਜਾਏ ਬਈ ਇਸ ਤਰੀਕੇ ਦੇ ਨਾਲ ਮੈਲ ਉਤਰ ਸਕਦੀ ਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਕਲੀਅਰ ਕਰਤਾ ਉਹਨਾਂ ਨੇ। ਦੇਖੋ ਜੀ, ਧੋਤੀ ਮੂਲ ਨਾ ਉਤਰੇ, ਜੇ 8 ਤੀਰਥ ਨਾ ਆਏ। ਪਰ ਦਰਬਾਰ ਸਾਹਿਬ ਤੁਸੀਂ ਜਾਓਗੇ, ਦੁੱਖ ਭੰਜਣੀ ਬੇਰੀ ਦੇ ਉਰਲੇ ਬੰਨੇ ਇੱਕ ਪੱਥਰ ਲੱਗਾ ਹੋਇਆ, ਉੱਥੇ ਲਿਖਿਆ ਹੈ ਪਤਾ ਨਹੀਂ ਕਿੰਨੇ ਤੀਰਥਾਂ ਦੇ ਜਿਹੜਾ ਇਸ਼ਨਾਨਾਂ ਦਾ ਫਲ ਇੱਥੇ ਨਹਾਉਣ ਤੇ ਪ੍ਰਾਪਤ ਹੁੰਦਾ। ਬਿਲਕੁਲ ਲੱਗਾ ਜੀ। ਹੁਣ ਤਾਂ ਪਤਾ ਨਹੀਂ ਲਾ ਤਾਂ ਗੋਇੰਦਵਾਲ ਸਾਹਿਬ ਨਹੀਂ ਲੱਗਾ ਹੋਣਾ, ਨਿੱਜਰ ਸਾਹਿਬ ਗੋਇੰਦਵਾਲ ਸਾਹਿਬ ਵੀ ਵੇਖੋ ਕਿੰਨੇ ਲੋਕ ਇੱਥੇ ਪਾਠ ਕਰਨ ਦੇ। ਆਪਾਂ ਘੱਟ ਆ, ਆਪਾਂ ਹੋਰ ਵਾਂ ਪਹੁੰਚੇ ਹੋਏ ਆ। ਉੱਥੇ ਵੇਖੋ ਲੋਕੀ 84 ਕੱਟਦੇ ਆਪਣੀ। ਤੁਸੀਂ ਜਾ ਕੇ ਕਹੋ ਆ ਬਾਣੀ ਦੇ ਵਿੱਚ ਤੁਕ ਲਿਖੀ ਆ, ਉਹ ਕਹਿੰਦੇ ਨਹੀਂ ਜੀ ਏਦਾਂ ਦਾ ਕੁਛ ਨਹੀਂ ਲਿਖਿਆ। ਤੁਸੀਂ ਦੇਖੋ ਆ ਵੇਖੋ ਬਈ ਅੰਗ ਨੰਬਰ ਹੈਗਾ। ਤੁਸੀਂ ਪਲੀਜ਼ ਕਿਸੇ ਨੂੰ ਟਰਾਈ ਕਰਕੇ ਦੇਖੋ। ਤੁਸੀਂ ਮੈਂ ਕਹਿੰਦਾ ਜਾਨ 95 ਬੰਦੇ ਆਪਾਂ ਹੀ ਸੁਧਰ ਜਾਈਏ ਤੇ ਬੜੀ ਵੱਡੀ ਗੱਲ ਹੈ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਔਖਾ ਕੰਮ ਹੈ, ਬਹੁਤ ਔਖਾ। ਬਾਣੀ ਕਹਿਤਾ ਨਾ, ਤੁਸੀਂ ਮੰਨਣਾ ਹੀ ਨਹੀਂ। ਜਾਓ ਮੈਂ ਚੈਲੰਜ ਕਰਦਾ ਜੀ। ਕਿਹੜੇ ਪਾਤਸ਼ਾਹ ਦੀ ਬਾਣੀ ਨਿਜਰ ਸਾਹਿਬ? ਇਹ ਤੀਸਰੀ ਪਾਤਸ਼ਾਹ ਦੀ ਗੁਰੂ ਅਮਰਦਾਸ। ਚੈਲੰਜ ਮੈਂ ਕਰ ਦਿੰਦਾ, ਮੈਂ ਚੈਲੰਜ ਕਰਦਾ। ਆਪਾਂ 95 ਬੰਦੇ 96 ਹੋ ਗਏ ਜੋ ਆਪਾਂ ਹੀ ਨਹੀਂ ਮੰਨਣਾ, ਕਿਸੇ ਨੇ ਕੀ ਮੰਨਣਾ? ਔਖਾ। ਬਾਣੀ ਕਹਿੰਦੀ ਆਖਣਾ ਔਖਾ ਸੱਚਾ ਨਾਉ। ਬਾਣੀ ਚ ਲਿਖੀਆਂ ਗੱਲਾਂ ਪਰ ਅਸੀਂ ਮੰਨਦੇ ਹੀ ਨਹੀਂ ਆ, ਬਿਲਕੁਲ ਨਹੀਂ ਮੰਨਦੇ। ਕਿਉਂਕਿ ਕਰਮ ਕਾਂਡ ਕਰਨਾ ਬੜਾ ਸੌਖਾ। ਹੁਣ 84 ਕੱਟਣੀ, ਮੇਰੇ ਜਾਊ 84 ਤੇ ਉਹ ਪਾਠ ਪੂਠ ਕਰੂਗਾ, 84 ਕੱਟੀ ਗਈ, ਫਿਰ ਅੱਗੇ ਵੇਖੀ ਜਾਊਗੀ, ਫਿਰ ਨਾ ਜਾਵਾਂਗੇ 5-6 ਸਾਲ ਬਾਅਦ। ਹਰੇਕ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰੋ ਤੇ ਫਿਰ ਥੋੜਾ ਜਿਹਾ ਥੱਲੇ ਜਾ ਕੇ ਫਿਰ ਇਸ਼ਨਾਨ ਕਰ ਲਓ, ਫਿਰ ਗੁੜ ਖਾ ਲਓ, ਥੋੜੀ ਜਿਹੀ ਗਰਮੀ ਆ ਜਾਊਗੀ, ਫਿਰ ਪਾਠ ਕਰ ਲਓ, ਅਗਲੀ ਪੌੜੀ ਤੇ ਚਲੇ ਜਾਓ, 84 ਪਾਠ ਕਰੋ ਜਪਜੀ ਸਾਹਿਬ ਦੇ। ਨਹੀਂ ਨਿੱਜਰ ਸਾਹਿਬ ਆਪ ਸੋਚੋ ਕਿਹੜਾ ਪਰਮਾਤਮਾ ਹੋਊ ਜਿਹੜਾ ਏਦਾਂ ਦੇ ਚੀਜ਼ਾਂ ਚ ਸਾਡਾ ਉਹ 84 ਕੱਢ ਦੂ। ਦੱਸੋ ਮੈਨੂੰ ਇਹ ਸਮਝਾਓ ਕਿਹੜਾ ਪਰਮਾਤਮਾ ਹੋਊਗਾ? ਨਹੀਂ ਇਹ ਗੋਰੀ ਸਾਹਿਬ ਮੈਂ ਤਾਂ ਇੱਕ ਚੀਜ਼ ਜਾਣਦਾ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿਖਾ ਦਿਓ ਨਾ ਸਾਨੂੰ, ਫਿਰ ਤਾਂ ਅਸੀਂ ਉੱਥੇ ਹੀ ਡੇਰਾ ਲਾ ਲੈਂਦੇ ਹਾਂ। ਭਾਈ ਦਿਖਾਓ ਤਾਂ ਸਹੀ ਨਾ ਸਾਨੂੰ। ਗੁਰੂ ਗ੍ਰੰਥ ਸਾਹਿਬ ਤੇ ਲਿਖ ਨਹੀਂ ਸਕਦੇ, ਪੰਗਾ ਤੇ ਉਹ ਬ੍ਰਹਮ ਗਿਆਨੀਆਂ ਲਿਖਿਆ। ਹਾਂ ਬਸ ਆਹੀ ਗੱਲ ਹੈ ਗੋਰਖੀ ਸਾਹਿਬ, ਇਹੀ ਗੱਲ ਹੈ। ਉਹ ਕਹਿੰਦੇ ਆ ਦੇਖ ਲਓ ਸਾਧ ਸੰਗਤ ਜੀ, ਗੱਲ ਫਿਰ ਲੰਬੀ ਚੌੜੀ ਹੋ ਜਾਂਦੀ ਆ। ਜੋ ਬਾਣੀ ਕਹਿੰਦੀ ਜੈਸੀ ਆਵੇ ਖਸਮ ਕੀ ਬਾਣੀ ਤੈਸਾ ਕਰਾਵੇ, ਤੈਸੜਾ ਕਰੀ ਗਿਆਨ ਵੇ ਲਾ ਲਓ। ਹਾਂਜੀ ਜੈਸੀ ਆਉਂਦੀ ਆ ਬਾਣੀ ਕਹਿੰਦੀ ਆ ਤੁਰ ਕੀ ਆਈ ਬਾਣੀ ਤੈਨੂੰ ਸਗਲੀ ਚਿੰਤ ਮਟਾਈ। ਤੁਰਦੀ ਆਈ ਸੱਚ ਦੀ ਬਾਣੀ, ਜੋ ਸੱਚ ਕਹਿ ਰਿਹਾ, ਜੋ ਸੱਚ ਸਾਨੂੰ ਵੇਖਣ ਵਾਸਤੇ ਕਹਿ ਰਿਹਾ, ਜੋ ਸੱਚ ਸਾਨੂੰ ਕਰਨ ਵਾਸਤੇ ਕਹਿ ਰਿਹਾ, ਜੋ ਸੱਚ ਸਾਨੂੰ ਦਿਖਾ ਰਿਹਾ। ਤੇ ਸੱਚ ਤੇ ਕਹਿੰਦਾ ਹੈ ਕਿ ਤੂੰ ਜਿੱਥੇ ਕੰਮ ਕਰ ਰਿਹਾ ਨਾ, ਕੰਮ ਹੋਰ ਜਗ੍ਹਾ ਤੇ ਕਰਨਾ ਹੀ, ਤੂੰ ਗਲਤ ਜਗ੍ਹਾ ਤੇ ਕੰਮ ਕਰ ਰਿਹਾ। ਪੰਗਾ ਇੰਨਾ ਵਾ। ਬਿਲਕੁਲ ਸਹੀ ਗੱਲ। ਕਿਉਂਕਿ ਤੇਰੀ ਮੈਲ ਨਹੀਂ ਉਤਰ ਰਹੀ। ਔਰ ਜੇ ਤੂੰ ਆਪਣੇ ਆਪ ਨੂੰ ਬੇਵਕੂਫ ਬਣਾਉਣਾ ਚਾਹੁੰਦਾ ਹੈ ਤੇ ਸੱਜਣਾ ਤੇਰੀ ਮਰਜ਼ੀ ਹੈ। ਕਿਉਂਕਿ ਖਾਣਾ ਨਹੀਂ ਖਾਣਾ, ਜੇ ਤੂੰ ਖਾ ਰਿਹਾ ਹੈ ਤੂੰ ਕਹਿੰਦੇ ਆ ਤੇਰੇ ਔਗਣ ਤੇਰੇ ਤੋਂ ਦੂਰ ਹੋਣੇ ਚਾਹੀਦੇ ਸੀ। ਔਰ ਦਇਆ ਸੰਤੋਖ ਉਹ ਗੁਣ ਤੇਰੇ ਚੋਂ ਹੋਣੇ ਚਾਹੀਦੇ ਸੀ। ਪਰ ਤੂੰ ਜੋ ਕਰ ਰਿਹਾ ਉਹਦੇ ਨਾਲ ਤੇ ਇੱਕ ਗੁਣ ਵੀ ਤੇਰੇ ਅੰਦਰ ਨਹੀਂ ਪੈਦਾ ਹੋਇਆ। ਉਲਟੀ ਹਉਮੈ ਦਾ ਪਾਣ ਚੜ ਗਈ ਆ ਕਿ ਮੈਂ ਧਾਰਮਿਕ ਆ। ਮੈਂ ਉੱਥੇ 84 ਪੌੜੀਆਂ ਚ ਗਿਆ ਸਾਂ, 84 ਵਾਰੀ ਪਾਠ ਕੀਤਾ, ਮੈਂ 84 ਕੱਟ ਲਈ, ਤੁਸੀਂ ਨਹੀਂ ਕੱਟੀ। ਕਈ ਲੋਕ ਏਦਾਂ ਕਰਦੇ ਆ, ਕਈ ਲੋਕ ਕਹਿ ਦਿੰਦੇ ਆ ਦੇਖੋ ਜੀ ਅਸੀਂ ਅੰਮ੍ਰਿਤ ਛਕਿਆ, ਤੁਸੀਂ ਨਹੀਂ ਛਕਿਆ। ਤੁਸੀਂ ਜਿਹੜੇ ਜੋ ਪਤਾ ਨਹੀਂ ਉਹ ਕੀ ਕਹਿ ਸਕਦੇ, ਮੈਨੂੰ ਪਤਾ ਨਹੀਂ ਵੱਖਰ ਦਾ ਨਹੀਂ ਪਤਾ, ਕਹਿੰਦੇ ਨੇ ਏਦਾਂ ਲੋਕ ਕਹਿ ਦਿੰਦੇ ਨੇ ਕਿ ਤੁਹਾਨੂੰ ਨਹੀਂ ਪਤਾ।
ਤੁਸੀਂ ਮਨਮੁਖ ਹੈਗੇ ਜੋ, ਅਸੀਂ ਗੁਰਮੁਖ ਹੈ। ਤੇ ਪਰ ਬਾਣੀ ਕਹਿੰਦੀ ਹੈ ਬਈ ਕੰਮ ਤੈਨੂੰ ਕਰਨਾ ਪੈਣਾ, ਅਸੀਂ ਐਡਮਿਸ਼ਨ ਹੀ ਲਈ ਹੈ, ਤੂੰ ਅੱਗੇ ਹੋਰ ਕੰਮ ਕਰਨਾ। ਪਰ ਜੇ ਤੂੰ ਐਡਮਿਸ਼ਨ ਲੈ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਕੇ ਬਹਿ ਗਿਆ, ਉਹ ਤੇਰੀ ਮਰਜ਼ੀ ਹੈ। ਨਿਜਲ ਸਾਹਿਬ ਸਹੀ ਆ? ਬਿਲਕੁਲ ਸਹੀ ਹੈ ਗੁਰਕੀ ਸਾਹਿਬ। ਦੇਖੋ ਭਗਤੀ ਜਿਹੜੀ ਹੈਗੀ ਆ, ਕਰਮ ਕਾਂਡਾਂ ਦੇ ਨਾਲ ਜਿਹੜੀ ਭਗਤੀ ਜਿਹੜੀ ਹੋ ਹੀ ਨਹੀਂ ਸਕਦੀ, ਕਿਉਂਕਿ ਜਿਹਨੇ ਭਗਤੀ ਕਰਨੀ ਸੀਗੀ ਉਹਨੂੰ ਆਪਾਂ ਨੇ ਬਾਹਰ ਛੱਡਤਾ, ਫ੍ਰੀ ਛੱਡਤਾ। ਉਹ ਤਾਂ ਹੈ ਹੀ ਨਹੀਂ ਪਤੰਦਰ ਇੱਥੇ, ਭਗਤੀ ਕਾਹਦੀ ਹੋ ਰਹੀ ਹੈ? ਆਟੋ ਪਾਇਲਟ ਤੇ ਗੇਮ ਚੱਲ ਰਹੀ। ਉਹ ਸਰੀਰ ਨੂੰ ਧੋਈ ਜਾਓ ਜਿੱਦਾਂ ਘਰੇ। ਹੁਣ ਇੱਕ ਮੈਨੂੰ ਕਹਿੰਦਾ ਵੀਰ ਜੀ ਆਪਾਂ ਨਾ ਗੰਗਾ ਦਾ ਪਾਣੀ ਲਿਆਉਣਾ ਵਾ ਤੇ ਤੁਹਾਨੂੰ ਦੇਵਾਂਗੇ। ਤੇ ਮੈਂ ਗੰਗਾ ਦਾ ਪਾਣੀ ਕਿੱਥੋਂ ਆਇਆ? ਕਹਿੰਦੇ ਸਮੁੰਦਰ ਚੋਂ ਆਇਆ। ਤੇ ਮੈਂ ਮੇਰੀ ਘਰ ਦੀ ਟੂਟੀ ਦਾ ਪਾਣੀ ਕਿੱਥੋਂ ਆਇਆ? ਕਹਿੰਦੇ ਵੀ ਸਮੁੰਦਰ ਤੋਂ ਆਇਆ। ਤੇ ਮੈਂ ਉਸ ਪਾਣੀ ਚ ਤੇ ਇਸ ਪਾਣੀ ਚ ਕੀ ਫਰਕ ਹੈਗਾ? ਥੋੜੇ ਮਿਨਰਲ ਹੋ ਸਕਦਾ, ਵੱਧ ਘੱਟ ਹੋ ਸਕਣ, ਪਾਣੀ ਤੇ ਪਾਣੀ ਆ। ਉਹ ਵੀ ਸਮੁੰਦਰ ਦਾ ਤੇ ਇਹ ਵੀ ਸਮੁੰਦਰ ਦਾ। ਸਮੁੰਦਰ ਤੋਂ ਵਕਤ ਕੁਛ ਵੀ ਪਾਣੀ ਨਹੀਂ ਹੈਗਾ, ਕੋਈ ਹੋਰ ਗ੍ਰਹਿ ਤੋਂ ਤਾਂ ਆਇਆ ਨਹੀਂ ਆ। ਨਾ ਬਿਲਕੁਲ ਸਹੀ। ਪਰ ਲੋਕਾਂ ਨੂੰ ਸਮਝਾਤਾ, ਲੋਕੀ ਮੰਨ ਗਏ। ਉਹ ਤੇ ਕਹਿੰਦੀ ਬਾਣੀ ਕਿ ਧਾਰਮਿਕ ਸਥਾਨ ਕਈ ਤੇ ਜਾਂਦੇ ਜੋ, ਉੱਥੇ ਕੀ ਆ? ਪੱਥਰ ਆ ਤੇ ਪਾਣੀ ਆ। ਬਿਲਕੁਲ ਸਹੀ। ਹੋਰ ਕੀ ਉੱਥੇ ਹੈ? ਪਰ ਉਹ ਕੀ, ਉਹ ਬੰਦੇ ਨੂੰ ਚੰਗਾ ਲੱਗਦਾ, ਫਿਰ ਬੰਦਾ ਸੁਣਾਉਂਦਾ ਲੋਕਾਂ ਨੇ, ਜੀ ਮੈਂ ਫਲਾਣੀ ਯਾਤਰਾ ਤੇ ਗਿਆ ਸੀ, ਬੜਾ ਚੰਗਾ ਲੱਗਾ। ਤੇ ਭਾਈ ਹੁਣ ਤੂੰ ਇੱਥੇ ਕੰਮ ਤੇ ਆ ਗਿਆ, ਆਪਣੀ ਡਿਊਟੀ ਕਿਉਂ ਨਹੀਂ ਧਿਆਨ ਨਾਲ ਕਰ ਰਿਹਾ? ਜੇ ਤੂੰ ਧਾਰਮਿਕ ਸਥਾਨ ਤੇ ਗਿਆ ਸਾਂ, ਇਮਾਨਦਾਰੀ ਨਾਲ ਆਪਣਾ ਜੀਵਨ ਬਤੀਤ ਕਰ, ਆਪਣੀ ਡਿਊਟੀ ਪੂਰੀ ਕਰ। ਆ ਤੇਰੀ ਲੈਣ ਦੇ ਜਿੱਥੇ ਤੂੰ ਟੇਬਲ ਤੇ ਡਿਊਟੀ ਤੇ ਬੈਠਾ, ਉੱਥੇ 60-70 ਬੰਦੇ ਦੁਖੀ ਹੋ ਰਹੇ ਨੇ। ਤੂੰ ਉਹਨਾਂ ਦਾ ਇੱਕ ਘੰਟਾ ਬਰਬਾਦ ਕਰੇਗਾ ਤੇ 70 ਘੰਟੇ ਉਹਨਾਂ ਦੇ ਤੂੰ ਬਰਬਾਦ ਕਰਤੇ। ਕੌਣ ਜ਼ਿੰਮੇਵਾਰ ਆ? ਭੁੱਲ ਨਾ ਜਾਵੀਂ ਸੱਜਣਾ, ਤੂੰ ਜ਼ਿੰਮੇਵਾਰ ਆ। ਤੇਰੀ ਗਲਤੀ ਕਰਕੇ ਉਹ ਬੰਦੇ ਉੱਥੇ ਆਪਣਾ ਸਮਾਂ ਬਰਬਾਦ ਕਰ ਰਿਹਾ। ਉਹ 1 ਘੰਟੇ ਚ ਉਹਨਾਂ ਹੋਰ ਕੰਮ ਕਰਨਾ ਸੀ, ਤੂੰ ਉਹਨਾਂ ਦੇ 3-3 4-4 ਘੰਟੇ ਖਰਾਬ ਕਰਤੇ ਆ। ਔਰ ਕਈ ਬੰਦੇ ਏਦਾਂ ਦੇ ਨੇ, ਕਈ ਮਹੀਨੇ ਵਿਚਾਰਿਆਂ ਨੂੰ ਧੱਕੇ ਪਵਾਈ ਜਾਂਦੇ ਆ, ਔਰ ਕਈਆਂ ਦੀ ਜ਼ਿੰਦਗੀ ਨਸ਼ਟ ਕਰਦੇ ਨੇ। ਉਹ ਵੀ ਲੋਕ ਕਸੂਰਵਾਰ ਨੇ। ਨਿੱਜਰ ਸਾਹਿਬ ਇਹ ਸੱਚ ਜੇ। ਬਿਲਕੁਲ। ਕਿਉਂਕਿ ਕਲਮ ਤੇਰੇ ਕੋ ਆ, ਔਰ ਤੂੰ ਕਲਮ ਨੂੰ ਗਲਤ ਇਸਤੇਮਾਲ ਕਰ ਰਿਹਾ। ਪਾਵਰ ਹੈ ਨਾ, ਕਿਉਂਕਿ ਉਹ ਤੇਰੇ ਥਰੂ ਉਹ ਕੰਮ ਹੋਣਾ। ਔਰ ਤੂੰ ਬਾਰ-ਬਾਰ ਜਿੰਨੇ ਗੇੜੇ ਮਰਾਏਗਾ ਨਾ, ਇਹ ਸਮਝ ਲਾ ਕਿ ਤੇਰੇ ਅੰਦਰ ਕਾਲਖ ਇਕੱਠੀ ਹੋ ਰਹੀ। ਤੇਰੀ ਆਤਮਾ ਨੇ ਇਕੱਠੀ ਕਰ ਲੈਣੀ ਹੈ, ਧਰਮਰਾਜ ਨੇ ਲੈਣੀ ਹੈ ਤੇਰੇ ਸਾਹਮਣੇ ਕੱਢ ਕਿ ਆ ਕੀ ਕੀਤਾ ਹੀ ਓਏ? ਇਹ ਕੀ ਹੈ? 60-70 ਹਜ਼ਾਰ ਰੁਪਇਆ ਤੈਨੂੰ ਤਨਖਾਹ ਮਿਲੀ, ਉਹ ਤੈਨੂੰ ਉੱਤੇ ਸਬਰ ਨਹੀਂ ਆਇਆ। ਲੋਕਾਂ ਦਾ ਇੰਨਾ ਸਮਾਂ ਬਰਬਾਦ ਕਰਤਾ ਹੀ, ਲੋਕਾਂ ਨੂੰ ਕਨਫਿਊਜ਼ਨ ਚ ਪਾ ਛੱਡਿਆ ਹੀ। ਤੇਰਾ ਕੰਮ ਸੀ, ਤੇਰੇ ਕੋਲ ਗਿਆਨ ਸੀ, ਤੇਰੇ ਕੋਲ ਆਪਣਾ ਵਿਜ਼ਡਮ ਸੀ, ਤੂੰ ਲੋਕਾਂ ਦਾ ਭਲਾ ਕਰਨਾ ਸੀ, ਲੋਕਾਂ ਨੂੰ ਸੌਖਾ ਕਰਨਾ ਸੀ। ਤੂੰ ਲੋਕਾਂ ਨੂੰ ਹੋਰ ਕਨਫਿਊਜ਼ਨ ਕਰ ਪਾਇਆ। ਇਹ ਚੀਜ਼ਾਂ ਸੰਗਤ ਜੀ ਸੱਚ ਦੀਆਂ ਨੇ। ਇਸ ਕਰਕੇ ਪਲੀਜ਼ ਧਿਆਨ ਦਿਆ ਕਰੋ, ਕਿਤੇ ਵੀ ਐਸਾ ਕੰਮ ਨਹੀਂ ਕਰਨਾ। ਬਾਣੀ ਕਹਿੰਦੀ ਮੁੜ ਕੇ ਤੁਸੀਂ ਪਛਤਾਉਣਾ। ਪਰ ਪਛਤਾਉਣ ਦਾ ਫਾਇਦਾ ਕੀ ਹੋਊਗਾ ਜਦੋਂ ਚਿੜੀਆ ਚੁਗੀ ਖੇਤ? ਉਹ ਕਰਮ ਕਰਤਾ, ਰੁੱਖ ਤੇ ਡਾਂਗਾ ਮਾਰ ਕੇ, ਵਰਸ਼ੇ ਮਾਰ ਕੇ ਉਹਨੂੰ ਛਿੱਲ ਦੋ ਤੇ ਮੁੜ ਕੇ ਉਹਨੂੰ ਕਹੋ ਸੌਰੀ। ਨਿੱਜਰ ਸਾਹਿਬ ਬਿਲਕੁਲ ਉਹਦਾ ਕੋਈ ਫਾਇਦਾ ਨਹੀਂ ਨਾ। ਠੀਕ ਹੈ ਨਿੱਜਰ ਸਾਹਿਬ, ਅੱਗੇ ਚੱਲੀਏ। ਹਾਂਜੀ ਕਿ ਨਹੀਂ ਵੀਰ ਜੀ, ਹਾਲੇ ਤਾਂ ਸ਼ਲੋਕ ਪੌੜੀ ਇੱਕ ਸ਼ਲੋਕ ਹੋਰ ਆਊਗਾ ਤੇ ਪੌੜੀ ਆਊਗੀ। ਅੱਜ ਤਾਂ ਬਹੁਤ ਗੰਭੀਰ ਗਿਆਨ ਹੈ। ਅੱਜ ਤਾਂ ਆਪਾਂ ਪੂਰਾ ਬਿਲਕੁਲ ਤਸੱਲੀ ਕਰਨੀ ਹੈ ਤੇ ਗਿਆਨ ਜਿਹੜਾ ਹੈਗਾ ਪੂਰਾ। ਮਹੱਲਾ ਤੀਜਾ। ਚਲੋ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਕਹਿੰਦੇ ਜਿੰਨਾ ਮਰਜ਼ੀ ਸਮਝਾ ਲਓ, ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ ਉਹਨੇ ਨਹੀਂ ਸਮਝਣਾ। ਮਨਮੁਖ ਲੋਕ ਨੂੰ ਜਿੰਨਾ ਮਰਜ਼ੀ ਸਮਝਾ ਲਓ, ਉਹਨੇ ਨਹੀਂ ਸਮਝਣਾ ਪਾਈ। ਮਨਮੁਖ ਲੋਕ ਸਮਝਾਈਏ, ਤੀਸਰੀ ਪਾਤਸ਼ਾਹੀ ਕਹਿ ਰਹੀ ਹੈ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਮਨਮੁਖ ਰਲਾਇਆ ਨਾ ਰਲੇ, ਪਏ ਕਿਰਤ ਫਿਰ ਆਏ। ਉਹਨੇ ਨਹੀਂ ਰਲਣਾ ਪਾਈ, ਜਿੰਨਾ ਮਰਜ਼ੀ ਰਲਾ ਲਓ ਸਤਸੰਗ ਦੇ ਵਿੱਚ, ਉਹਨੇ ਆਪਣੀ ਕਿਰਤ ਆਪਣੇ ਮਨ ਦੇ ਪਿੱਛੇ ਚੱਲਣਾ ਪਾਈ, ਮਨ ਦੀਆਂ ਕਰਨੀਆਂ ਉਹਨੇ। ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਕਹਿੰਦੇ ਪ੍ਰੋਬਲਮ ਜਿਹੜੀ ਹੈਗੀ, ਕਹਿੰਦੇ ਮਨਮੁਖ ਦਾ ਰਸਤਾ ਜਿਹੜਾ ਹੈਗਾ ਉਹ ਧਾਤ ਦਾ ਰਸਤਾ ਹੈਗਾ, ਮੈਟਰ ਦਾ ਰਸਤਾ ਹੈਗਾ, ਪਦਾਰਥਾਂ ਦਾ ਰਸਤਾ ਹੈਗਾ, ਸਵਾਦਾਂ ਦਾ ਰਸਤਾ ਹੈਗਾ, ਭੋਗ ਵਿਲਾਸ ਦਾ ਰਸਤਾ ਹੈਗਾ। ਉਹਨੇ ਉਹ ਰਸਤਾ ਚੂਜ਼ ਕੀਤਾ ਹੈ। ਆਪਾਂ ਉਹਨੂੰ ਕੁਛ ਨਹੀਂ ਕਹਿ ਸਕਦੇ। ਆਪਾਂ ਜੇ ਲਿਵ ਰਸਤੇ 'ਤੇ ਚੱਲ ਰਹੇ ਹਾਂ ਅਤੇ ਉਹਦੇ ਨਾਲ ਜੇ ਆਪਾਂ ਕਹਾਂਗੇ ਇਹ ਤਾਂ ਜੀ ਕੀ ਆ, ਕਿਹੜੇ ਮਕੌੜੇ, ਕਿਸ ਤਰ੍ਹਾਂ ਜੀ ਹੈ, ਇਹ ਤਾਂ ਐਵੇਂ ਹੀ ਆ, ਫਲਾਨੇ ਆ, ਟਿਮਕੇ ਆ, ਬਸ ਫਿਰ ਖਤਮ ਹੈ ਆਪਾਂ ਵੀ। ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਕਹਿੰਦੇ ਹੁਕਮ ਹੈ ਮਾਲਕ ਦਾ, ਉਹਨੇ 2 ਰਸਤੇ ਰੱਖੇ ਹੋਏ ਆ ਪਿਆਰਿਓ। ਉੱਧਰ ਨੂੰ ਜਾ ਰਿਹਾ ਤੇ ਜਾਣ ਦਿਓ। ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਗੁਰਮੁਖੇ ਆਪਣਾ ਮਨ ਮਾਰਿਆ, ਸ਼ਬਦੇ ਕਸਵੱਟੀ ਲਾਏ। ਆਇਆ ਪਾਏ। ਗੁਰਮੁਖ ਜਿਹੜੇ ਹੈਗੇ ਆਪਣਾ ਮਨ ਮਾਰ ਲੈਂਦੇ ਆ। ਗੁਰਮੁਖੇ ਆਪਣਾ ਮਨ ਮਾਰਿਆ, ਸ਼ਬਦੇ ਕਸਵੱਟੀ ਲਾਏ। ਕਿਵੇਂ ਮਾਰਿਆ? ਸ਼ਬਦ ਦੇ ਨਾਲ। ਸ਼ਬਦ ਦੇ ਨਾਲ ਕਸਵੱਟੀ ਰਗੜ ਕੇ, ਸ਼ਬਦ ਦੇ ਨਾਲ
ਤੇ ਮਨ ਜਿਹੜਾ ਹੈਗਾ ਮਨ ਚੋਂ ਅਵਗੁਣ ਝਾੜੂ ਮਾਰ ਮਾਰ ਕੇ ਰੋਜ਼ ਧਿਆਨ ਸਿਮਰਨ ਕਰ ਕਰਕੇ ਬਿਲਕੁਲ ਜਿਹੜਾ ਹੈਗਾ ਮਨ ਨੂੰ ਰੋਕ ਲਿਆ, ਅਵਗੁਣਾਂ ਤੋਂ ਗੁਣ ਪ੍ਰਗਟ ਹੋ ਗਏ। ਆਹ ਕਸਵੋਟੀ ਹੈਗੀ ਭਾਈ, ਰੋਜ਼ ਆਪਣੇ ਆ ਮਨ ਨੂੰ ਦੇਖਣਾ ਹੈ ਭਾਈ ਕਿ ਮਨ ਕੀ ਜਾ ਰਿਹਾ, ਕੀ ਤਰੰਗਾ ਹੈ ਮਨ ਦੇ ਵਿੱਚ, ਕੀ ਆ ਮਨ ਦੀਆਂ ਡਿਮਾਂਡਾਂ। ਗੁਰਮੁਖੇ ਆਪਣਾ ਮਨ ਮਾਰਿਆ, ਸ਼ਬਦੇ ਕਸੌਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ। ਕਹਿੰਦੇ ਦੇਖ ਲਓ ਪਿਆਰਿਓ, ਇਹ ਖੇਡ ਜਿਹੜੀ ਹੈਗੀ ਆ, ਇਹ ਭਗਤੀ ਜਿਹੜੀ ਹੈਗੀ ਆ, ਇਹ ਮਨ ਦੇ ਨਾਲ ਹੀ ਝਗੜਾ ਆ। ਮਨ ਨੂੰ ਪਤੰਦਰ ਨੂੰ ਹੀ ਰੋਕਣਾ ਹੈਗਾ, ਇਹ ਮਨ ਦੇ ਨਾਲ ਹੀ ਸਾਥ ਹੈਗਾ ਭਾਈ। ਮਨ ਦੀ ਭਗਤੀ ਹੈਗੀ, ਭਗਤੀ ਕਰਕੇ ਮਨ ਨੂੰ ਕੰਟਰੋਲ 'ਚ ਰੱਖਣਾ ਆ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ, ਮਨ ਹੀ ਮੰਝੇ ਸਮਾਏ। ਮਨ ਦੇ ਵਿੱਚ ਹੀ ਸੁਰਤ ਜਿਹੜੀ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਘੁੰਮ ਰਹੀ ਆ, ਇਹਨੇ ਮਨ ਦੇ ਵਿੱਚ ਹੀ ਜਾ ਕੇ ਸਮਾਉਣਾ ਹੈ ਸੁਰਤ ਨੇ, ਤਾਂ ਟਿਕਣਾ ਇਹਨੇ। ਮਨ ਜੋ ਇੱਛੇ ਸੋ ਲਹੈ ਸੱਚੇ ਸ਼ਬਦੇ ਸੁਭਾਏ। ਕਹਿੰਦੇ ਭਾਈ ਫਿਰ ਜਿਹੜਾ ਹੈਗਾ ਜਦ ਸੱਚੇ ਸ਼ਬਦ ਦੇ ਨਾਲ ਗੁਰੂ ਦੀ ਮੱਤ ਦੇ ਦੁਆਰਾ ਧਿਆਨ ਸਿਮਰਨ ਕਰਕੇ ਮਨ ਖੜਾ ਹੋ ਜਾਂਦਾ ਹੈ, ਕਹਿੰਦੇ ਜੋ ਇੱਛਾ ਹੈ ਉਹ ਲੈ ਲੈਂਦਾ ਹੈ, ਆਤਮ ਪ੍ਰਕਾਸ਼ ਹੋ ਜਾਂਦਾ ਹੈ, ਇਹਦੇ ਅੰਦਰ ਅੰਮ੍ਰਿਤ ਆ ਜਾਂਦਾ ਹੈ। ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖੇ ਕਾਰ ਕਮਾਏ। ਕਹਿੰਦੇ ਹਮੇਸ਼ਾ ਫਿਰ ਅੰਮ੍ਰਿਤ ਪੁੰਚਦਾ ਰਹਿੰਦਾ ਹੈ, ਰਹਿੰਦੀ ਦੁਨੀਆ ਤੱਕ ਹਮੇਸ਼ਾ। ਉਸ ਤੋਂ ਬਾਅਦ ਵੀ ਮਾਲਕ ਪਰਮਾਤਮਾ ਦੇ ਨਾਲ ਜੇ ਗੁਰੂ ਦੇ ਰਾਹੀਂ, ਜੇ ਬ੍ਰਹਮ ਗਿਆਨ ਦੇ ਰਾਹੀਂ ਜੋ ਗੁਰੂ ਕਹਿ ਰਿਹਾ, ਜੋ ਬ੍ਰਹਮ ਗਿਆਨ ਕਹਿ ਰਿਹਾ ਉਹ ਕਾਰ ਕਰਦੇ ਹਾਂ ਆਪਾਂ। ਤਾਂ ਵਿਨ ਮੰਨੈ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ। ਆਹ ਦੇਖ ਲਓ ਭਾਈ, ਆਪਾਂ ਦੂਜਿਆਂ ਦੇ ਨਾਲ ਲੁੱਝਦੇ ਹਾਂ, ਦੂਜਿਆਂ ਨੂੰ ਚੇਂਜ ਕਰਦੇ ਹਾਂ, ਦੂਜਿਆਂ ਦੀਆਂ ਗਲਤੀਆਂ ਦੇਖਦੇ ਹਾਂ, ਦੂਜਿਆਂ ਦੇ ਅਵਗੁਣ ਫੋਲਦੇ ਹਾਂ। ਕਹਿੰਦੇ ਵਿਣ ਮੰਨੈ ਆਪਣੇ ਮਨ ਦੇ ਨਾਲ ਜੇ ਹੋਰੀ ਨਾਲ ਲੁੱਝਣਾ, ਦੇ ਦੂਸਰੇ ਦੇ ਨਾਲ ਲੁੱਝਾਂਗੇ ਤਾਂ ਜਾਸੀ ਜਨਮ ਗਵਾਏ। ਜਨਮ ਗਵਾਉਣਾ ਹੈ ਤੇ ਭਾਈ ਚਲੇ ਜਾਓ ਇਸੇ ਟਰੈਕ ਦੇ ਉੱਤੇ, ਦੂਜਿਆਂ ਦੇ ਅਵਗੁਣ ਫੋਲੀ ਜਾਓ ਸਵੇਰ ਤੋਂ ਸ਼ਾਮ ਤਾਈਂ। ਨਾ ਉਹਨਾਂ ਨੇ ਚੇਂਜ ਹੋਣਾ ਹੈ, ਨਾ ਤੁਸੀਂ ਦੁਖੀ ਹੋਣਾ ਰੋਣਾ ਹੈ, ਨਾ ਤੁਹਾਡਾ ਰੋਣਾ ਬੰਦ ਹੋਣਾ ਹੈ ਭਾਈ। ਵਿਣ ਮੰਨੈ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ। ਮਨਮੁਖੀ ਮਨ ਹਟ ਹਾਰਿਆ ਕੂੜ ਕੁਸਤ ਕਮਾਏ। ਮਨਮੁਖੀ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ, ਨਹੀਂ ਛੱਡੇਗਾ ਮਨ ਦੇ ਪਿੱਛੇ ਚੱਲਣਾ, ਤੇ ਭਾਈ ਇਹ ਪਤੰਦਰ ਨੇ ਜਿਹੜਾ ਹੈਗਾ ਇਹਨੇ ਗੇਮ ਨੂੰ ਹਰਾ ਦੇਣਾ ਹੈ। ਇਹਨੇ ਮਨ ਹੱਟੀ ਐਸਾ ਮਨ ਨਹੀਂ ਮੰਨਦਾ ਹੁੰਦਾ, ਮਨ ਹਟ ਕਰਕੇ ਹਾਰ ਜਾਂਦਾ ਹੈ। ਕਿਉਂ? ਕਿਉਂਕਿ ਉਹ ਝੂਠ ਕੂੜ ਕੁਸਤ ਜਿਹੜਾ ਸੱਤ ਨਹੀਂ ਹੈ ਉਹਦੀ ਕਮਾਈ ਕਰਦਾ ਹੈ, ਮਾਇਆ ਦੀ ਆਕਾਰ ਦੀ ਪਦਾਰਥਾਂ ਦੀ। ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ। ਕਹਿੰਦੇ ਹੋਰ ਕੋਈ ਤਰੀਕਾ ਨਹੀਂ ਹੈ ਇਹ ਮਨ ਪਤੰਦਰ ਜਿਹੜਾ ਹੈਗਾ ਇਹਦੇ ਕਾਬੂ ਤੋਂ, ਇਹਦੇ ਕੋਲੋਂ ਸਟੀਰਿੰਗ ਖੋਣ ਦਾ ਹੋਰ ਕੋਈ ਤਰੀਕਾ ਨਹੀਂ ਹੈ, ਇਹਨੇ ਨਹੀਂ ਦੇਣਾ ਸਟੀਰਿੰਗ। ਗੁਰ ਪ੍ਰਸਾਦੀ ਮਨ ਜਿਣੈ, ਗੁਰੂ ਦੀ ਪ੍ਰਸਾਦ ਦੇ ਨਾਲ, ਗੁਰੂ ਦੀ ਮੱਤ ਦੇ ਨਾਲ, ਧਿਆਨ ਸਿਮਰਨ ਦੇ ਦੁਆਰਾ ਮਨ ਜਿੱਤਿਆ ਜਾਂਦਾ ਹੈ। ਹਰ ਸੇਤੀ ਲਿਵ ਲਾਏ, ਪਰਮੇਸ਼ਰ ਦੇ ਨਾਲ ਲਿਵ ਲਗਾਉਣ ਦੇ ਨਾਲ ਇਹ ਵਿਚਾਰ ਬੰਦ ਹੁੰਦੇ ਆ ਔਰ ਮਨ ਜਿਹੜਾ ਹੈਗਾ ਫਿੱਕਾ ਪੈ ਜਾਂਦਾ ਹੈ। ਨਾਨਕ ਗੁਰਮੁਖੇ ਸੱਚ ਕਮਾਵੇ ਮਨ ਮੁਖੇ ਆਵੇ ਜਾਏ। ਕਹਿੰਦੇ ਗੁਰੂ ਦੇ ਰਾਹੀਂ ਜਿਹੜਾ ਚੱਲਦਾ ਹੈ, ਜਿਹੜਾ ਸੱਚ ਦੀ ਕਮਾਈ ਕਰਦਾ ਹੈ, ਉਹ ਮਨ ਜਿੱਤ ਲੈਂਦਾ ਹੈ। ਬਾਕੀ ਮਨਮੁਖ ਜਿਹੜਾ ਮਨ ਦੇ ਪਿੱਛੇ ਚੱਲ ਕੇ, ਜਿਹੜਾ ਮਨ ਦੇ ਆਖੇ ਚੱਲਦਾ ਹੈ, ਜਿਹੜਾ ਆਪਣੇ ਜੀਵਨ ਨੂੰ ਮਨ ਦੇ ਹਿਸਾਬ ਦੇ ਨਾਲ ਚਲਾਉਂਦਾ ਹੈ, ਉਹ ਭਾਏ ਦੁਨੀਆ ਦੇ ਵਿੱਚ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਮਨਮੁਖੇ ਆਵੇ ਜਾਏ। ਹਾਂਜੀ ਗੁਰਕੀ ਸਾਹਿਬ। ਹਾਂਜੀ, ਬਹੁਤੀ ਲੰਮੀ ਕਥਾ ਨਹੀਂ ਕਰਨੀ ਹੁਣ ਕਿਉਂਕਿ ਟੌਪਿਕ ਆਪਾਂ ਕਾਫੀ ਕਵਰ ਕਰ ਲਿਆ। ਬਹੁਤ ਕਮਾਲ ਦਾ ਹੈ ਜੀ, ਗਿਆਨ ਤਾਂ ਬਹੁਤ ਸਿਰੇ ਦਾ ਗਿਆਨ ਹੈ। ਦੇਖ ਲਓ ਦੋਨੋਂ ਰਸਤੇ ਦੱਸਤੇ ਉਹਨਾਂ ਨੇ। ਹਾਂ, ਮਨ ਦੇਖੋ, ਮਨ ਕੀ ਆ? ਮਨ ਮਾਨਿਆ ਤੇ ਹਰ ਜਾਣਿਆ। ਮਨ ਕੋਈ ਮਾੜੀ ਮੋਟੀ ਚੀਜ਼ ਹੈ? ਮਨ ਨੂੰ ਤੇ ਕਨਵਿੰਸ ਕਰ ਰਹੇ ਹਾਂ ਆਪਾਂ। ਛੋਟਾ ਥੋੜਾ, ਫਿਰ ਵੱਡਾ ਥੋੜਾ, ਫਿਰ ਉਸ ਤੋਂ ਵੱਡਾ ਵਧਾਣ ਵੀ ਲੈ ਕੇ ਆਉਂਦੇ ਅਗਲੇ। ਲੋਹਾਰਾਂ ਕੋਲ ਜਾਓਗੇ, ਇਹਨਾਂ ਕੋਲ ਬੜਾ ਅਰੇਂਜਮੈਂਟ ਆ। ਇਸੇ ਤਰ੍ਹਾਂ ਜਿਹੜੇ ਗੁਰੂ ਬ੍ਰਹਮ ਗਿਆਨੀ, ਇਹਨਾਂ ਕੋਲ ਬੜਾ ਸਿਸਟਮ ਹੈ। ਔਰ ਦੇਖੋ ਤੁਹਾਡੀ ਇੱਕ ਇੱਕ ਚੀਜ਼ ਦੇ ਨਾਲ ਵੇਖੋ ਉਸੇ ਤਰ੍ਹਾਂ ਹੀ ਤਸਦੀਕ ਕਰ ਰਹੇ ਨੇ। ਉਹ ਕਹਿੰਦੇ ਆ ਕਿ ਇਹ ਮਨ ਮੂਨ ਜਿਹੜਾ ਹੈ ਨਾ, ਇਹ ਇਹਨਾਂ ਲੋਕਾਂ ਨੂੰ ਸਮਝਾ ਕੇ ਵੇਖੋ, ਫਾਇਦਾ ਨਹੀਂ ਹੈਗਾ, ਇਹਨਾਂ ਸਮਝਣਾ ਹੀ ਨਹੀਂ। ਨਾ ਨਾ ਨਾ, ਬਿਲਕੁਲ, ਕਿਉਂਕਿ ਭੁੱਖ ਹੀ ਨਹੀਂ ਹੈ ਜੀ। ਕਿੱਥੋਂ ਖਾ ਲੈਣਗੇ? ਤੁਸੀਂ ਕਹੋਗੇ ਖਾਓ। ਆਪਾਂ ਕਹਿੰਦੇ ਨੀ ਆ ਕਿ ਬਈ ਆਹ ਦੇਖੋ ਇਹ ਕਿੱਡੀ ਵਧੀਆ ਸਬਜ਼ੀ ਆ, ਫਰੂਟ ਆ। ਉਹ ਕਹਿੰਦਾ ਛੱਡ ਕੜਾ, ਇਹ ਕੀ ਘਾਸ ਫੂਸ ਚੁੱਕ ਲਿਆਂਦਾ, ਕੁਝ ਹੋਰ ਲਿਆਓ, ਕੋਈ ਸਵਾਦ ਵਾਲੀ ਚੀਜ਼ ਲਿਆਓ। ਉਹ ਜਾਨਵਰ ਜੂਨਵਰ ਕੋਈ ਸਵਾਦ ਲਈ ਨਹੀਂ ਖਾਂਦੇ, ਉਹਦੇ ਢਿੱਡ ਭਰਨ ਲਈ ਖਾਂਦੇ ਆ, ਪਰ ਆਪਾਂ ਸਵਾਦ ਲਈ ਖਾਂਦੇ ਆ। ਇਹੋ ਹਿਸਾਬ ਮਨ ਮੁੱਕਦਾ, ਉਹ ਚੀਜ਼ ਖਾਏਗਾ ਜਿਹੜੀ ਨੂੰ ਚੰਗੀ ਲੱਗਦੀ ਹੈ।
ਔਰ ਪਰ ਉਹ ਚ ਮਨਮੁਖ ਚ ਤੇ ਗੁਰਮੁਖ ਚ ਫਰਕ ਕੀ ਆ? ਫਰਕ ਇੰਨਾ ਵਾ ਕਿ ਜਿਹੜਾ ਗੁਰਮੁਖ ਆ ਉਹ ਕੋ ਵੀ ਮਨ ਹੈਗਾ, ਪਰ ਉਹ ਮਨ ਦੀ ਜਿਹੜੀ ਕਾਰਵਾਈ ਹੈ ਨਾ, ਉਹਦੇ ਤੇ ਨਾ ਇੱਕ ਪਹਿਰੇਦਾਰ ਬਿਠਾਉਂਦਾ, ਉਹਨੂੰ ਕਹਿੰਦੇ ਵਿਵੇਕ ਬੁੱਧੀ। ਉਹ ਵਿਵੇਕ ਬੁੱਧੀ ਦੀ ਜਿਹੜਾ ਫਿਲਟਰ ਹੈ ਨਾ, ਦੇਖੋ ਤੁਹਾਡੇ ਕੋਲ ਫਿਲਟਰ ਹੈਗਾ ਵਿਵੇਕ ਬੁੱਧੀ, ਕਿ ਮਨ ਕੋਈ ਇੱਛਾ ਕਰਦਾ ਹੈ ਕਿ ਉਹ ਸਹੀ ਹੈ ਜਾਂ ਗਲਤ ਹੈ। ਨਿੱਜਰ ਸਾਹਿਬ ਬਿਲਕੁਲ ਬਿਲਕੁਲ ਠੀਕ ਹੈ ਜੀ, ਬਿਲਕੁਲ। ਜੇ ਉਹ ਪੈਰਾਮੀਟਰ ਜੋ ਉਹਦੀ ਚੀਜ਼ ਸਹੀ ਆ, ਉਹ ਸਾਨੂੰ ਸੱਚ ਤੋਂ ਨਹੀਂ ਤੋੜਦੀ, ਉਹ ਸਾਡੇ ਤੋਂ ਪਰਮਾਤਮਾ ਨੂੰ ਅਲੱਗ ਨਹੀਂ ਕਰਦੀ, ਤੇ ਫਿਰ ਉਹ ਕਹਿੰਦੇ ਜੋ ਮਨ ਕਹਿੰਦਾ ਕਰ ਦੋ। ਤੇ ਜਦੋਂ ਫਿਰ ਕਹਿੰਦੇ ਆ ਕਿ ਉਹ ਸਾਨੂੰ ਗਲਤ ਜਗ੍ਹਾ ਤੇ ਲੈ ਰਹੀ ਆ, ਤੇ ਉਹ ਗੁਰਮੁਖੀ ਕਰਦੇ ਆ, ਉਹਨੂੰ ਰਿਜੈਕਟ ਕਰ ਦਿੰਦੇ ਆ, ਕਿਉਂਕਿ ਕਰਨਾ ਨਹੀਂ ਕਰਨਾ ਇਹ ਫੈਸਲਾ ਤੁਹਾਡਾ ਹੈ। ਬਿਲਕੁਲ ਮਨ ਦਾ ਫੈਸਲਾ ਨਹੀਂ ਆ। ਮਨ ਤੇ ਜਦ ਤੁਹਾਨੂੰ ਕਹਿੰਦਾ ਕਰਦੇ ਆ ਚੱਲੀਏ ਰਾਤ ਨੂੰ ਚੋਰੀ ਕਰਨ ਚੱਲੀਏ, ਇੱਧਰ ਆ ਫਲਾਨੀ ਇੱਥੇ ਗਾਣਾ ਚੱਲਣ ਦੇ, ਡਾਂਸ ਹੁੰਦੇ, ਚੱਲ ਪਹੁੰਚੀਏ, ਆ ਫਲਾਣਾ ਭੋਗ ਕਰੀਏ। ਜਾਣਾ ਕਿ ਨਹੀਂ ਜਾਣਾ ਨਿੱਜਰ ਸਾਹਿਬ ਫੈਸਲਾ ਤੁਹਾਡਾ ਜੀ। ਬਿਲਕੁਲ ਮਨ ਦਾ ਨਹੀਂ ਜੇ ਫੈਸਲਾ ਹੈਗਾ ਨਾ। ਬਿਲਕੁਲ ਸਹੀ ਹੈ, ਰੋਕ ਸਕਦੇ ਹਾਂ ਆਪਾਂ। ਮਨ ਕੇਵਲ ਫੁਰਨਾ ਹੈ, ਪੈਦਾ ਹੋਈ ਤਰੰਗ ਆ, ਤੁਸੀਂ ਸਟਾਪ ਕਰ ਦੋ, ਖਤਮ। ਪਰ ਸਟਾਪ ਨਹੀਂ ਜੋ ਅਗਲਾ ਕਰਨ ਦਿੰਦਾ, ਕਿਉਂਕਿ ਕਾਫੀ ਸਮੇਂ ਤੋਂ ਕਰਾ ਰਿਹਾ ਤੁਹਾਡੇ ਤੋਂ ਕੰਮ। ਹੁਣ ਤੁਸੀਂ ਕਹੋਗੇ ਨਹੀਂ ਬਈ ਤੇਰੀ ਨਹੀਂ ਮੰਨਣੀ, ਅਸੀਂ ਆਪਣੀ ਮਰਜ਼ੀ ਕਰਨੀ ਆ। ਉਹ ਕਹਿੰਦਾ ਤੂੰ ਕੌਣ ਹੈ? ਮਾਲਕ ਤੇ ਮੈਂ ਵਾਂ। ਤੁਸੀਂ ਆਪਣੇ ਸਰੀਰ ਨੂੰ ਕਹੋ ਹਾਂ ਅੱਜ ਕਹੋ ਮੈਂ ਨਹੀਂ ਰੋਟੀ ਖਾਣੀ, ਜਾਂ ਮੈਂ 4 ਦਿਨ ਸਬਜ਼ੀਆਂ ਖਾਊਂਗਾ। ਉਹਨੇ ਕਹਿਣਾ ਕਿ ਮਾਲਕ ਮੈਂ ਵਾਂ, ਤੂੰ ਨਹੀਂ ਹੈਗਾ। ਬਿਲਕੁਲ ਤੂੰ ਕਿੱਦਾਂ ਕਹਿਤਾ ਓਏ? ਤੂੰ ਕੌਣ ਮਾਲਕ ਆ? ਮਾਲਕ ਮੈਂ ਵਾਂ। ਤੁਸੀਂ ਕਹੋ ਜੀ ਮੈਂ ਪਰੌਂਠੇ ਨਹੀਂ ਖਾਣੇ, ਉਹਨੇ ਕਹਿਣਾ ਪਰੌਂਠੇ ਨਹੀਂ ਖਾਣੇ, ਸਮੋਸੇ ਨਹੀਂ ਖਾਣੇ, ਆ ਕਚੌਰੀਆਂ ਨਹੀਂ ਖਾਣੀਆਂ, ਆ ਜਲੇਬੀਆਂ ਨਹੀਂ ਖਾਣੀਆਂ। ਤੇਰੀ ਹਿੰਮਤ ਕਿੱਦਾਂ ਗੱਲ ਕਹਿਣ ਦੀ? ਆਹ ਤੈਨੂੰ ਦੱਸਦਾ, ਤੁਸੀਂ ਇਹ ਗੱਲ ਕਹਿ ਕੇ ਨਾ ਮੈਨੂੰ 2 ਦਿਨ ਨਾ ਖਾ ਕੇ ਦੱਸੋ ਨਿੱਜਰ ਸਾਹਿਬ, ਸੱਚ ਮੈਂ ਕਹਿੰਦਾ ਜੋ। ਤੁਸੀਂ 2 ਦਿਨ ਕਹੋ ਅੱਜ ਤੈਨੂੰ ਧੱਕੇ ਨਾਲ ਫਰੂਟ ਖਵਾਉਣਾ ਵਾ, ਤੁਹਾਨੂੰ ਪਤਾ ਲੱਗ ਜੂ ਮਾਲਕ ਕੌਣ ਆ। ਸਰੀਰ ਹੀ ਨਹੀਂ, ਸਰੀਰ ਨੇ ਤੁਹਾਨੂੰ ਤੁਹਾਡੇ ਗੋਡੇ ਲਵਾ ਦੇਣੇ ਆ, ਇੰਨਾ ਪਾਵਰਫੁਲ ਹੈ। ਇਸ ਕਰਕੇ ਇਹਨੂੰ ਕਨਵਿੰਸ ਕਰ ਸਕਦੇ ਆ, ਇਹਨੂੰ ਪਿਆਰ ਨਾਲ ਸਮਝਾ ਸਕਦੇ ਆ। ਜੇ ਤੁਸੀਂ ਜ਼ਬਰਦਸਤੀ ਕੀਤੀ ਨਾ, ਇਹਨੇ ਤੁਹਾਡੇ ਖਿਲਾਫ ਹੋ ਜਾਣਾ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਹੁਣ ਗੋਰਖੀ ਸਾਹਿਬ ਇਸ ਤੋਂ ਅੱਗੇ ਜਿਹੜਾ ਹੈਗਾ ਮਹਾਰਾਜ ਨੇ ਹੁਣ ਦੇਖੋ ਦੋਨੋਂ ਦਿਖਾ ਦਿੱਤੇ, ਮਨ ਦਾ ਦੱਸ ਦਿੱਤਾ ਤੇ ਗੁਰਮੁਖ ਰਸਤਾ ਦੱਸ ਦਿੱਤਾ। ਆ ਨਾ ਮਾਈਕ ਬੰਦ ਕਰ ਦੇਣਾ ਜੀ ਜਿਹਦਾ ਖੁੱਲ੍ਹਾ ਹੈ। ਇਹ ਦੋਨੋਂ ਰਸਤੇ ਆਪਾਂ ਨੂੰ ਲਿਵ ਔਰ ਧਾਤ ਦੇ ਦੋਨੋਂ ਰਸਤੇ ਦਿਖਾ ਦਿੱਤੇ। ਹੁਣ ਆਪਸ਼ਨ ਬਾਲ ਆਪਣੇ ਕੋਰਟ 'ਚ ਆ ਕਿਹੜੇ ਰਸਤੇ ਤੇ ਤੁਰਨਾ ਹੈ। ਹੁਣ ਆ ਪੌੜੀ ਜਿਹੜੀ ਹੈ ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ, ਹੁਣ ਪੌੜੀ ਕੀ ਕਹਿੰਦੀ ਆ? ਪੌੜੀ ਕਹਿੰਦੀ ਆ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਕਹਿੰਦੇ ਜਿਹੜੇ ਭਾਈ ਮਨ ਦੇ ਪਿੱਛੇ ਚੱਲਣ ਵਾਲੇ ਆ ਉਹਨਾਂ ਦੀ ਗੱਲ ਨਹੀਂ, ਹੁਣ ਕਹਿੰਦੇ ਸੰਤ ਦੀ ਗੱਲ ਹੈ ਕਿ ਸੰਤਾਂ ਨੂੰ ਗਿਆਨ ਦੇ ਰਹੇ ਮਹਾਰਾਜ। ਦੇਖੋ ਹਰ ਕੇ ਸੰਤ ਜਿਹੜੇ ਰੱਬ ਦੇ ਰਸਤੇ, ਜਿਹੜੇ ਆਪਣੇ ਲਿਵ ਵਾਲੇ ਰਸਤੇ ਤੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਕਹਿ ਰਿਹਾ ਕਿ ਵੀ ਤੁਸੀਂ ਤਾਂ ਸੁਣ ਲਓ ਭਾਈ। ਮਨ ਦੇ ਪਿੱਛੇ ਚੱਲਣ ਵਾਲੇ ਉਹਨਾਂ ਨੇ ਨਹੀਂ ਸੁਣਨੀ, ਤੁਸੀਂ ਤਾਂ ਸੁਣ ਲਓ, ਤੁਸੀਂ ਤਾਂ ਚੱਲ ਪਓ ਇਸ ਰਸਤੇ ਤੇ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਆਹ ਸਿੱਖਿਆ ਲੈ ਲਓ, ਗੁਰੂ ਸਤਿਗੁਰੂ ਦੀ ਸਿੱਖਿਆ। ਮੈਂ ਤੁਹਾਨੂੰ ਬ੍ਰਹਮ ਗਿਆਨ ਦੇ ਰਿਹਾ ਭਾਈ, ਪਰਮੇਸ਼ਰ ਦੇ ਨਾਲ ਦੇ ਰਿਹਾ, ਆਤਮਾ ਪ੍ਰਗਟ ਹੋ ਜਾਏਗੀ ਤੁਹਾਡੀ। ਜਿਸ ਧੁਰ ਭਾਗ ਹੋਵੇ ਮੁਖ ਮਸਤਕ, ਤਿਨ ਜਨ ਲੈ ਹਿਰਦੇ ਰਾਖੀ। ਕਹਿੰਦੇ ਜਿਹਦੇ ਇਹਦੇ ਵਿੱਚ ਵੀ, ਇਹ ਸੰਤਾਂ ਦੇ ਵਿੱਚ ਵੀ, ਕਹਿੰਦੇ ਜਿਹਦੇ ਭਾਗ ਹੋਣਗੇ, ਜਿਹੜਾ ਧੁਰੇ ਨਾਲ ਜੁੜਨਾ ਚਾਹੇਗਾ, ਜਿਹਦੇ ਚੰਗੇ ਭਾਗ ਹੋਣਗੇ, ਕਹਿੰਦੇ ਜਿਹੜੀ ਜ਼ਮੀਨ ਜਿਹੜੀ ਹੈਗੀ ਆ ਉਹ ਉਪਜਾਊ ਹੋਏਗੀ, ਵਾਹੀ ਹੋਈ ਹੋਏਗੀ। ਜਿਸ ਧੁਰ ਭਾਗ ਹੋਵੇ ਮੁਖ ਮਸਤਕ, ਜਿਹਦੇ ਮਸਤਕ ਤੇ ਮੱਥੇ ਤੇ ਭਾਗ ਹੋਣਗੇ ਭਾਈ, ਤਿੰਨ ਜਨ ਲੈ ਹਿਰਦੇ ਰਾਖੀ। ਉਹ ਕੀ ਕਰਨਗੇ? ਇਹ ਗੁਰੂ ਦੀ ਗੱਲ ਕਮਾਲ ਦੀ ਜਿਹੜੀ ਇਹ ਸਿੱਖਿਆ ਜਿਹੜੀ ਦਿੱਤੀ ਆ, ਬਈ ਆਪਣੇ ਮਨ ਦੇ ਨਾਲ ਹੀ ਝਗੜਾ ਕਰਨਾ ਹੈ, ਮਨ ਨੂੰ ਰੋਕਣਾ ਹੈਗਾ, ਆਪਣੇ ਅੰਦਰ ਵੜਨਾ ਹੈਗਾ, ਭਗਤੀ ਇਸ ਤਰ੍ਹਾਂ ਕਰਨੀ ਆ। ਉਹਨਾਂ ਨੇ ਆਪਣੇ ਹਿਰਦੇ 'ਚ ਰੱਖ ਲਈ ਇਹ ਗੱਲ ਔਰ ਸ਼ੁਰੂ ਕਰਤਾ ਕਾਰਵਾਈ। ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰ ਬਚਨੀ ਸਹਿਜੇ ਚਾਖੀ। ਕਹਿੰਦੇ ਇਹ ਅੰਮ੍ਰਿਤ ਜਿਹੜਾ ਹੈ ਅਮਰ ਹੋਣ ਵਾਲੀ ਕਥਾ ਹੈਗੀ। ਅੰਮ੍ਰਿਤ ਜਿਹਦੇ ਨਾਲ ਕਿ ਆਤਮਾ ਨੇ ਤ੍ਰਿਪਤ ਹੋ ਜਾਣਾ ਹੈ, ਮਨ ਨੇ ਭੌਣੋਂ ਰੁਕ ਜਾਣਾ ਹੈ। ਇਹ ਸਭ ਤੋਂ ਸ੍ਰੇਸ਼ਟ ਕਥਾ ਹੈਗੀ ਭਾਈ, ਗਿਆਨ ਹੈਗਾ, ਉੱਤਮ ਹੈਗਾ। ਗੁਰ ਬਚਨੀ ਸਹਿਜੇ ਚਾਖੀ, ਗੁਰੂ ਦੇ ਬਚਨਾਂ ਤੇ ਤੁਰ ਕੇ ਸਹਿਜ ਦੇ ਨਾਲ ਇਹ ਅੰਮ੍ਰਿਤ ਨੂੰ ਆਪਾਂ ਚੱਖ ਸਕਦੇ ਹਾਂ। ਔਰ ਜਿਹਨੇ ਚੱਖ ਲਿਆ ਤਾਂ ਭਇਆ ਪ੍ਰਗਾਸ, ਮਿਟਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕੇ ਰਾਖੀ। ਕਹਿੰਦੇ ਉੱਥੇ ਉਜਾਰਾ ਹੋ ਜਾਏਗਾ ਭਾਈ, ਆਤਮ ਪ੍ਰਕਾਸ਼ ਹੋ ਜਾਏਗਾ, ਅੰਧੇਰਾ ਮਿਟ ਜਾਏਗਾ। ਜਿਵੇਂ ਸੂਰਜ ਦੀ ਕਿਰਨ ਆਉਂਦੀ ਹੈ ਔਰ ਰਾਤ ਜਿਹੜੀ ਹੈਗੀ ਖਤਮ ਹੋ ਜਾਂਦੀ ਹੈ। ਅਦਿਸ਼ਟ
ਅਗੋਚਰ ਅਲੱਖ ਨਿਰੰਜਨ, ਉਹ ਜਿਹੜਾ ਨਹੀਂ ਦਿਸਦਾ, ਅਦ੍ਰਿਸ਼ਟ ਅਗੋਚਰ ਹੈ ਜਿਹੜਾ ਇੰਦਰੀਆਂ ਤੋਂ, ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਸਰੀਰ ਤੋਂ ਪਰੇ ਹੈਗਾ, ਅਲੱਖ ਨਹੀਂ ਲਖਿਆ ਜਾਂਦਾ, ਨਿਰੰਜਨ ਮਾਇਆ ਤੋਂ ਰਹਿਤ ਮਾਲਕ ਪਰਮਾਤਮਾ, ਸੋ ਦੇਖਿਆ ਗੁਰਮੁਖੇ ਆਖੀ। ਉਹ ਨੇ ਗੁਰਮੁਖ ਨੇ, ਜਿਹੜਾ ਭਗਤੀ ਕਰਨ ਵਾਲਾ ਹੈਗਾ, ਜਿਹੜਾ ਸਾਧੂ ਹੈ, ਸੰਤ ਹੈਗੇ, ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦਰਸ਼ਨ ਕਰ ਲਏ ਉਸ ਮਾਲਕ ਪਰਮਾਤਮਾ ਦੇ। ਹਾਂਜੀ ਗੋਰਖੀ ਸਾਹਿਬ, ਦੇਖ ਲਓ ਕਥਾ ਆ ਗਈ ਨਾ ਬਾਣੀ ਚ ਉਸੇ ਤਰ੍ਹਾਂ ਦਿਖ ਪਿਆ ਉਹ ਦਿਖੂਗਾ। ਬਾਣੀ ਕਹਿੰਦੀ ਆ ਜਬ ਜਾਨਾ ਤਬ ਹੀ ਮਾਨਾ। ਜੇ ਤੁਸੀਂ ਬਿਨਾਂ ਜਾਣੇ ਵਿਸ਼ਵਾਸ ਕਰ ਲਿਆ ਤੇ ਫਿਰ ਤੇ ਵਿਸ਼ਵਾਸ ਹੀ ਹੈ ਨੱਜਾ ਸਾਹਿਬ, ਅਸੀਂ ਜਾਣਿਆ ਨਹੀਂ ਆ। ਬਿਲਕੁਲ। ਤੇ ਜਿਹੜੇ ਫਿਰ ਲੋਕਾਂ ਦੇ ਕਹਿਣ ਤੇ ਵਿਸ਼ਵਾਸ ਕਰ ਲੈਂਦੇ ਆ, ਫਿਰ ਬਾਣੀ ਤੇ ਕਹਿੰਦੀ ਹੈ ਵੀ ਤੇਰੀ ਮਰਜ਼ੀ ਹੈ, ਕੋਈ ਲੈਣਾ ਨਹੀਂ ਲੈਣਾ। ਇਹ ਹੁਣ ਤੇ ਜ਼ਬਰਦਸਤੀ ਨਾਲ ਦੁਕਾਨ ਵਾਲਾ ਕਿਲੋ ਗੰਢੇ ਨਹੀਂ ਦੇ ਸਕਦਾ ਤੁਹਾਨੂੰ, ਨਾਮ ਕਿੱਥੋਂ ਦੇ ਦੇਣਾ। ਬੜਾ ਔਖਾ ਕੰਮ ਸਾਧ ਸੰਗਤ ਜੀ, ਬੜਾ ਔਖਾ ਕੰਮ। ਤੁਸੀਂ ਕਿ ਦੁਕਾਨ ਤੇ ਜਾਓ ਬਈ, ਉਹ ਕਹੋ, ਉਹ ਕਹਿੰਦਾ ਭਾਈ ਆਹ ਲੈ ਲਾ, ਇਹ ਲੈ ਲਓ, ਉਹ ਤੁਸੀਂ ਕਹੋਗੇ ਭਾਈ ਨਹੀਂ ਲੈਣਾ, ਕੀ ਕਰ ਲੇਗਾ। ਹੁਣ ਜ਼ਬਰਦਸਤੀ ਥੋੜੀ ਤੁਹਾਡੇ ਕਿਸੇ ਨੇ ਬੈਗ ਚ ਪਾ ਦੇਣਾ। ਇਸੇ ਤਰ੍ਹਾਂ ਨਾਮ ਤੇ ਬਹੁਤ ਵੱਡੀ ਗੱਲ ਹੈ, ਉਹ ਤੇ ਖਾਸ ਕਰਕੇ ਤੁਹਾਡੀ ਇੱਛਾ ਹੋਣੀ ਚਾਹੀਦੀ ਹੈ। ਸੋ ਇਹ ਕਹਿੰਦੇ ਨੇ ਕਿ ਅਦ੍ਰਿਸ਼ ਦੇਖੋ, ਅਗੋਚਰ ਅਲਖ ਨਿਰੰਜਨ, ਕਾਲਖ ਤੋਂ ਲਹਿਤ ਨਿਰੰਜਨ ਜਿਹੜਾ ਹੈਗਾ, ਸੋ ਦੇਖਿਆ ਗੁਰਮੁਖ ਆਖੀ। ਉਹਨਾਂ ਵੇਖ ਲਿਆ, ਅੱਖੀ ਵੇਖਿਆ। ਕਿਹੜੀ ਅੱਖ? ਉਹ ਤੁਹਾਡੀ ਚੇਤਨਾ ਦੀ ਅੱਖ। ਉਹਨੂੰ ਤੇ ਜਗਾਉਣ ਦੇ ਲਈ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਚਿਰ ਨਹੀਂ ਜਾਗ ਸਕਦੀ ਜਿੰਨਾ ਚਿਰ ਤੱਕ ਤੁਹਾਡੀ એનર્ਜੀ ਇੱਧਰ ਉੱਧਰ ਤੁਰੀ ਫਿਰਦੀ ਆ। ਜਦੋਂ એનર્ਜੀ ਸਾਰੀ ਜਗ੍ਹਾ ਤੇ ਸਟਾਪ ਹੋ ਗਈ, ਤੁਹਾਡੇ ਚ ਅਸਤ ਹੋ ਗਈ। ਇੱਕ ਜਿੱਦਾਂ ਦੀਪਕ ਨਹੀਂ, ਇਹ ਕਹਿੰਦੇ ਨੇ ਗ੍ਰੰਥਾਂ ਚ ਲਿਖਿਆ ਨਾ ਕਿ ਇੱਕ ਦੀਪਕ ਜਿੱਦਾਂ ਉਹ ਇੱਕ ਬੰਦ ਕਮਰੇ ਚ ਆਪਣੀ ਲੌ ਦੇ ਉੱਤੇ ਇੱਕਦਮ ਸਥਿਰ ਹੋ ਜਾਂਦੀ, ਉਹਦੀ ਲੌ। ਬਿਲਕੁਲ, ਕੋਈ ਮਾਇਆ ਨਹੀਂ ਲੱਗਦੀ, ਉਸੇ ਹੀ ਕਿਸਮ ਦੀ, ਹਾਂ, ਕੋਈ ਹਲਚਲ ਨਹੀਂ। ਦੇਖੋ ਝੀਲ ਦੇ ਵਿੱਚ ਜਦੋਂ ਪ੍ਰਤੀਬਿੰਬ ਬਣਦਾ ਨਾ ਚੰਦਰਮਾ ਦਾ, ਕਿਦੋਂ ਬਣਦਾ ਹੈ? ਜਦੋਂ ਝੀਲ ਸ਼ਾਂਤ ਹੋ ਜਾਂਦੀ ਹੈ। ਉਸੇ ਹੀ ਤਰ੍ਹਾਂ ਤੁਹਾਡੇ ਮਨ ਨੇ, ਤੁਹਾਡੇ ਚਿੱਤ ਨੇ ਆਤਮਾ ਰੂਪੀ ਝੀਲ ਚ ਸ਼ਾਂਤ ਹੋ ਜਾਣਾ ਤੇ ਤੁਸੀਂ ਉਸ ਚੰਦਰਮਾ ਨੂੰ ਦੇਖ ਲੈਣਾ ਆਪਣੀ ਅੰਦਰ ਵਾਲੀਆਂ ਅੱਖਾਂ ਨਾਲ। ਇਹ ਅੱਖਾਂ ਨਹੀਂ ਦੇਖ ਸਕਦੀਆਂ ਨੂੰ, ਕਿਉਂਕਿ ਇਹ ਅੱਖਾਂ ਜੜ ਨੇ। ਇਹ ਕੇਵਲ ਪ੍ਰਕਿਰਤੀ ਦੇ ਪੰਜ ਤੱਤ ਦੇਖ ਸਕਦੀਆਂ। ਇਸ ਕਰਕੇ ਇਹ ਲਿਮਟਿਡ ਇਹਨਾਂ ਦੀ ਪਾਵਰ ਆ। ਉਹ ਤੁਹਾਡਾ ਤੀਜਾ ਨੇਤਰ ਆ, ਉਸ ਨੂੰ ਪ੍ਰਗਟ ਕਰਨ ਦੇ ਲਈ ਆਪਾਂ ਸਾਰੀ ਭਗਤੀ ਕਰ ਰਹੇ ਹਾਂ, ਸਾਧਨਾ ਕਰ ਰਹੇ ਹਾਂ। ਸੋ ਕੋਸ਼ਿਸ਼ ਕਰੋ, ਗਿਆਨ ਨੂੰ ਇਕੱਠਾ ਕਰੋ ਔਰ ਜ਼ੋਰ ਲਗਾਓ। ਦੇਖੋ ਜ਼ੋਰ ਨਹੀਂ ਨਾ ਲਗਾਓਗੇ ਤੇ ਤੁਸੀਂ 3 ਫੁੱਟ ਅੱਗੇ ਜਾਣਾ ਤੇ 10 ਫੁੱਟ ਪਿੱਛੇ ਧੱਕ ਦੇਣਾ ਤੁਹਾਨੂੰ ਸਮੇਂ। ਨਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਤੇ ਸੰਨਿਆਸੀ ਲੋਕੀ ਕਹੀ ਜਾਂਦੇ ਨੇ ਮੈਂ ਜੋਗੀ ਹੋ ਗਿਆ, ਮੈਂ ਸੰਤ ਹੋ ਗਿਆ। ਦੇਖੋ ਸੰਤ ਉਹ ਹੁੰਦਾ ਵਾ, ਸੰਨਿਆਸੀ ਉਹ ਹੁੰਦਾ ਹੈ ਜਿਸਨੇ ਨਿਸ਼ਕਾਮ ਕਰਮ ਕਰਨਾ ਹੈ। ਬਿਲਕੁਲ, ਉਹਦਾ ਕੋਈ ਇੰਟਰਸਟ ਨਹੀਂ ਹੈ। ਕਿਉਂਕਿ ਦੇਖੋ ਜਦੋਂ ਤੁਹਾਡਾ ਵਿੱਚ ਇੰਟਰਸਟ ਹੈ ਨਾ, ਫਿਰ ਉਹ ਕਰਮ ਬਣ ਜਾਣਾ ਹੈ। ਤੇ ਕਰਮ ਤੇ ਤੁਹਾਨੂੰ ਪਤਾ ਹੀ, ਉਹ ਤੇ ਬੀਜ ਹੈਗਾ, ਉਹਨੂੰ ਫਲ ਲੱਗੇ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਗੋਰਖੀ ਸਾਹਿਬ, ਮੈਂ ਤਾਂ ਹੈਰਾਨ ਹੋ ਰਿਹਾ ਹਾਂ। ਗੋਰਖੀ ਸਾਹਿਬ ਦੇਖੋ 87 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂਆਤ ਦੇ ਵਿੱਚ ਹੀ ਦੇਖੋ ਐਸੀ ਬਾਣੀ ਪਈ ਹੋਈ ਹੈ। ਦੇਖੋ ਕਿੰਨੀ ਉੱਚ ਕੋਟੀ ਦਾ ਗਿਆਨ। ਉਹ ਨਿਜਰ ਸਾਹਿਬ ਇਹ ਨਹੀਂ ਕਿਸੇ ਪੜ੍ਹਨੀ ਇਹ ਬਾਣੀ, ਉਹ ਖੁਦ ਕਹਿੰਦੇ ਨਹੀਂ ਪੜ੍ਹਨੀ। ਅਸੀਂ ਤੇ ਬਾਣੀ ਖੁਦ ਕਹਿੰਦੀ ਆ, ਕਹਿੰਦੇ ਨਹੀਂ ਪੜ੍ਹਨੀ ਕਿਸੇ ਨੇ। ਜਿੰਨਾ ਮਰਜ਼ੀ ਪੜ੍ਹਾ ਕੇ ਵੇਖ ਲੈ, ਕਿਸੇ ਨੂੰ ਕਹਿ ਪੜ੍ਹ ਲਾ, ਉਹ ਕਹੂਗਾ ਮੱਥਾ ਟੇਕ ਸਕਦਾ, ਮੈਂ ਪੂਜਾ ਕਰ ਸਕਦਾ, ਘਰੇ ਵੀ ਰੱਖ ਸਕਦਾ, ਜੋ ਮਰਜ਼ੀ ਕਹੋ। ਕਿਹੜਾ ਸਾਹਿਬ ਵੀ ਬਣਾ ਸਕਦਾ, ਸੋਨੇ ਦਾ, ਚਾਂਦੀ ਦਾ, ਚੌ ਸਾਹਿਬ ਵੀ ਕਰੂੰਗਾ, ਪਰ ਜਿਹੜਾ ਵਿੱਚ ਲਿਖਿਆ ਨਾ ਉਹ ਨਹੀਂ ਮੈਂ ਕਰਾਂਗਾ। ਔਖਾ ਹੈ ਕੰਮ। ਇਸੇ ਕਰਕੇ ਬਾਣੀ ਤੇ ਕਹਿੰਦੀ ਖੰਡਿਓ ਤੇ ਕੀ ਵਾਲੋ ਨਿੱਕੀ। ਕੋਈ ਇੱਥੇ ਇਹ ਨਾ ਸੋਚੀ ਕਿ ਬੜਾ ਆਸਾਨ ਮਾਰਗ ਆ। ਇਸੇ ਕਰਕੇ ਉੱਥੇ ਜਾਂਦਾ ਹੀ ਕੋਈ ਨਹੀਂ। ਪਰਮਾਤਮਾ ਦੀ ਯਾਤਰਾ ਨਿਕਲੀ, ਸਾਰੇ ਕੋਈ ਦੇਵੀ ਦੇਵਤਿਆਂ ਦੇ, ਕੋਈ ਗੁਰੂ ਦੇ ਪਿੱਛੇ ਲੱਗਾ ਹੈ, ਕੋਈ ਮਾਤਾ ਦੇ ਪਿੱਛੇ ਲੱਗਾ। ਆਖਿਰ ਤੇ ਪਰਮਾਤਮਾ ਆਇਆ। ਪਰਮਾਤਮਾ ਉਹ ਪੱਤਰਕਾਰ ਪੁੱਛਣ ਦਿਆ, ਇਹ ਤੇ ਕਹਿੰਦੇ ਸੀ ਕਿ ਪਰਮਾਤਮਾ ਦੀ ਯਾਤਰਾ ਹੈਗੀ ਹੈ ਤੇ ਪਰਮਾਤਮਾ ਕਿੱਥੇ? ਉਹ ਕਹਿੰਦੇ ਉਹ ਵੇਖ ਇੱਕ ਬਜ਼ੁਰਗ ਬੰਦਾ ਕੱਲਾ ਘੋੜੇ ਤੇ ਆ ਰਿਹਾ ਨਾ, ਇਹ ਹੀ ਉਹ ਪਰਮਾਤਮਾ। ਯਾਤਰਾ ਤੇ ਇਹਦੀ ਸੀ। ਕੋਈ ਸ਼ਿਵ ਜੀ ਦੇ ਮਗਰ ਕਰੋੜਾਂ ਲੋਕ ਲੱਗੇ ਨੇ, ਵਿਸ਼ਨੂੰ ਦੇ ਮਗਰ ਲੱਗੇ ਨੇ, ਕ੍ਰਿਸ਼ਨ ਦੇ ਮਗਰ ਲੱਗੇ ਨੇ, ਮਾਤਾ ਦੇ ਲੱਗੇ ਨੇ, ਹੋਰ ਜਿਹੜੇ ਵੀ ਗੁਰੂ ਧਾਰਮਿਕ ਬਣੇ ਆ ਲੋਕੀ, ਉਹਨਾਂ ਦੇ ਪਿੱਛੇ ਗਏ ਨੇ। ਪਰ ਪਰਮਾਤਮਾ ਦੇ ਕੋਲ ਅਜੇ ਤੱਕ ਨਹੀਂ ਕੋਈ ਪਹੁੰਚਦਾ। ਕਿਉਂ? ਕਿਉਂਕਿ ਉਹ ਨਿਰਾਕਾਰ ਆ,
ਆਕਾਰ ਨਹੀਂ ਉਹਦਾ, ਇਸ ਕਰਕੇ ਉਧਰ ਕੋਈ ਜਾਂਦਾ ਹੀ ਨਹੀਂ। ਬਿਲਕੁਲ। ਤੇ ਇਹ ਸਾਰੇ ਜੜ 'ਚ ਬੈਠੇ ਨੇ, ਇਹ ਸਾਨੂੰ ਜੜ ਦੇ ਨਾਲ ਜੋੜਦੇ ਨੇ। ਉਹ ਕਹਿੰਦੇ ਇੰਨੇ ਪਾਠ ਕਰ ਲਾ, ਇੱਥੇ ਸਫਾਈ ਕਰ ਲਾ, ਇੱਥੇ ਝਾੜੂ ਮਾਰ ਲਾ, ਆਹ ਕਰ ਲਾ। ਜਿੰਨਾ ਕੋਲ ਕੋ ਗਿਆਨ ਹੈ ਵਿਚਾਰੇ ਨੇ ਉਹਨਾਂ ਕੀ ਦੇਣਾ। ਹੁਣ ਨਿਰਾਕਾਰ ਦੇ ਲਾਗੇ ਜਾਣਾ ਵੀ ਤਾਂ ਔਖਾ ਨਾ, ਉਹਦੇ ਤੇ ਮੂੰਹ ਨਹੀਂ ਕਰਦਾ ਕੋਈ। ਹਾਂਜੀ ਨਿਜਾ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਹੋ ਗਈ ਜੀ। ਹਾਂਜੀ, ਬਹੁਤ ਵਧੀਆ ਗੁਰਕ ਸਾਹਿਬ, ਬਹੁਤ ਵਧੀਆ। ਹਾਂਜੀ ਹਾਂਜੀ, ਸੌਰੀ ਸਾਧ ਸੰਗਤ ਜੀ, ਅੱਜ ਫਿਰ ਹਾਂਜੀ ਕਿਸੇ ਨੇ ਹੱਥ ਖੜਾ ਕੀਤਾ ਹੋਇਆ। ਹਾਂ, ਬੋਲਣਾ ਕਿਸੇ ਨੇ, ਦੇਖ ਲਓ ਜੀ, ਕਿਸੇ ਨੇ ਬੋਲਣਾ ਤੇ ਕੋਈ ਕੁਐਸਚਨ। ਵੈਸੇ ਹੀ ਜਿਹੜਾ ਨਾ ਪਤਾ ਹੈ ਕਿਸੇ ਨੇ ਬੋਲਣਾ ਹੈ ਕੁਛ। ਨਹੀਂ, ਉਹਨਾਂ ਨੇ ਕਰ ਦਿੱਤਾ, ਮੈਨੂੰ ਲੱਗਦਾ ਗਲਤੀ ਨਾਲ ਹੱਥ ਖੜਾ ਹੋ ਗਿਆ। ਹਾਂਜੀ, ਕੋਈ ਗੱਲ ਨਹੀਂ। ਕੋਈ ਓਕੇ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਸੰਗਤ ਦੇ ਹਿਰਦੇ ਵਿੱਚ ਬਾਣੀ ਦਾ ਭਾਵ ਵਸਾਉਣਾ, ਦੁੱਖ ਦਿੱਤੇ ਦੂਰ ਕਰਨਾ। ਮੇਰੇ ਮਾਲਿਕ, ਜੋ ਦਰ ਤੁਹਾਡੇ ਤੇ ਆਉਂਦਾ ਹੈ ਸੇਵਕ, ਉਸਦੀ ਯਾਤਰਾ ਸਫਲ ਕਰੋ ਮੇਰੇ ਪਿਤਾ। ਉਹਦਾ ਮਨ ਨੂੰ ਇਕਾਗਰਤਾ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।